ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਰੋਤਿਓ, ਅੱਜ ਅਸੀਂ ਤੁਹਾਡੇ ਨਾਲ ਮੁਲਾਕਾਤ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਨਾਲ ਕਰਵਾਉਣ ਜਾ ਰਹੇ ਹਾਂ। ਡਾਕਟਰ ਜੀ ਅੱਜ ਸਿੱਖ ਕੌਮ ਦੇ ਸਭ ਤੋਂ ਜਾਣੇ ਜਾਣ ਵਾਲੇ ਇਤਿਹਾਸਕਾਰ ਹਨ ਅਤੇ 60 ਦੇ ਕਰੀਬ ਪੰਥ ਦੀ ਝੋਲੀ ਵਿੱਚ ਕਿਤਾਬਾਂ ਪਾ ਚੁੱਕੇ ਹਨ। ਆਓ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਜਾਣਕਾਰੀ ਲਈਏ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਡਾਕਟਰ ਜੀ ਆਪਣੇ ਕੁਝ ਪਿਛੋਕੜ ਬਾਰੇ ਸਾਨੂੰ ਕੁਝ ਜਾਣਕਾਰੀ ਦਿਓ। ਦੇਖੋ ਵੀਰ ਜੀ, ਗੱਲ ਇਹ ਹੈ ਕਿ ਸਾਡਾ ਪਿਛੋਕੜ ਜੋ ਹੈ ਉਹ ਜੈਸਲਮੇਰ ਦਾ ਹੈ। ਜੈਸਲਮੇਰ ਰਿਆਸਤ ਵਿੱਚ ਸਾਡੇ ਬਹੁਤ ਵੱਡੇ ਵੱਡੇ ਰਹਿੰਦੇ ਸਨ, ਕਈ ਪੁਸ਼ਤਾਂ ਦੀ ਪੁਰਾਣੀ ਗੱਲ ਹੈ। ਫਿਰ ਉਸ ਤੋਂ ਬਾਅਦ ਜਦੋਂ ਮੁਸਲਮਾਨਾਂ ਨੇ ਆ ਕੇ ਸਾਡੀਆਂ ਰਿਆਸਤਾਂ 'ਤੇ ਕਬਜ਼ਾ ਕੀਤਾ ਅਤੇ ਅਸੀਂ ਪੰਜਾਬ ਦੇ ਇਲਾਕੇ ਵੱਲ ਦੌੜੇ। ਪੰਜਾਬ ਆਉਣ ਤੋਂ ਬਾਅਦ ਅਸੀਂ ਮਹਿਰਾਜ ਪਿੰਡ ਵਿੱਚ ਠਹਿਰੇ ਹਾਂ, ਜਿਹੜਾ ਅੱਜ ਕੱਲ੍ਹ ਜ਼ਿਲ੍ਹਾ ਬਠਿੰਡਾ ਵਿੱਚ ਹੈ। ਮਹਿਰਾਜ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਇੱਥੇ ਨਹਿਰਾਂ ਕੱਢੀਆਂ ਨੇ ਅਤੇ ਜਿਹੜੀਆਂ ਕਲੋਨੀਆਂ ਬਣਾਈਆਂ, ਅਤੇ ਫਿਰ ਉਦੋਂ ਅਸੀਂ ਸਾਹੀਵਾਲ ਵੱਲ ਚਲੇ ਗਏ, ਜਿਹਨੂੰ ਮਿੰਟਗੁਮਰੀ ਵੀ ਕਹਿੰਦੇ ਸੀਗੇ, ਹੁਣ ਫਿਰ ਸਾਹੀਵਾਲ ਕਹਿੰਦੇ ਆ। ਸਾਹੀਵਾਲ ਤੋਂ ਬਾਅਦ 47 ਵਿੱਚ ਜਦੋਂ ਫਿਰ ਪੰਜਾਬ ਦੀ ਵੰਡ ਹੋਈ ਹੈ ਤਾਂ ਫਿਰ ਅਸੀਂ ਇੱਧਰ ਜਲੰਧਰ ਅਤੇ ਜਲਾਲਾਬਾਦ ਆ ਗਏ। ਮੇਰਾ ਜਨਮ ਤਾਂ ਜਲੰਧਰ ਸ਼ਹਿਰ ਵਿੱਚ ਹੋਇਆ ਸੀਗਾ, ਪਰ ਬਹੁਤਾ ਸਾਡਾ ਜਿਹੜਾ ਸੀ ਸਾਰਾ ਰਿਸ਼ਤੇਦਾਰੀਆਂ ਅਤੇ ਸਾਡੇ ਸਾਰੇ ਦੇ ਸਾਰੇ ਜਾਂ ਦੋਸਤਾਂ ਸਾਰੇ ਰਿਸ਼ਤਿਆਂ ਦੇ ਜ਼ਮੀਨਾਂ ਇਹ ਜਲਾਲਾਬਾਦ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਨ, ਜਾਂ ਕੁਝ ਜਿਹੜੀਆਂ ਸਨ ਬਠਿੰਡਾ ਜ਼ਿਲ੍ਹਾ ਵਿੱਚ ਸਨ, ਕੁਛ ਸਾਨੂੰ ਯੂਪੀ ਵਿੱਚ ਜ਼ਮੀਨਾਂ ਵੀ ਮਿਲੀਆਂ। ਤਾਂ ਉਸ ਤੋਂ ਬਾਅਦ ਮੇਰੀ ਬਹੁਤੀ ਪੜ੍ਹਾਈ ਜਿਹੜੀ ਹੈ ਉਹ ਅਤੇ ਬਚਪਨ ਜਿਹੜਾ ਹੈ ਉਹ ਜ਼ਿਆਦਾ ਜਾਂ ਜਲੰਧਰ 'ਚ ਬੀਤਿਆ ਅਤੇ ਜਾਂ ਫਿਰ ਜਲਾਲਾਬਾਦ ਵਿੱਚ ਬੀਤਿਆ ਹੈ। ਹਾਂਜੀ ਡਾਕਟਰ ਜੀ, ਦੂਜਾ ਕੁਐਸਚਨ ਤੁਹਾਨੂੰ, ਤੁਸੀਂ ਵਿੱਦਿਆ ਕਿੱਥੋਂ ਹਾਸਲ ਕੀਤੀ? ਜਿੱਥੋਂ ਤੱਕ ਤਾਂ ਪਹਿਲੀਆਂ ਜਮਾਤਾਂ ਦੀ ਗੱਲ ਹੈ, 10ਵੀਂ ਤਾਂ ਮੈਂ ਜਲੰਧਰ ਵਿੱਚ ਕੀਤੀ ਸੀ, ਸਿਆਲਕੋਟ ਖਾਲਸਾ ਸਕੂਲ ਤੋਂ। ਅਤੇ ਉਸ ਤੋਂ ਬਾਅਦ ਫਿਰ ਮੈਂ ਜਿੰਨੀ ਪੜ੍ਹਾਈ ਹੈ ਉਹ ਪ੍ਰਾਈਵੇਟ ਕੀਤੀ ਹੈ, BA ਤੱਕ, ਜਿਹਨੂੰ ਕਿਸੇ ਜ਼ਮਾਨੇ 'ਚ ਵਾਇਆ ਬਠਿੰਡਾ ਕਹਿੰਦੇ ਹੁੰਦੇ ਸਨ, ਗਿਆਨੀ FA ਅਤੇ BA। ਫਿਰ ਮੈਂ MA ਇੰਗਲਿਸ਼ ਕੀਤੀ ਹੈ ਦੁਆਬਾ ਕਾਲਜ ਜਲੰਧਰ ਤੋਂ। ਕੁਛ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੰਗਲਿਸ਼ ਡਿਪਾਰਟਮੈਂਟ ਵਿੱਚ ਵੀ ਪੜ੍ਹਦਾ ਰਿਹਾ ਜਦੋਂ ਡਾਕਟਰ ਰਾਜਕੁਮਾਰ ਹੁੰਦੇ ਸਨ। ਤੋ ਇਸ ਤੋਂ ਬਾਅਦ ਮੈਂ ਫਿਰ ਲੈਕਚਰਰ ਲੱਗ ਗਿਆ ਇੰਗਲਿਸ਼ ਦਾ, ਨਾਲ ਫਿਰ ਮੈਂ ਪੰਜਾਬੀ ਦੀ MA ਕਰ ਲਈ। ਫਿਰ ਉਸ ਤੋਂ ਬਾਅਦ ਲੈਕਚਰ ਦੇ ਹੁੰਦਿਆਂ ਹੀ, ਲੈਕਚਰਸ਼ਿਪ ਦੇ ਹੁੰਦਿਆਂ ਹੀ, ਟੀਚਿੰਗ ਕਰਦਿਆਂ ਹੀ ਮੈਂ MA ਫਿਲੋਸਫੀ ਕਰ ਲਈ, ਫਿਰ LLB, ਫਿਰ MPhil, PhD, ਗੁਰੂ ਗ੍ਰੰਥ ਆਚਾਰਿਆ, ਹੋਰ ਬਹੁਤ ਸਾਰੇ ਡਿਪਲੋਮੇ ਹਾਸਲ ਕੀਤੇ। ਕੁਛ ਕੁਆਲੀਫਿਕੇਸ਼ਨ ਮੈਂ ਓਸਲੋ ਯੂਨੀਵਰਸਿਟੀ ਨਾਰਵੇ ਦੇਸ਼ 'ਚੋਂ ਵੀ ਹਾਸਲ ਕੀਤੀ ਹੈ। ਇਹ ਸਾਰੀ ਵਿੱਦਿਆ ਦੇ ਨਾਲ ਨਾਲ ਹੀ ਮੈਂ ਪਹਿਲਾਂ ਕਾਲਜਾਂ ਵਿੱਚ ਲੈਕਚਰਰ ਲੱਗਾ ਰਿਹਾ, ਕੁਛ ਚਿਰ ਵਕਾਲਤ ਵੀ ਕੀਤੀ ਹੈ। ਫਿਰ ਯੂਨੀਵਰਸਿਟੀ ਜਦੋਂ ਮੈਂ ਸੀਨੀਅਰ ਰਿਸਰਚ ਫੈਲੋ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ, MA ਦੀਆਂ ਕਲਾਸਾਂ ਨੂੰ ਪੜ੍ਹਾਉਂਦਾ ਵੀ ਰਿਹਾ। ਇਸ ਤੋਂ ਬਾਅਦ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਜ਼ਿਟਿੰਗ ਫੈਕਲਟੀ ਵਿੱਚ ਰਿਹਾ ਅਤੇ ਉੱਥੇ ਵੀ ਮੈਂ ਕਲਾਸਾਂ ਪੜ੍ਹਾਉਂਦਾ ਰਿਹਾ ਅੱਜ ਤੋਂ 3-4 ਸਾਲ ਪਹਿਲਾਂ ਤੱਕ। ਅਤੇ ਇਸ ਤੋਂ ਇਲਾਵਾ ਵਿਦੇਸ਼ਾਂ 'ਚ ਮੈਂ ਕਿਸੇ ਅਖਬਾਰਾਂ ਦੇ ਐਡੀਟਰ ਦੇ ਤੌਰ 'ਤੇ ਵੀ ਕੰਮ ਕਰਦਾ ਰਿਹਾ ਅਤੇ ਐਨਸਾਈਕਲੋਪੀਡੀਆ ਦੀ ਐਡੀਟਿੰਗ ਵੀ ਕੀਤੀ ਹੈ। ਤੋ ਇਹ ਹੈ ਮੇਰੀ ਵਿੱਦਿਆ ਦਾ ਪਿਛੋਕੜ। ਹਾਂਜੀ ਡਾਕਟਰ ਜੀ, ਤੀਜਾ ਕੁਐਸਚਨ ਹੈ ਤੁਹਾਨੂੰ, ਜਿੱਦਾਂ ਆਮ ਘਰਾਂ 'ਚ ਮਾਂ ਪਿਓ ਤੋਂ ਸਿੱਖੀ ਦੀ ਲਗਨ ਲੱਗਦੀ ਹੈ, ਤੁਹਾਨੂੰ ਕਿਸ ਜਗ੍ਹਾ ਤੋਂ ਕਿਸ ਤਰ੍ਹਾਂ ਸਿੱਖੀ ਵੱਲ ਪ੍ਰੇਰਿਤ ਹੋਏ ਤੁਸੀਂ? ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਪਿਛੋਕੜ ਬਾਰੇ ਦੱਸਿਆ ਕਿ ਸਾਡਾ ਪਿਛੋਕੜ ਜੈਸਲਮੇਰ ਦਾ ਹੈ ਅਤੇ ਮਹਿਰਾਜ ਪਿੰਡ ਹੈ। ਇਹ ਸਾਰੇ ਦੇ ਸਾਰੇ ਇਲਾਕੇ ਜਿਹੜੇ ਨੇ ਇਹ ਸ਼ੁਰੂ ਤੋਂ ਸਿੱਖੀ ਨਾਲ ਜੁੜੇ ਰਹੇ ਨੇ। ਅਤੇ ਮੇਰੇ ਪਰਿਵਾਰ ਵਿੱਚ ਵੀ ਮੇਰੇ ਪੜਦਾਦਾ ਜੀ ਜਿਹੜੇ ਸਨ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਫਾਦਰ ਵੀ ਜਿਹੜੇ ਸਨ, ਇਹ ਸਾਰੇ ਫੌਜੀ ਸਨ, ਕੋਈ ਜਿਹੜੇ ਸਿੱਖ ਮਿਸਲਾਂ ਵੇਲੇ ਲੜੇ ਸਨ। ਤੋ ਮਿਸਲਾਂ ਤੋਂ ਬਾਅਦ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਾਡੇ ਫੌਜੀ ਸਨ। ਅੰਗਰੇਜ਼ਾਂ ਦੇ ਵੇਲੇ ਵੀ ਮੇਰੇ ਪੜਦਾਦੇ ਜਿਹੜੇ ਸਨ ਉਹ ਫੌਜ ਵਿੱਚ ਸਨ। ਅਤੇ ਇਸ ਤੋਂ ਬਾਅਦ ਦਾਦਾ ਜੀ ਜਿਹੜੇ ਨੇ, ਅਕਾਲੀ ਲਹਿਰ ਜਿਹੜੀ ਹੈ 1920 ਤੋਂ 26 ਤੱਕ ਚੱਲੀ ਹੈ, ਉਹਦੇ 'ਚ ਜੇਲ੍ਹ 'ਚ ਗਏ ਨੇ। ਫਾਦਰ ਮੇਰੇ ਵੀ ਜੇਲ੍ਹ 'ਚ ਗਏ ਨੇ। ਫਿਰ ਮੇਰੇ ਮਦਰ ਵੀ ਜੇਲ੍ਹ 'ਚ ਗਏ ਨੇ ਪੰਜਾਬੀ ਸੂਬੇ ਮੋਰਚੇ 'ਚ, ਅਤੇ ਧਰਮ ਯੁੱਧ ਮੋਰਚਾ ਜਿਹੜਾ 1982 ਵਿੱਚ। ਤੋ ਮੈਂ ਖੁਦ ਪੰਜਾਬੀ ਸੂਬੇ ਮੋਰਚੇ ਵਿੱਚ ਜੇਲ੍ਹ 'ਚ ਗਿਆ ਅਤੇ ਪਟਿਆਲਾ ਜੇਲ੍ਹ ਵਿੱਚ ਰਿਹਾ। ਅਤੇ ਇਸ ਤਰ੍ਹਾਂ ਸਾਰਾ ਜਿਹੜਾ ਸਾਡਾ ਸ਼ੁਰੂ ਤੋਂ ਹੀ ਜਿਹੜਾ ਪਰਿਵਾਰ ਜਿਹੜਾ ਅਕਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਰਿਹਾ। ਅਤੇ ਸਾਰੇ ਮੇਰੇ ਫਾਦਰ ਕਿਸੇ ਜ਼ਮਾਨੇ 'ਚ ਅਕਾਲੀ ਦਲ ਦੇ ਜਥੇਦਾਰ ਵੀ ਰਹੇ ਆ। ਤੋ ਇਸ ਤਰ੍ਹਾਂ ਸਾਰੇ ਅਸੀਂ ਪਰਿਵਾਰ ਨਾਲ ਜੁੜੇ ਹੋਏ ਸਨ ਅਤੇ ਸ਼ੁਰੂ ਤੋਂ ਹੀ ਸਾਡੇ ਘਰ ਦਾ ਧਾਰਮਿਕ ਮਾਹੌਲ ਸੀ। ਪਰ ਸਭ ਤੋਂ ਵੱਧ ਲਗਨ ਜਿਹੜੀ ਮੈਨੂੰ ਸਿੱਖੀ ਦੀ ਲੱਗੀ ਹੈ ਉਹ ਮਾਤਾ ਤੋਂ ਲੱਗੀ ਹੈ। ਮੈਂ ਸਮਝਦਾ ਕਿ ਉਹ ਇੱਕ ਸੱਚੀ ਮੁੱਚੀ ਦਾ ਸੱਚੇ ਸਿੱਖ ਦਾ ਮਾਡਲ ਸੀ। ਮੈਨੂੰ 2-3 ਗੱਲਾਂ ਉਹਨਾਂ ਦੀਆਂ ਬੜੀਆਂ ਯਾਦ ਆਉਂਦੀਆਂ, ਜਿਹਨਾਂ 'ਚ ਇੱਕ ਖਾਸ ਗੱਲ ਇਹ ਹੈ ਕਿ ਇੱਕ ਵਾਰੀ ਅਸੀਂ ਘਰ 'ਚ ਬੈਠੇ ਖਾਣਾ ਖਾ ਰਹੇ ਸੀ, ਸ਼ਾਮ ਦੀ ਗੱਲ ਹੈ, ਅਤੇ ਮਦਰ ਮੇਰੇ ਜਿਹੜੇ ਸੀ ਉਹ
ਕੋਈ ਥੋੜ੍ਹਾ ਜਿਹਾ ਜਿੱਦਾਂ ਉਦਾਸੀ ਚਿਹਰੇ 'ਤੇ ਹੁੰਦੀ ਹੈ ਨਜ਼ਰ ਆਈ। ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੈ, ਅੱਜ ਤੁਹਾਨੂੰ ਰੋਟੀ ਖਵਾਉਣ ਲੱਗਿਆ ਸਾਨੂੰ ਮਜ਼ਾ ਨਹੀਂ ਆ ਰਿਹਾ, ਨਿੱਕੇ ਨਿੱਕੇ ਸਾਂ। ਤੋ ਕਹਿਣ ਲੱਗੇ ਵੀ ਅੱਜ ਸਾਡੇ ਘਰ 'ਚ ਕੋਈ ਖਾਣਾ ਖਾਣ ਨਹੀਂ ਆਇਆ। ਯਾਨੀ ਉਦੋਂ ਅਸੀਂ ਮਹਿਸੂਸ ਕਰਦੇ ਸੀ, ਮਦਰ ਮੇਰੇ ਦਾ ਇਹ ਵਿਚਾਰ ਸੀ ਕਿ ਸਿੱਖ ਦੇ ਘਰ ਦਾ ਲੰਗਰ ਜਿਹੜਾ ਹੈ, ਉਹ ਸਿੱਖ ਦੇ ਘਰ ਦੀ ਰਸੋਈ ਜਿਹੜੀ ਹੈ ਉਹ ਗੁਰੂ ਦਾ ਲੰਗਰ ਹੈ। ਅਤੇ ਜੇ ਗੁਰੂ ਦੇ ਲੰਗਰ ਵਿੱਚ ਕਿਸੇ ਨੇ ਬਾਹਰ ਨੇ ਆ ਕੇ ਨਹੀਂ ਛਕਿਆ ਤਾਂ ਇੰਝ ਲੱਗਦਾ ਜਿੱਦਾਂ ਅਸੀਂ ਇੱਕ ਛੋਟੇ ਜਿਹੇ ਦਾਇਰੇ ਵਿੱਚ ਹਾਂ, ਸੁਸਾਇਟੀ ਦਾ ਹਿੱਸਾ ਨਹੀਂ ਹਾਂ, ਸਿੱਖ ਭਾਈਚਾਰੇ ਦਾ ਕਮਜ਼ੋਰ ਹਿੱਸਾ ਹਾਂ ਜਾਂ ਨਹੀਂ ਹਿੱਸਾ, ਅਤੇ ਜਾਂ ਇਕੱਲੇ ਆਪਸ ਵਿੱਚ ਜਿੱਦੇ ਹਾਂ। ਕਿਉਂਕਿ ਸਿੱਖੀ ਦਾ ਮਤਲਬ ਇਹ ਹੈ ਕਿ ਸਾਰੇ ਪਰਿਵਾਰ ਦੇ ਵਾਂਗ ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਜਿੰਨਾ ਕਿ ਵੱਧ ਤੋਂ ਵੱਧ ਹੋ ਸਕੇ ਭਾਈਚਾਰਕ ਸਾਂਝ ਨਾਲ ਰਹਿਣਾ। ਤੋ ਇਹ ਜਿਹੜੀ ਹੈ। ਫਿਰ ਦੂਸਰੀ ਗੱਲ ਹੈ ਬਈ ਮੇਰੇ ਮਦਰ ਜਿਹੜੇ ਆ ਪੱਕੇ ਨਿਤਨੇਮੀ ਸਨ, ਫਾਦਰ ਵੀ, ਮਦਰ ਵੀ ਔਰ ਸਿਸਟਰਸ ਵੀ। ਅਤੇ ਇੱਕ ਖਾਸ ਗੱਲ ਇਹ ਹੈ ਕਿ ਮੇਰਾ ਇੱਕ ਛੋਟਾ ਭਾਈ ਹੈ ਜੋ ਜਿਹੜੀ ਮੈਂਟਲੀ ਡੈਫੀਸ਼ੀਐਂਸੀ ਹੁੰਦੀ ਨਾ, ਜਿਹੜੇ ਰਿਟਾਰਟਡ ਚਿਲਡਰਨ ਹੁੰਦੇ ਮੈਂਟਲੀ ਰਿਟਾਰਟਡ, ਉਹ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਸੀ। ਅਤੇ ਮੇਰੇ ਮਦਰ ਦਾ ਇੱਕ ਇਹ ਸ਼ੁਰੂ ਤੋਂ ਨੇਮ ਰਿਹਾ ਵੀ ਇੱਕ ਨਿਤਨੇਮ ਉਹ ਆਪਣਾ ਕਰਦੇ ਸਨ ਅਤੇ ਇੱਕ ਉਸ ਬੱਚੇ ਦਾ ਜਿਹੜਾ ਕਿ ਬੋਲ ਵੀ ਨਹੀਂ ਸੀ ਸਕਦਾ। ਸੋ ਮਦਰ ਮੇਰੇ 2 ਨਿਤਨੇਮ ਕਰਦੇ ਸਨ ਅਤੇ ਉਹਨਾਂ ਨੂੰ ਵੇਖ ਕੇ ਹੀ ਅਸੀਂ ਸਾਰੇ ਦੇ ਸਾਰੇ ਜਿਹੜੇ ਪਾਠ ਕਰਨ ਲੱਗ ਪਏ ਸਾਂ। ਤੋ ਇਸ ਤਰ੍ਹਾਂ ਜਿਹੜਾ ਅਕਾਲੀ ਮੋਰਚਿਆਂ ਵਿੱਚ ਹਿੱਸਾ ਲੈਣਾ ਅਤੇ ਘਰ ਦਾ ਮਾਹੌਲ ਜਿਹੜਾ ਹੈ ਧਾਰਮਿਕ ਹੋਣਾ, ਅਤੇ ਸਾਰੇ ਰਿਸ਼ਤੇਦਾਰ ਜਿਹੜੇ ਨੇ ਉਹ ਸਿੱਖੀ ਸਰੂਪ ਵਿੱਚ ਪੂਰੇ, ਔਰ ਬਹੁਤੇ ਜਿਹੜੇ ਸਾਡੇ ਘਰਾਂ ਵਿੱਚੋਂ ਨੇ ਉਹ ਸਾਰੇ ਖੰਡੇ ਦੀ ਪੌਲ ਲੈਣ ਵਾਲੇ ਪੌਲੀਏ ਸਨ, ਜਿਹਨਾਂ ਨੂੰ ਅੱਜ ਕੱਲ੍ਹ ਅੰਮ੍ਰਿਤਧਾਰੀ ਲਫ਼ਜ਼ ਵੀ ਵਰਤਦੇ ਆ। ਤੋ ਇਸ ਕਰਕੇ ਸਾਰਾ ਘਰ ਦਾ ਮਾਹੌਲ ਜਿਹੜਾ ਹੈ ਉਹ ਸਿੱਖੀ ਵਾਲਾ ਹੀ ਸੀ। ਡਾਕਟਰ ਜੀ, ਚੌਥਾ ਕੁਐਸਚਨ ਤੁਹਾਨੂੰ, ਜਿਸ ਤਰ੍ਹਾਂ ਇੰਨੇ ਪੜ੍ਹ ਲਿਖ ਕੇ ਲੋਕ ਪੈਸਾ ਕਮਾਉਣ ਦੇ ਵੱਲ ਹੀ ਤੁਰਦੇ ਆ, ਪਰ ਤੁਹਾਨੂੰ ਸਿੱਖ ਇਤਿਹਾਸ ਲਿਖਣ ਦਾ ਸ਼ੌਂਕ ਇਹ ਕਿਉਂ ਪਿਆ? ਬਹੁਤ ਅਹਿਮ ਸਵਾਲ ਹੈ ਮੇਰੀ ਜ਼ਿੰਦਗੀ ਦਾ। ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਮੈਂ ਲੈਕਚਰਰ ਲੱਗਾ ਹੋਇਆ ਸੀਗਾ, ਇੰਗਲਿਸ਼ ਪੜ੍ਹਾਉਂਦਾ ਸੀ ਕਾਲਜਿਸ ਵਿੱਚ, ਅਤੇ ਯੂਨੀਵਰਸਿਟੀ 'ਚ ਆ ਕੇ MA ਨੂੰ ਪੜ੍ਹਾਇਆ। ਤੋ ਇਸ ਦੌਰਾਨ ਇੱਕ ਘਟਨਾ ਹੋਈ। ਮੈਂ ਇਹ ਇੱਕ ਵਾਰੀ LLB ਕਰਕੇ ਅਤੇ 1 ਸਾਲ ਦੀ ਜਲੰਧਰ ਵਿੱਚ ਲੀਗਲ ਪ੍ਰੈਕਟਿਸ ਵੀ ਕੀਤੀ ਹੈ ਵਕੀਲ ਦੇ ਤੌਰ 'ਤੇ। ਮੇਰੇ ਨਾਲ ਬੜੇ ਵਧੀਆ ਦੋਸਤ ਹਨ, ਉਜਾਗਰ ਸਿੰਘ ਵਾਸੂ, ਸੁਰਿੰਦਰ ਸਿੰਘ ਕੋਹਲੀ, ਹਰਭਜਨ ਸਿੰਘ ਸੰਧੂ ਪ੍ਰਧਾਨ ਸੀਗੇ, ਅਤੇ ਇਸ ਤਰ੍ਹਾਂ ਕੰਦੋਲਾ ਜੀ ਸੀਗੇ, ਅਤੇ ਹੋਰ ਇਹ ਸਾਰੇ ਸਨ। ਇਹਨਾਂ ਵਿੱਚ ਇੱਕ ਹਿੰਦੂ ਦੋਸਤ ਵੀ ਸੀ, ਲਾਲਚੰਦ ਸੱਭਰਵਾਲ, ਜਿਹੜਾ ਕਿ MLA ਵੀ ਪਹਿਲਾਂ ਰਹਿ ਚੁੱਕਿਆ ਸੀਗਾ ਅਤੇ ਮੁੜ ਕੇ ਵੀ MLA ਬਣਿਆ। ਉਸ ਵੇਲੇ ਤੱਕ ਤਾਂ ਉਹ ਇੱਕ ਫਿਰਕਾ ਪ੍ਰਸਤ ਹਿੰਦੂ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਕਿਉਂਕਿ ਜੰਗ ਸੰਘ ਪਾਰਟੀ ਦਾ ਸੀ, ਜਿਹੜੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਹੈ। ਤੋ ਇੱਕ ਦਿਨ ਅਸੀਂ ਬਾਰ ਐਸੋਸੀਏਸ਼ਨ ਦੇ ਰੂਮ 'ਚ ਬੈਠੇ ਹਾਂ, ਚਾਹ 'ਤੇ ਗੱਪਾਂ ਮਾਰ ਰਹੇ ਹਾਂ, ਅਤੇ ਅਸੀਂ ਗੱਪਾਂ ਆਮ ਨਹੀਂ ਸੀ ਮਾਰਿਆ ਕਰਦੇ, ਸਾਡੀਆਂ ਕੋਈ ਨਾ ਕੋਈ ਜਿਹੜਾ ਫਿਲਾਸਫੀ ਦਾ, ਹਿਸਟਰੀ ਦਾ, ਪੋਲੀਟਿਕਸ ਦਾ ਡਿਸਕਸ਼ਨ ਦਾ ਟੌਪਿਕ ਹੋਇਆ ਕਰਦਾ ਸੀ, ਜੇ ਵਕਾਲਤ ਦਾ ਨਾ ਹੋਵੇ ਤਾਂ। ਤੋ ਇੱਕ ਦਿਨ ਗੱਲਾਂ ਕਰਦਿਆਂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਚੱਲੀ, ਅਤੇ ਲਾਲਚੰਦ ਸੱਭਰਵਾਲ ਹੋਰਾਂ ਨੇ ਕਿਹਾ ਛੱਡ ਯਾਰ, ਅਕਾਲੀਆਂ ਦਾ ਵੀ ਕੋਈ ਇਤਿਹਾਸ ਹੈ। ਤੋ ਇਹ ਗੱਲ ਜਿਹੜੀ ਮੈਨੂੰ ਚੁੱਭ ਗਈ। ਉਜਾਗਰ ਸਿੰਘ ਵਾਸੂ ਐਡਵੋਕੇਟ ਨੇ ਇਸ ਗੱਲ 'ਤੇ ਜਿਹੜਾ ਇਸ ਤਰ੍ਹਾਂ ਦਾ ਆਪਣਾ ਚਿਹਰੇ ਦਾ ਐਕਸਪ੍ਰੈਸ਼ਨ ਬਣਾਇਆ ਕਿ ਜਿਹਦਾ ਉਹਨੂੰ ਬਹੁਤ ਗੁੱਸਾ ਆਇਆ ਹੋਵੇ, ਅਤੇ ਉਸ ਤੋਂ ਮੇਰੇ ਮਨ ਵਿੱਚ ਲਗਨ ਆ ਗਈ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜ਼ਰੂਰ ਲਿਖਣਾ ਹੈ। ਇਹ ਗੱਲ 1974-75 ਦੀ ਹੈ। ਅਤੇ ਉਹਨਾਂ ਦਿਨਾਂ 'ਚ ਹੀ ਅਚਾਨਕ ਇੰਦਰਾ ਗਾਂਧੀ ਨੇ ਇੰਟਰਨਲ ਐਮਰਜੈਂਸੀ ਲਾ ਦਿੱਤੀ। ਤੋ ਮੈਂ ਉਸ ਘਟਨਾ ਨੂੰ ਮਨ ਵਿੱਚ ਵਸਾ ਲਿਆ ਅਤੇ ਅੰਮ੍ਰਿਤਸਰ ਚਲਾ ਗਿਆ। ਅੰਮ੍ਰਿਤਸਰ 'ਚ ਸਿੱਖ ਰੈਫਰੈਂਸ ਲਾਇਬ੍ਰੇਰੀ ਅਜੇ ਤੱਕ ਕਾਇਮ ਸੀ, ਜਿਹੜੀ 84 ਵਿੱਚ ਕਹਿੰਦੇ ਤਾਂ ਨੇ ਸਾੜ ਦਿੱਤੀ ਹੈ, ਸੜ ਗਈ, ਅਤੇ ਐਕਚੁਅਲੀ ਚੁੱਕ ਕੇ ਲੈ ਗਈ ਸੀ ਭਾਰਤੀ ਫੌਜ। ਉਸ ਲਾਇਬ੍ਰੇਰੀ ਵਿੱਚ ਮੈਂ ਬੈਠਣਾ ਸ਼ੁਰੂ ਕੀਤਾ, ਜਾ ਕੇ ਕੰਸਲਟ ਕੀਤਾ। ਕਾਪੀ ਮੈਂ ਆਪਣੇ ਨਾਲ ਲੈ ਗਿਆ ਸਾਂ, ਮੈਨੂੰ ਅੱਜ ਵੀ ਯਾਦ ਹੈ, ਉਦੋਂ ਇੱਕ ਰਫ ਕਾਪੀਆਂ ਹੁੰਦੀਆਂ ਸੀ, ਅਤੇ ਕਿਉਂਕਿ ਮੈਂ ਅਫੋਰਡ ਨਹੀਂ ਸੀ ਕਰ ਸਕਦਾ ਖਰਚਾ, ਤਾਂ ਮੈਂ ਰਫ ਕਾਪੀ ਲੈ ਗਿਆ ਅਤੇ ਉੱਥੋਂ ਪੁਰਾਣੀਆਂ ਅਖਬਾਰਾਂ ਅਤੇ ਰਸਾਲੇ ਅਤੇ ਉਹਨਾਂ ਦੀ ਮੈਂ ਨੰਬਰ ਨੋਟ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ 1800 ਕੁਝ ਸਨ ਦੀਆਂ 86-87 ਦਾ ਮੈਨੂੰ ਯਾਦ ਹੈ, ਗੁਰਮੁਖੀ ਅਖਬਾਰ ਹੁੰਦੀ ਸੀ 86 ਦੀ, ਉਹ ਇੱਕ ਪਈ ਵੇਖੀ ਸੀ, ਅਤੇ ਉਸ ਤੋਂ ਬਾਅਦ 1947 ਤੱਕ ਦੀਆਂ ਅਤੇ ਬਾਅਦ ਦੀਆਂ ਅਖਬਾਰਾਂ ਵੀ ਸਨ। ਉਹ ਅਖਬਾਰਾਂ ਜਿਨ੍ਹਾਂ ਦਾ ਲੋਕਾਂ ਨੂੰ ਅੱਜ ਨਾਮ ਹੀ ਯਾਦ ਨਾ ਹੋਵੇ, ਜਿੱਦਾਂ ਪੰਜਾਬ ਦਰਪਣ ਸੀ, ਬੱਬਰ ਸ਼ੇਰ ਸੀ, ਅਕਾਲੀ ਅਖਬਾਰ ਸੀ, ਅਕਾਲੀ ਤੇ ਪਰਦੇਸੀ ਸੀ, ਪਰਦੇਸੀ ਖਾਲਸਾ ਸੀ, ਸੱਚਾ ਢਿੰਡੋਰਾ ਸੀ, ਇਹ ਸਾਰੀਆਂ ਸੰਗਤ ਅਖਬਾਰ ਸੀ ਜਿਹੜੀ ਸਰਦੂਲ ਸਿੰਘ ਕਵੀਸ਼ਰ ਕੱਢਿਆ ਕਰਦੇ ਸਨ, ਤੇਜਾ ਸਿੰਘ ਭੁੱਚਰ ਦੀ ਅਖਬਾਰ ਸੀ। ਇਹ ਸਾਰੀਆਂ ਅਖਬਾਰਾਂ ਤੋਂ ਇਲਾਵਾ ਇੱਕ ਸਿੱਖ ਸਿਪਾਹੀ ਅਖਬਾਰ ਸੀ ਜਿਹੜੀ ਕਿ ਭਾਈ ਤਖਤ ਸਿੰਘ ਫਿਰੋਜ਼ਪੁਰ ਤੋਂ ਕੱਢਦੇ ਰਹੇ ਸਨ, ਗਿਆਨੀ ਦਿੱਤ ਸਿੰਘ ਲਾਇਬ੍ਰੇਰੀ 'ਚ ਵੀ ਮੈਂ ਮੁੜ ਕੇ ਜਾ ਕੇ ਦੇਖਿਆ। ਤੋ ਇਹ ਸਾਰਾ ਕੁਝ ਜਿਹੜਾ ਮੈਂ ਆ ਕੇ ਅਤੇ ਵੇਖ ਕੇ ਅਤੇ ਨਾਲ ਨੋਟ ਕਰਨਾ ਸ਼ੁਰੂ ਕਰ ਦਿੱਤਾ, ਅਤੇ ਨਾਲ ਹੀ ਫਿਰ ਮੈਂ ਤਕਰੀਬਨ ਉਹਨਾਂ ਦਿਨਾਂ 'ਚ ਮੈਨੂੰ ਅੱਜ ਵੀ ਯਾਦ ਹੈ ਗੁਰੂ ਨਾਨਕ ਨਿਵਾਸ ਤਾਜ਼ਾ ਬਣਿਆ ਸੀ,
ਸਰਦਾਰ ਭਾਨ ਸਿੰਘ ਉਹਨਾਂ ਦਿਨਾਂ 'ਚ ਉੱਥੇ ਆਏ ਸਨ, ਅਤੇ ਮੈਂ ਉਹਨਾਂ ਨੂੰ ਕਹਿ ਕੇ ਇੱਕ ਕਮਰਾ ਨੰਬਰ 10 ਜਿਹੜਾ ਨੁੱਕਰ ਦਾ ਸੀਗਾ ਉਹ ਬੁੱਕ ਕਰਾ ਲਿਆ। ਉਸ ਕਮਰੇ 'ਚ ਮੈਂ ਕਾਫੀ ਦੇਰ, ਕਈ ਹਫ਼ਤੇ ਰਹਿੰਦਾ ਰਿਹਾ, ਅਤੇ ਰੋਜ਼ ਸਿੱਖ ਰੈਫਰੈਂਸ ਲਾਇਬ੍ਰੇਰੀ ਚੱਲ ਜਾਣਾ। ਜਿਸ ਵੇਲੇ ਲਾਇਬ੍ਰੇਰੀ ਖੁੱਲ੍ਹਦੀ ਸੀ ਅਤੇ ਮੈਂ ਗੇਟ 'ਤੇ ਖੜ੍ਹਾ ਹੁੰਦਾ ਸੀ, ਅਤੇ ਜਦੋਂ ਬੰਦ ਉਹਨਾਂ ਨੇ ਕਰਨੀ ਹੁੰਦੀ ਸੀ ਤੇ ਮੈਨੂੰ ਕਹਿੰਦੇ ਸਨ ਹੁਣ ਬਈ ਲਾਇਬ੍ਰੇਰੀ ਬੰਦ ਕਰਨ ਦਾ ਟਾਈਮ ਹੋ ਗਿਆ ਅਤੇ ਪਲੀਜ਼ ਸਵੇਰੇ ਆ ਜਾਇਓ। ਕਈ ਵਾਰੀ ਮੇਰੇ ਨਾਲ ਇੰਨਾ ਉਹ ਕੋਆਪਰੇਟ ਕਰਦੇ ਹੁੰਦੇ ਸਨ ਕਿ ਮੈਨੂੰ ਕਹਿੰਦੇ ਹੁੰਦੇ ਸਨ ਕਿ ਕੋਈ ਨਹੀਂ, ਤੁਸੀਂ ਬੈਠੇ ਰਹੋ ਅਤੇ ਆਪਾਂ ਬੈਠ ਕੇ ਨਾਲੇ ਚਾਹ ਪੀਂਦੇ ਹਾਂ ਅਤੇ ਤੁਸੀਂ ਆਪਣਾ ਕੰਮ ਕਰੀ ਚਲੋ। ਅਤੇ ਕਈ ਵਾਰੀ 1-2 ਘੰਟਾ ਬਾਅਦ ਵਿੱਚ ਹੀ ਉਹ ਬੈਠੇ ਰਿਹਾ ਕਰਦੇ ਸਨ। ਤੋ ਇਸ ਤਰ੍ਹਾਂ ਉਸ ਲਾਇਬ੍ਰੇਰੀ ਵਿੱਚ ਬੈਠ ਕੇ ਮੈਂ ਕੰਮ ਕੀਤਾ। ਤੋ ਇਸ ਗੱਲ ਨੇ ਮੈਨੂੰ ਮੇਰੇ ਮਨ 'ਚ ਸ਼ੌਕ ਪੈਦਾ ਕੀਤਾ ਅਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ। ਤੋ ਇਹ ਜਿਹੜਾ ਮੈਂ 74-75 ਦਾ ਕੰਮ ਸ਼ੁਰੂ ਕੀਤਾ, 77 ਦੇ ਅਖੀਰ ਤੱਕ ਇਹ ਕੰਮ ਮੁੱਕ ਚੁੱਕਾ ਸੀ। ਅਤੇ 1978 ਦੀ ਵਿਸਾਖੀ ਦੇ ਆਲੇ ਦੁਆਲੇ ਅਪ੍ਰੈਲ ਮਈ ਗਰਮੀਆਂ ਤੋਂ ਪਹਿਲਾਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੰਪਲੀਟ ਹੋ ਗਿਆ ਸੀ। ਅਤੇ ਇਸ ਨੂੰ ਮੈਂ ਇਹ ਵੀ ਦਿਲਚਸਪ ਗੱਲ ਹੈ ਕਿ ਇੱਕਦਮ ਨਹੀਂ ਛਾਪ ਸਕਿਆ, ਕਿਉਂਕਿ ਮੇਰੇ ਕੋਲ ਪਬਲਿਸ਼ਰ ਕੋਈ ਨਹੀਂ ਸੀ ਅਤੇ ਪਬਲਿਸ਼ਰ ਨਵੇਂ ਲੇਖਕ ਦੀ ਕਿਤਾਬ ਨਹੀਂ ਛਾਪਿਆ ਕਰਦੇ। ਉਹਨਾਂ ਨੇ ਸੋਚਣਾ ਹੁੰਦਾ ਵੀ ਇਹਦੇ 'ਚੋਂ ਮੁਨਾਫਾ ਕਿੰਨਾ ਹੋਵੇਗਾ, ਕਿੰਨੀ ਕਿਤਾਬ ਸਾਡੀ ਵਿਕੇਗੀ। ਤੋ ਇਹ ਸੋਚ ਕੇ ਕਿ ਕਿਸੇ ਨਹੀਂ ਛਾਪਣੀ, ਮੈਂ 16-16, 32-32, 64-64 ਸਫ਼ੇ ਛਾਪਦਾ ਰਿਹਾ। 300 ਤੇ ਕੁਝ ਸਫ਼ੇ ਸਨ, ਮੇਰੇ ਖਿਆਲ 312 ਸਫ਼ੇ ਸੀ ਇਸ ਕਿਤਾਬ ਦੇ। ਮੈਂ ਇਸ ਨੂੰ ਕਈ ਮਹੀਨਿਆਂ ਵਿੱਚ ਥੋੜ੍ਹੇ ਪੈਸੇ ਇਕੱਠੇ ਕਰਕੇ ਅਤੇ ਛਾਪਿਆ, ਅਤੇ ਜੂਨ 1978 ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਛਪਿਆ। ਔਰ ਇਹ ਵੀ ਇਸ ਕਿਤਾਬ ਦੇ ਛਪਣ ਤੋਂ ਬਾਅਦ ਸਾਰੇ ਪਾਸੇ ਇਸ ਕਿਤਾਬ ਦਾ ਬਹੁਤ ਚਰਚਾ ਹੋਇਆ। ਖਾਸ ਕਰਕੇ ਕੌਮੀ ਏਕਤਾ ਅਖਬਾਰ ਹੁੰਦੀ ਸੀ ਜਿਹੜੀ ਕਿ ਰਜਿੰਦਰ ਸਿੰਘ ਭਾਟੀਆ ਦਿੱਲੀ ਤੋਂ ਕਰਦੇ ਸੀ। ਉਹਨਾਂ ਨੇ, ਰਜਿੰਦਰ ਸਿੰਘ ਭਾਟੀਆ ਨੇ ਮੈਨੂੰ ਚਿੱਠੀ ਲਿਖੀ, ਗੁਰਚਰਨ ਸਿੰਘ ਟੌਹੜਾ ਨੇ ਚਿੱਠੀ ਲਿਖੀ, ਕਿਉਂਕਿ ਮੈਂ ਇਹਦਾ ਮੁਖਬੰਦ ਹਰਚੰਦ ਸਿੰਘ ਲੌਂਗੋਵਾਲ ਕੋਲ ਲਿਖਵਾਇਆ ਸੀ ਅਤੇ ਇਸ ਕਰਕੇ ਹੋਰ ਵੀ ਬਹੁਤ ਸਾਰੇ ਲੋਕ ਮੇਰੇ ਸਰਕਲ ਵਿੱਚ ਆਏ ਅਤੇ ਇਸ ਕਿਤਾਬ ਦਾ ਜਿਹੜਾ ਕਿ ਬਹੁਤ ਚਰਚਾ ਚੱਲਿਆ। ਇੱਥੋਂ ਮੈਂ ਫਿਰ ਅੱਗੋਂ ਹੋਰ ਇਤਿਹਾਸ ਲਿਖਣ ਵਾਸਤੇ ਮੇਰੇ ਮਨ ਵਿੱਚ ਪ੍ਰੇਰਨਾ ਆਈ। ਹਾਂਜੀ ਡਾਕਟਰ ਜੀ, 5ਵਾਂ ਸਵਾਲ ਹੈ, ਜਿਸ ਤਰ੍ਹਾਂ ਇਤਿਹਾਸ ਲਿਖਣ ਵਾਸਤੇ ਤੁਹਾਨੂੰ ਕਿੱਥੇ ਜਾਣਾ ਪਿਆ, ਕਿਉਂਕਿ ਉਸ ਵੇਲੇ ਸਾਧਨ ਵੀ ਬਹੁਤ ਘੱਟ ਸੀਗੇ, ਤੁਸੀਂ ਕਿਸ ਤਰ੍ਹਾਂ ਅਰੇਂਜ ਕੀਤਾ ਜੀ? ਇਸ ਤਰ੍ਹਾਂ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਜ਼ਿਕਰ ਕਰਕੇ ਹਟਿਆ ਕਿ ਅਕਾਲੀ ਦਲ ਦਾ ਇਤਿਹਾਸ ਲਿਖਣ ਵਾਸਤੇ ਸਮੱਗਰੀ ਜਿਹੜੀ ਹੈ ਬਹੁਤ ਘੱਟ ਥਾਵਾਂ 'ਤੇ ਸੀ। ਮੈਨੂੰ ਜਦੋਂ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਗਿਆ ਮੈਨੂੰ ਕਾਫੀ ਕੁਝ ਨਜ਼ਰ ਆਇਆ। ਹੇਠਾਂ ਉਹਨਾਂ ਦੇ ਇੱਕ ਸਟੋਰ ਸੀਗਾ, ਇੱਕ ਉੱਪਰ ਸਟੋਰ ਸੀ, ਸਾਰੇ ਅਖਬਾਰਾਂ ਨਾਲ ਭਰੇ ਪਏ ਸਨ, ਕਿਤਾਬਾਂ ਵੀ ਹਜ਼ਾਰਾਂ ਕਿਤਾਬਾਂ ਸਨ ਅਤੇ ਮੈਂ ਲਿਸਟ ਤਾਂ ਬਣਾ ਲਈ ਸੀ। ਪਰ ਵਿੱਚੋਂ ਕਈ ਵਾਰੀ ਕਿਤਾਬਾਂ ਵਿੱਚ ਰੈਫਰੈਂਸ ਆਉਂਦਾ ਸੀ ਕਿ ਫਲਾਣੀ ਕਿਤਾਬ ਵਿੱਚ ਇਹ ਗੱਲ ਲਿਖੀ ਹੋਈ ਹੈ। ਉਹ ਹਵਾਲੇ ਜਦੋਂ ਮਿਲਦੇ ਸੀ ਨਾ, ਅਤੇ ਮੈਂ ਕਿਤਾਬ ਲੱਭਣ ਵਾਸਤੇ ਚੰਡੀਗੜ੍ਹ ਆਇਆ, ਪੰਜਾਬ ਯੂਨੀਵਰਸਿਟੀ 'ਚ ਤਾਂ ਮੈਂ ਪੜ੍ਹਦਾ ਹੀ ਰਿਹਾ ਸਾਂ। ਚੰਡੀਗੜ੍ਹ ਆ ਕੇ ਯੂਨੀਵਰਸਿਟੀ 'ਚੋਂ ਮੈਨੂੰ ਕੁਝ ਕਿਤਾਬਾਂ ਮਿਲੀਆਂ ਅਤੇ ਇਸ ਤੋਂ ਬਾਅਦ ਫਿਰ ਉਹਨਾਂ ਵਿੱਚੋਂ ਕੁਝ ਹੋਰ ਰੈਫਰੈਂਸ ਲੱਭੇ ਅਤੇ ਮੈਂ ਕਲਕੱਤੇ ਗਿਆ ਨੈਸ਼ਨਲ ਲਾਇਬ੍ਰੇਰੀ ਇੰਡੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ। ਉਸ ਲਾਇਬ੍ਰੇਰੀ ਦੇ ਵਿੱਚ ਜਾ ਕੇ ਅਤੇ ਮੈਂ ਕੁਝ ਕਿਤਾਬਾਂ ਕੰਸਲਟ ਕੀਤੀਆਂ। ਉਦੋਂ ਉਹ ਕਿਤਾਬਾਂ ਕਾਇਮ ਸਨ, ਪਰ ਦੁਬਾਰਾ ਜਦੋਂ ਮੈਂ ਗਿਆ ਉਸ ਤੋਂ 20 ਸਾਲ ਬਾਅਦ ਅਤੇ ਉਹਦੇ 'ਚ ਉਹ ਕਿਤਾਬਾਂ ਜਾਂ ਅਖਬਾਰਾਂ ਗਾਇਬ ਨਜ਼ਰ ਆਈਆਂ। ਫਿਰ ਮੈਂ ਪਟਿਆਲੇ ਗਿਆ। ਪਟਿਆਲੇ ਵਿੱਚ ਸਟੇਟ ਆਰਕਾਈਵਜ਼ ਅਤੇ ਭਾਸ਼ਾ ਵਿਭਾਗ ਵਾਲਿਆਂ ਕੋਲ ਵੀ ਬੜਾ ਕੁਛ ਸੀ। ਸਟੇਟ ਆਰਕਾਈਵਜ਼ ਵਿੱਚ ਤਾਂ ਉਹਨਾਂ ਦੇ ਜਿਹੜੇ ਰਿਕਾਰਡ ਨੇ ਬਹੁਤ ਜ਼ਿਆਦਾ ਨੇ। ਫਿਰ ਮੈਨੂੰ ਇੱਕ ਹੋਰ ਸੋਮਾ ਪਤਾ ਲੱਗਿਆ, ਦਿੱਲੀ ਵਿੱਚ ਜਨਪਥ ਰੋਡ 'ਤੇ ਨੈਸ਼ਨਲ ਆਰਕਾਈਵਜ਼ ਹੈਗੇ ਆ। ਨੈਸ਼ਨਲ ਆਰਕਾਈਵਜ਼ ਵਿੱਚ ਲੱਖਾਂ ਕਰੋੜਾਂ ਫਾਈਲਾਂ ਪਈਆਂ ਨੇ, ਜਿਹਦੇ 'ਚੋਂ ਸਿੱਖ ਹਿਸਟਰੀ ਨਾਲ ਵੀ ਕੰਸਰਨ ਨੇ, ਸਾਰੀ ਹਿਸਟਰੀ ਨਾਲ ਕੰਸਰਨ ਨੇ। ਅੰਗਰੇਜ਼ਾਂ ਨੇ ਆ ਕੇ ਇਸ ਨੂੰ ਕਾਇਮ ਕੀਤਾ ਸੀ ਅਤੇ ਉਦੋਂ ਦਾ ਉਹਦੇ 'ਚ ਬੜਾ ਕੁਝ ਖਜ਼ਾਨਾ ਪਿਆ ਹੋਇਆ ਸੀ। ਉਹ ਸਾਰੇ ਕੁਛ ਨੂੰ ਮੈਂ ਫਰੋਲਦਾ ਰਿਹਾ ਅਤੇ ਕਾਫੀ ਕੁਛ ਲੱਭਿਆ। ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੁਝ ਖਜ਼ਾਨਾ ਜਿਹੜਾ ਹੈ ਲੰਡਨ ਵਿੱਚ ਪਿਆ ਹੈ। ਲੰਡਨ ਵਿੱਚ ਉਦੋਂ ਇੰਡੀਆ ਆਫਿਸ ਰਿਕਾਰਡਸ ਸ਼ਾਇਦ 179 ਕਿ 197 ਨੰਬਰ ਬਿਲਡਿੰਗ ਬਲੈਕ ਫਰਾਇਰ ਰੋਡ 'ਤੇ ਸੀ, ਔਰ ਉਹਦੇ 'ਚ ਮੈਨੂੰ ਪਤਾ ਵੀ ਇੰਡੀਆ ਆਫਿਸ ਰਿਕਾਰਡਸ ਵਿੱਚ ਬਹੁਤ ਖਜ਼ਾਨਾ ਪਿਆ। ਤੋ ਫਿਰ ਮੈਂ 1983 ਵਿੱਚ ਲੰਡਨ ਆਇਆ। ਲੰਡਨ ਆ ਕੇ ਮੈਂ 6 ਮਹੀਨੇ ਉਸ ਲਾਇਬ੍ਰੇਰੀ 'ਚ ਕੀਤਾ ਕੰਮ। ਉਹਦਾ ਨਾਂ ਅੱਜ ਕੱਲ੍ਹ ਸ਼ਾਇਦ ਕਾਮਨਵੈਲਥ ਸੈਕਸ਼ਨ ਆਫ ਬ੍ਰਿਟਿਸ਼ ਲਾਇਬ੍ਰੇਰੀ ਇੱਦਾਂ ਹੈ। ਉੱਥੇ ਆ ਕੇ ਮੈਂ ਵੇਖਿਆ ਅਤੇ ਮੈਂ ਬਹੁਤ ਹੈਰਾਨ ਹੋ ਗਿਆ ਬਈ ਕਰੋੜਾਂ ਫਾਈਲਾਂ ਜਿਹੜੀਆਂ ਨੇ ਉਹ ਇਸ ਹਿਸਟਰੀ ਦੀਆਂ ਉੱਥੇ ਪਈਆਂ ਨੇ, ਗੌਰਮੈਂਟ ਦੇ ਰਿਕਾਰਡ ਪਏ ਆ। ਹੋਰ ਤਾਂ ਹੋਰ ਮੈਨੂੰ ਉਹ ਪੁਰਾਣੀਆਂ ਚੀਜ਼ਾਂ ਲੱਭੀਆਂ ਜਿਹੜੀਆਂ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਮਹਾਰਾਜਾ ਪਟਿਆਲਾ ਦੀਆਂ ਚਿੱਠੀਆਂ ਉਹਦੇ 'ਚ ਪਈਆਂ ਸਨ। ਇਸ ਤੋਂ ਇਲਾਵਾ ਇੱਕ ਉੱਥੇ ਲੰਡਨ ਵਿੱਚ ਇੱਕ ਹੋਰ ਰਿਕਾਰਡ ਆਫਿਸ ਹੈ ਕਿਊ ਗਾਰਡਨ, ਉਹਦੇ ਵਿੱਚ ਵੀ ਪਬਲਿਕ ਰਿਕਾਰਡ ਪਏ ਆ। ਉਹਦੇ 'ਚ ਚਿੱਠੀਆਂ ਬੜੀਆਂ ਪਈਆਂ, ਮਾਸਟਰ ਤਾਰਾ ਸਿੰਘ ਦੀਆਂ ਚਿੱਠੀਆਂ ਪਈਆਂ, ਮਹਾਰਾਜੇ ਪਟਿਆਲੇ ਦੀਆਂ ਚਿੱਠੀਆਂ ਪਈਆਂ ਨੇ,
ਲਾਲਾ ਲਾਜਪਤ ਰਾਏ ਦੀਆਂ ਚਿੱਠੀਆਂ ਪਈਆਂ ਨੇ, ਬਹੁਤ ਕੀਮਤੀ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਪਈਆਂ ਨੇ। ਤੋ ਇਹ ਸਾਰੀਆਂ ਥਾਵਾਂ 'ਤੇ ਮੈਂ ਚੱਕਰ ਲਾਏ ਨੇ। ਹਾਂ, ਮੈਨੂੰ 2 ਗੱਲਾਂ ਹੋਰ ਵੀ ਯਾਦ ਆ ਗਈਆਂ, 2 ਲਾਇਬ੍ਰੇਰੀਆਂ ਹੋਰ ਵੀ ਸਨ। ਇੱਕ ਲਾਇਬ੍ਰੇਰੀ ਬੜੀ ਕੀਮਤੀ ਸੀ ਜਿਹੜੀ ਕਿ ਗਾਇਬ ਹੋ ਚੁੱਕੀ ਹੁਣ, ਉਹ ਸੀਗੀ ਭਾਈ ਤਖਤ ਸਿੰਘ ਦੀ ਲਾਇਬ੍ਰੇਰੀ ਕੰਨਿਆ ਪਾਠਸ਼ਾਲਾ ਫਿਰੋਜ਼ਪੁਰ ਵਿੱਚ, ਜਿਹਨੂੰ ਉਹਨਾਂ ਨੇ ਗਿਆਨੀ ਦਿੱਤ ਸਿੰਘ ਦੀ ਚੜ੍ਹਾਈ ਕਰਨ ਤੋਂ ਬਾਅਦ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਨਾਂ ਦੇ ਦਿੱਤਾ ਸੀ। ਇੱਥੇ ਕੁਝ ਅੰਗਰੇਜ਼ ਵੀ ਆ ਕੇ ਕੰਮ ਕਰਦੇ ਰਹੇ ਸਨ, ਜਿਹੜੇ ਕਿ ਇਹਦੇ 'ਚੋਂ ਫਿਰ ਕਿਤਾਬਾਂ ਚੋਰੀ ਕਰਕੇ ਲਿਜਾਂਦੇ ਰਹੇ, ਕਿਉਂਕਿ ਉਹਨਾਂ ਨੇ ਅੰਗਰੇਜ਼ਾਂ 'ਤੇ ਸਮਝਿਆ, ਇਤਬਾਰ ਕੀਤਾ ਵੀ ਬੰਦੇ ਭਲੇ ਮਾਨਸ ਨੇ ਤੇ ਕੰਮ ਕਰਕੇ ਤੇ ਇੱਥੋਂ ਨੋਟ ਕਰਕੇ ਲੈ ਜਾਣਗੇ ਮਟੀਰੀਅਲ, ਤੇ ਕਾਫੀ ਕੁਝ ਜਿਹੜਾ ਇੱਥੋਂ ਚੋਰੀ ਵੀ ਹੋ ਗਿਆ, ਜਿਹੜਾ ਕਿ ਅਮਰੀਕਾ ਵਿੱਚ ਚਲਾ ਗਿਆ। ਉਸ ਤੋਂ ਬਾਅਦ ਵਿਕਦਾ ਵੀ ਰਿਹਾ ਤੇ ਸ਼ਾਇਦ ਅਜੇ ਵੀ ਵਿਕਦਾ ਹੋਵੇ। ਇਸ ਤਰ੍ਹਾਂ ਉਸ ਲਾਇਬ੍ਰੇਰੀ ਵਿੱਚ ਵੀ ਬੜਾ ਕੁਝ ਸੀ। ਇੱਕ ਲਾਇਬ੍ਰੇਰੀ ਭਾਈ ਮੋਹਨ ਸਿੰਘ ਵੈਦ ਦੀ ਸੀ। ਭਾਈ ਮੋਹਨ ਸਿੰਘ ਵੈਦ ਦੀ ਲਾਇਬ੍ਰੇਰੀ ਵਿੱਚ ਵੀ ਬੜਾ ਮੈਟੀਰੀਅਲ ਸੀ, ਜਿਹੜੀ ਕਿ ਹੁਣ ਉਹ ਭਾਈ ਤਖਤ ਸਿੰਘ ਲਾਇਬ੍ਰੇਰੀ ਤੇ ਭਾਈ ਮੋਹਨ ਸਿੰਘ ਵੈਦ ਦੀ ਲਾਇਬ੍ਰੇਰੀ ਦੋਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾਕਟਰ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਵਿੱਚ ਪਈਆਂ। ਉੱਥੇ ਮੈਂ ਕਿ 15-20 ਲਾਇਬ੍ਰੇਰੀਆਂ ਹੈਗੀਆਂ ਨੇ ਮੌਜੂਦ, ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰਾ ਕੀਮਤੀ ਮੈਟੀਰੀਅਲ ਮਿਲਦਾ ਹੈ, ਔਰ ਮੈਂ ਲਿਆ ਵੀ ਹੈ, ਯਕੀਨਨ ਮੈਂ ਉਹਦੇ 'ਚੋਂ ਬੜਾ ਮੈਟੀਰੀਅਲ ਲਿਆ ਹੈ। ਤੋ ਇਸ ਤੋਂ ਇਲਾਵਾ, ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਮੈਂ ਜਿੱਥੇ ਵੀ ਜਾਂਦਾ ਸੀ ਮੈਨੂੰ ਇੱਕ ਹੋਰ ਯਾਦ ਆ ਗਿਆ। ਫਿਰੋਜ਼ਪੁਰ ਵਿੱਚ ਇੱਕ ਦੁਕਾਨ ਸੀ, ਸ਼ਾਇਦ ਇੰਗਲਿਸ਼ ਬੁੱਕ ਡਿਪੋ ਦਾ ਨਾਂ ਸੀ, ਅੰਗਰੇਜ਼ਾਂ ਦੇ ਵੇਲੇ ਦੀ ਬਣੀ। ਉਸ ਦੁਕਾਨ ਦੇ ਵਿੱਚੋਂ ਵੀ ਉਹਨਾਂ ਨੇ ਪੁਰਾਣੀਆਂ ਕਿਤਾਬਾਂ ਜਿਹੜੀਆਂ ਸੀ, ਉਦੋਂ 50 ਪੈਸੇ 1 ਰੁਪਈਏ ਦੇ ਹਿਸਾਬ ਨਾਲ ਹੁੰਦੇ ਸੀ ਰੇਟ, ਉਹਨਾਂ ਨੇ ਬਾਹਰ ਸੁੱਟੀਆਂ ਹੋਈਆਂ ਸੀ ਬਈ ਇਹ ਰੱਦੀ ਦੇ ਤੌਰ 'ਤੇ ਵੇਚਣੀਆਂ। ਅਤੇ ਮੈਂ ਲੰਘਿਆ ਅਤੇ ਉਹਦੇ ਵਿੱਚੋਂ ਮੈਨੂੰ ਬੜੀਆਂ ਕੀਮਤੀ ਕਿਤਾਬਾਂ ਜਿਹੜੀਆਂ ਲੱਭੀਆਂ ਅਤੇ ਮੇਰੀ ਲਾਇਬ੍ਰੇਰੀ ਦਾ ਹਿੱਸਾ ਸਨ। ਫਿਰ ਮੈਂ ਜਿੱਥੇ ਵੀ ਜਾਂਦਾ ਸੀ, ਮੈਂ ਰੱਦੀ ਦੀਆਂ ਜਿੱਥੇ ਨਜ਼ਰ ਆਵੇ ਮੈਂ ਰੱਦੀ ਫਰੋਲਦਾ ਹੁੰਦਾ ਸੀਗਾ, ਉਹਦੇ 'ਚੋਂ ਮੈਂ ਕਿਤਾਬਾਂ ਲੱਭਦਾ ਹੁੰਦਾ ਸੀ। 1980 'ਚ ਮੈਂ ਪਾਕਿਸਤਾਨ ਗਿਆ ਅਤੇ ਨਨਕਾਣਾ ਸਾਹਿਬ ਅਤੇ ਲਾਹੌਰ ਵਿੱਚ ਲੋਕ ਛੋਟੇ ਛਾਬੜੀ ਲਾ ਲੈਂਦੇ ਸਨ, ਜਾਂ ਚਾਦਰ ਵਿਛਾ ਕੇ ਉੱਤੇ ਕਿਤਾਬਾਂ ਰੱਖੀਆਂ ਹੁੰਦੀਆਂ ਸਨ, ਜਿਹੜੀਆਂ ਕਿ ਖਾਲਸਾ ਸਕੂਲਾਂ, ਖਾਲਸਾ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚੋਂ ਉਹ ਜਦੋਂ 47 ਤੋਂ ਬਾਅਦ ਉਹਨਾਂ ਨੇ ਲੋਕਾਂ ਨੇ ਲੁੱਟੀਆਂ ਨੇ, ਉਹਨਾਂ ਵਿੱਚੋਂ ਕੁਛ ਉੱਥੇ ਵੇਚਦੇ ਹੁੰਦੇ ਸਨ। ਅਤੇ ਉਹ ਮੈਂ ਕਿਤਾਬਾਂ ਵੀ ਕਾਫੀ 1980 ਵਿੱਚ ਖਰੀਦ ਕੇ ਲਿਆਇਆ। ਤੋ ਇਸ ਤਰ੍ਹਾਂ ਮੇਰੇ ਕੋਲ 2-3 ਹਜ਼ਾਰ ਕਿਤਾਬ ਇਕੱਠੀ ਹੋ ਗਈ, ਹੋਰ ਬੜੇ ਰਿਕਾਰਡ ਸਨ। ਅਤੇ ਜਦੋਂ ਮੈਂ 2008 ਵਿੱਚ ਇੱਧਰ ਆਇਆ ਤਾਂ ਮੈਂ ਸਾਰੀ ਲਾਇਬ੍ਰੇਰੀ ਹੈ ਮੁਹਾਲੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਨੂੰ ਅਜੀਤਗੜ੍ਹ ਹੁਣ ਕਹਿਣ ਲੱਗ ਪਏ ਨੇ, ਉੱਥੇ 6 ਫੇਸ ਦੇ ਗੁਰਦੁਆਰੇ ਨੂੰ ਆਪਣੀ ਸਾਰੀ ਲਾਇਬ੍ਰੇਰੀ ਜਿਹੜੀ ਹੈ ਭੇਟਾ ਕਰਕੇ ਆ ਗਿਆ। ਤੋ ਇਹਦੇ ਕੁਝ ਕਿਤਾਬਾਂ ਜਿਹੜੀਆਂ ਰੇਅਰ ਬੁੱਕਸ ਹਨ ਮੇਰੇ ਕੋਲ ਅਜੇ ਵੀ ਪਈਆਂ ਨੇ। ਹਾਂ, ਮੈਨੂੰ ਇੱਕ ਯਾਦ ਹੈ ਕਿ ਡਾਕਟਰ ਮਦਨਜੀਤ ਕੌਰ, ਜਿਹੜੇ ਕਿ ਗੁਰੂ ਨਾਨਕ ਯੂਨੀਵਰਸਿਟੀ 'ਚ 6th ਚੇਅਰ ਦੇ ਹੈਡ ਸਨ, ਉਹਨਾਂ ਨੇ ਵੀ ਮੈਨੂੰ ਕੁਝ ਕਿਤਾਬਾਂ ਦਿੱਤੀਆਂ। ਡਾਕਟਰ ਕੁਲਵਿੰਦਰ ਸਿੰਘ ਬਾਜਵਾ, ਜਿਹੜੇ ਪੰਜਾਬ ਹਿਸਟੋਰੀਕਲ ਸਟੱਡੀਜ਼ ਦੇ ਪੰਜਾਬੀ ਯੂਨੀਵਰਸਿਟੀ 'ਚ ਮੁਖੀ ਰਹੇ ਨੇ, ਉਹਨਾਂ ਕੋਲ ਵੀ ਕੁਝ ਕਿਤਾਬਾਂ ਸਨ। ਤੋ ਇਸ ਤਰ੍ਹਾਂ ਪ੍ਰੋਫੈਸਰ ਬੰਸ ਸਿੰਘ, ਡਾਕਟਰ ਗੰਡਾ ਸਿੰਘ ਦੀ ਲਾਇਬ੍ਰੇਰੀ 'ਚ ਬਹੁਤ ਸਾਰੀਆਂ ਕਿਤਾਬਾਂ ਸਨ। ਇਹਨਾਂ ਸਾਰੀਆਂ ਕਿਤਾਬਾਂ ਨੂੰ ਮੈਂ ਕੰਸਲਟ ਕਰਕੇ ਹਿਸਟਰੀ ਲਿਖਣ ਵਿੱਚ ਕੁਛ ਨਾ ਕੁਛ ਹਿੱਸਾ ਲਿਆ ਹੈ। ਹਾਂਜੀ ਡਾਕਟਰ ਜੀ, ਇੱਕ ਕੁਐਸਚਨ ਤੁਹਾਨੂੰ ਹੋਰ ਕਰਨਾ, ਅਤੇ ਇਤਿਹਾਸ ਲਿਖਣ ਲੱਗਿਆਂ ਤੁਹਾਨੂੰ ਬਹੁਤ ਮੁਸ਼ਕਿਲਾਂ ਆਈਆਂ ਹੋਣੀਆਂ, ਉਹਨਾਂ ਬਾਰੇ ਵੀ ਕੁਝ ਜਾਣਕਾਰੀ ਦਿਓਗੇ ਸਾਨੂੰ, ਸਾਡੇ ਸਰੋਤਿਆਂ ਨੂੰ? ਹਾਂ, ਇਹ ਬਹੁਤ ਇੰਟਰਸਟਿੰਗ ਸਵਾਲ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਜੇ ਦਰਬਾਰ ਸਾਹਿਬ ਸੀ, 1974 ਤੋਂ ਲੈ ਕੇ ਤੇ 83 ਤੱਕ ਤਕਰੀਬਨ 9 ਸਾਲ ਮੈਂ ਉੱਥੇ ਟੁਕੜਿਆਂ ਵਿੱਚ ਕੰਮ ਕੀਤਾ, ਕਦੇ ਆ ਗਿਆ ਕਦੇ ਚਲਾ ਗਿਆ। ਤਾਂ ਉਦੋਂ ਮੈਨੂੰ ਉਹਨਾਂ ਨੇ ਬੜਾ ਮਿਲਵਰਤਨ ਦਿੱਤਾ ਹੈ, ਬਹੁਤ ਹੀ ਮਿਲਵਰਤਨ ਦਿੱਤਾ ਹੈ, ਇੰਨਾ ਮਿਲਵਰਤਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਕਿ ਇਸ ਤੋਂ ਇਲਾਵਾ ਮੈਨੂੰ ਉਸ ਜ਼ਮਾਨੇ 'ਚ ਨੈਸ਼ਨਲ ਲਾਇਬ੍ਰੇਰੀ ਕਲਕੱਤਾ ਵਿੱਚੋਂ ਵੀ ਬੜਾ ਕੋਆਪਰੇਸ਼ਨ ਮਿਲਿਆ, ਦਿੱਲੀ 'ਚੋਂ ਵੀ ਮਿਲਿਆ। ਪਰ ਸਭ ਤੋਂ ਮਾੜੀ ਹਾਲਤ ਜੋ ਮੈਨੂੰ ਨਜ਼ਰ ਆਈ ਹੈ ਉਹ ਹੈ ਖਾਲਸਾ ਕਾਲਜ ਅੰਮ੍ਰਿਤਸਰ ਦੀ ਲਾਇਬ੍ਰੇਰੀ ਦੀ। ਜਦ ਤੱਕ ਤੇ ਡਾਕਟਰ ਕੁਲਵਿੰਦਰ ਸਿੰਘ ਬਾਜਵਾ ਮੁਖੀ ਰਹੇ ਆ, ਮੈਂ ਉੱਥੋਂ ਜੋ ਮਰਜ਼ੀ ਚਾਹੁੰਦਾ ਸੀ ਲੈ ਸਕਦਾ ਸੀ, ਕਾਪੀ ਵੀ ਕਰ ਸਕਦਾ ਸੀ। ਜਦੋਂ ਮੈਂ ਸਿੱਖ ਹਿਸਟਰੀ ਰਿਸਰਚ ਬੋਰਡ ਦਾ ਡਾਇਰੈਕਟਰ ਰਿਹਾ ਤਾਂ ਉਦੋਂ ਮੈਂ ਕੁਝ ਫਾਈਲਾਂ ਜਿਹੜੀਆਂ ਨੇ ਉਹਨਾਂ ਦੀਆਂ ਸਾਰੀਆਂ ਦੇ ਸਾਰੀਆਂ ਅਖਬਾਰਾਂ ਫੋਟੋ ਕਾਪੀ ਵੀ ਕੀਤੀਆਂ, ਜਿਹੜੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਨਾਂ ਦੀ ਕਿਤਾਬ 500 ਸਫ਼ੇ ਦੀ, ਉਹਦੇ 'ਚ ਬਹੁਤ ਸਾਰਾ ਖਜ਼ਾਨਾ ਦਿੱਤਾ ਹੈ। ਪਰ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਹੈ ਅਤੇ ਖਾਲਸਾ ਕਾਲਜ ਦੀ ਲਾਇਬ੍ਰੇਰੀ ਦਾ ਹੁਣ ਹਾਲ ਹੈ, ਉੱਥੇ ਹੁਣ ਤੁਹਾਨੂੰ 3-4 ਸਫ਼ੇ ਤੋਂ ਵੱਧ ਫੋਟੋ ਕਾਪੀ ਤੱਕ ਨਹੀਂ ਕਰਨ ਦਿੰਦੇ। ਹੁਣ ਇਹਦੇ ਮੁਕਾਬਲੇ ਤੁਸੀਂ ਲੰਡਨ ਦੇਖੋ, ਲੰਡਨ ਬ੍ਰਿਟਿਸ਼ ਲਾਇਬ੍ਰੇਰੀ 'ਚ ਤੁਸੀਂ ਜੋ ਕਾਪੀ ਕਰਨੀ ਚਾਹੁੰਦੇ ਹੋ, ਭਾਵੇਂ ਪੂਰੀ ਦੀ ਪੂਰੀ ਕਿਤਾਬ ਹੀ ਜਿਹੜੀ ਉਹਦੀ ਫੋਟੋ ਕਾਪੀ ਕਰ ਲਓ ਜਾਂ ਫੋਟੋ ਖਿੱਚ ਲਓ। ਅਤੇ ਇਸ ਤਰ੍ਹਾਂ ਕੁਛ ਲਾਇਬ੍ਰੇਰੀਆਂ ਹੋਰ ਵੀ ਹਨ ਜਿਨ੍ਹਾਂ ਵਿੱਚ ਲੋਕਾਂ ਨੇ ਮਿਲਵਰਤਨ ਨਹੀਂ ਦਿੱਤਾ, ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਕੋਈ ਇਹਦੇ ਵਿੱਚੋਂ ਚੀਜ਼ ਲੱਭ ਨਾ ਲਵੇ। ਮਤਲਬ ਉਹ ਕੰਮ ਕਰਦਾ ਵੇਖ ਕੇ ਕਿਸੇ ਬੰਦੇ ਨੂੰ ਖੁਸ਼ ਨਹੀਂ ਹੁੰਦੇ, ਕੁਝ ਐਸੇ ਲੋਕ ਹੁੰਦੇ ਨੇ। ਤਾਂ ਇਹ ਜਿਹੜੀਆਂ ਮੁਸ਼ਕਿਲਾਂ ਆਈਆਂ, ਇੱਕ ਤਾਂ ਇਹ ਹੈ। ਦੂਜੀ ਮੁਸ਼ਕਿਲ ਜਿਹੜੀ ਮੈਨੂੰ ਇਹ ਹੋਈ ਹੈ ਕਿ ਮੈਂ
ਅਜੇ ਕੁਝ ਲੈਕਚਰਰ ਲੱਗਾ ਸੀ ਪਹਿਲਾਂ ਅੰਗਰੇਜ਼ੀ ਦਾ, ਅਤੇ ਜਿੰਨੇ ਕੋਈ ਪੈਸੇ ਉਹਦੇ 'ਚੋਂ ਮਿਲਦੇ ਸੀ ਉਹਦੇ ਨਾਲ ਮੈਂ ਘੁੰਮਦਾ ਫਿਰਦਾ ਹੁੰਦਾ ਸੀ, ਅਤੇ ਥੋੜ੍ਹੀ ਜਿਹੀ ਮਾਇਕ ਮੁਸ਼ਕਿਲ ਵੀ ਆਉਂਦੀ ਰਹੀ। ਕਈ ਵਾਰੀ ਐਸਾ ਹੁੰਦਾ ਸੀ ਮੈਨੂੰ ਕਿਰਾਇਆ ਵੀ ਨਹੀਂ ਸੀ ਹੁੰਦਾ ਕਿਸੇ ਥਾਂ 'ਤੇ ਜਾਣ ਦਾ, ਅਤੇ ਲੰਡਨ ਜਾਣ ਵਾਸਤੇ ਤਾਂ ਮੈਨੂੰ ਅਕਾਲ ਪੁਰਖ ਦੀ ਮਿਹਰ ਨਾਲ HS ਮੇਜੀ ਹੁੰਦੇ ਸਨ, ਹਰਦਰਸ਼ਨ ਸਿੰਘ ਮੇਜੀ, ਜਿਹੜੇ ਕਿ ਚੰਡੀਗੜ੍ਹ ਵਿੱਚ 2 ਸੈਕਟਰ 55 ਨੰਬਰ ਕੋਠੀ 'ਚ ਰਹਿੰਦੇ ਨੇ। ਉਹਨਾਂ ਦਾ ਦਾਦੇ ਸਨ ਡਾਕਟਰ ਠਾਕਰ ਸਿੰਘ ਇਕੋਲਾਹਾ, ਜਿਹੜੇ ਗਦਰ ਪਾਰਟੀ ਅਤੇ ਅਕਾਲੀ ਦਲ ਦੇ ਬੜੇ ਵੱਡੇ ਲੀਡਰ ਰਹੇ ਸਨ 1914 ਤੋਂ ਲੈ ਕੇ 26 ਤੱਕ। ਉਹਨਾਂ ਨੇ ਮੈਨੂੰ ਡਾਕਟਰ ਠਾਕਰ ਸਿੰਘ ਇਕੋਲਾਹਾ ਦੇ ਉੱਤੇ ਕੰਮ ਕਰਨ ਵਾਸਤੇ ਲੰਡਨ ਭੇਜਿਆ, ਤਾਂ ਉਸ ਮੌਕੇ 'ਤੇ ਮੈਂ ਲੰਡਨ ਦੇ ਵਿੱਚੋਂ ਬੜਾ ਕੁਝ ਮੈਟੀਰੀਅਲ ਲੈ ਸਕਿਆ। ਅਦਰਵਾਈਜ਼ ਜਿਹੜੀ ਮਾਇਕ ਮੁਸ਼ਕਿਲ ਸੀ, ਅਤੇ ਕੁਝ ਲਾਇਬ੍ਰੇਰੀਆਂ ਦੇ ਬੰਦਿਆਂ ਨੇ ਕੋਆਪਰੇਟ ਨਹੀਂ ਕੀਤਾ। ਅਤੇ ਇੱਕ ਜਿਹੜੀ ਹੋਰ ਮਾੜੀ ਗੱਲ ਸੀ ਕਿ ਕੁਛ ਲੋਕ ਜਿਹੜੇ ਸਨ ਹਮੇਸ਼ਾ ਹੀ ਡਿਸਕਰੇਜ ਕਰਨ ਲਈ ਤਿਆਰ ਰਹਿੰਦੇ ਸਨ। ਇੱਕ ਇਹ ਹੁੰਦਾ ਵੀ ਕੋਈ ਤੁਹਾਡੀ ਰਚਨਾ ਵਿੱਚੋਂ ਕੋਈ ਜਿਹੜੀਆਂ ਨੁਕਸ ਰਹਿ ਜਾਣ, ਉਹ ਰਹਿ ਜਾਂਦੇ ਆ। ਕੋਈ ਇਨਸਾਨ ਆਫਟਰ ਆਲ ਉਹਨੂੰ ਕੋਈ ਪੁਆਇੰਟ ਆਊਟ ਕਰਕੇ ਕਹੇ ਵੀ ਇੱਥੇ ਸੁਧਾਰ ਹੋਣਾ ਚਾਹੀਦਾ, ਉਹ ਤਾਂ ਹੋਰ ਹੈ। ਅਤੇ ਕਈ ਹੁੰਦੇ ਜਿਹੜੇ ਈਰਖਾ ਕਰਦੇ ਆ ਔਰ ਉਸ ਦੇ ਖਿਲਾਫ ਉਂਝ ਹੀ ਬੋਲੀ ਜਾਂਦੇ ਆ, ਕੋਈ ਧੜੇਬੰਦੀ ਕਰਕੇ, ਕੋਈ ਜੱਥੇ ਆਪਣੇ ਕਰਕੇ, ਕੋਈ ਹੋਰ ਗਰੁੱਪਾਂ ਕਰਕੇ ਜਿਹੜੇ ਨੇ ਇਹ ਮੁਸ਼ਕਲਾਂ ਪੈਦਾ ਕਰਦੇ ਨੇ। ਇਹਦੇ ਨਾਲ ਕੁਝ ਚਿਰ ਵਾਸਤੇ ਲੱਗਦਾ ਹੈ ਵੀ ਇਹਨਾਂ ਕੰਮ ਕਰਨ ਦਾ ਕੀ ਫਾਇਦਾ, ਜਦ ਅਹਿਸਾਨ ਫਰਾਮੋਸ਼ ਅਤੇ ਅਕਿਰਤਕਾਨ ਲੋਕ ਸਾਹਮਣੇ ਹਨ। ਫਿਰ ਦੂਸਰਾ ਕਹਿੰਦਾ ਵੀ ਅਸੀਂ ਇਹਨਾਂ ਲੋਕਾਂ ਵਾਸਤੇ ਕੰਮ ਨਹੀਂ ਕਰਦੇ, ਅਸੀਂ ਤਾਂ ਕੰਮ ਕਰਦੇ ਹਾਂ ਪੰਥ ਵਾਸਤੇ, ਪੰਥ ਦੇ ਇਤਿਹਾਸ ਨੂੰ ਸੰਭਾਲਣ ਵਾਸਤੇ, ਗੁਰੂ ਵਾਸਤੇ, ਗੁਰੂ ਦੀਆਂ ਗੱਲਾਂ ਸੰਭਾਲਣ ਵਾਸਤੇ, ਅਤੇ ਆਪਣੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਕੰਮ ਕਰਦੇ ਹਾਂ। ਤਾਂ ਇਹ ਮੁਸ਼ਕਲਾਂ ਆਉਂਦੀਆਂ ਰਹੀਆਂ ਨੇ, ਪਰ ਇਹਨਾਂ ਮੁਸ਼ਕਲਾਂ ਨੂੰ ਮੈਂ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ। ਹਾਂਜੀ ਡਾਕਟਰ ਜੀ, 7ਵਾਂ ਕੁਐਸਚਨ ਹੈ ਤੁਹਾਨੂੰ। ਜਿਸ ਤਰ੍ਹਾਂ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਚੀਜ਼ ਤੋਂ ਪ੍ਰਭਾਵਿਤ ਹੈ, ਅਤੇ ਇਤਿਹਾਸ ਤੋਂ, ਜਿਸ ਤਰ੍ਹਾਂ ਤੁਸੀਂ ਕਿਸ ਇਤਿਹਾਸਕਾਰ ਤੋਂ ਜ਼ਿਆਦਾ ਪ੍ਰਭਾਵਿਤ ਹੋਏ? ਜਿੱਥੋਂ ਤੱਕ ਤੇ ਸਿੱਖ ਇਤਿਹਾਸਕਾਰਾਂ ਦੀ ਗੱਲ ਹੈ, ਮੈਨੂੰ ਜਾਂ ਉਂਝ ਵਿਦਵਾਨਾਂ ਦੀ ਵੀ ਗੱਲ ਹੈ, ਮੈਨੂੰ ਗਿਆਨੀ ਦਿੱਤ ਸਿੰਘ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਵੀ ਉਸ ਬੰਦੇ ਦੇ ਅੰਦਰ ਜੋ ਸੀ ਭਾਵਨਾ, ਉਹ ਜੋ ਕਮਿਟਮੈਂਟ ਸੀ ਉਹਦੀ, ਉਹ ਕਮਾਲ ਸੀ। ਮੈਂ ਸਮਝਦਾ ਮੇਰਾ ਅਸਲ ਰੋਲ ਮਾਡਲ ਉਹੀ ਹੈ, ਉਹ ਤੋਂ ਹੀ ਮੈਂ ਕੰਮ ਕਰਨ ਦੀ ਗੱਲ ਸਿੱਖੀ ਹੈ। ਅਤੇ ਜਿੱਥੋਂ ਤੱਕ ਇਤਿਹਾਸ ਦੀ ਲਗਨ ਦੀ ਗੱਲ ਹੈ, ਸਭ ਤੋਂ ਵੱਧ ਕੰਮ ਕੀਤਾ ਹੈ ਕਰਮ ਸਿੰਘ ਹਿਸਟੋਰੀਅਨ ਹੋਰਾਂ ਨੇ। ਭਾਵੇਂ ਉਹਨਾਂ ਨੇ ਬਹੁਤ ਥੋੜ੍ਹੀਆਂ ਕਿਤਾਬਾਂ ਲਿਖੀਆਂ ਨੇ ਅਤੇ ਛੇਤੀ ਹੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ, ਪਰ ਉਹਨਾਂ ਨੇ ਸਿੱਖਾਂ ਨੂੰ ਦੱਸਿਆ ਵੀ ਖੋਜ ਕਰਨੀ ਕਿਹੜੀ ਗੱਲ ਹੁੰਦੀ, ਖੋਜ ਕਿਵੇਂ ਕੀਤੀ ਜਾਂਦੀ ਹੈ। ਡਾਕਟਰ ਗੰਡਾ ਸਿੰਘ ਨੇ ਮੈਨੂੰ ਬਹੁਤ ਅਸਰ ਅੰਦਾਜ਼ ਕੀਤਾ। ਡਾਕਟਰ ਗੰਡਾ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਹਿਸਟਰੀ ਦੇ ਲੇਖੇ ਲਾ ਦਿੱਤੀ ਹੈ। ਸਭ ਤੋਂ ਜਿਹਨੇ ਮੈਨੂੰ ਪਰੇਸ਼ਾਨ ਕੀਤਾ ਹੈ ਹਿਸਟਰੀ ਲਿਖਣ ਵਿੱਚ। ਡਾਕਟਰ ਜੀ, ਜਿਸ ਤਰ੍ਹਾਂ ਹਰ ਇੱਕ ਇਨਸਾਨ 'ਤੇ ਕਿਸੇ ਨਾ ਕਿਸੇ ਚੀਜ਼ ਦਾ ਪ੍ਰਭਾਵ ਹੁੰਦਾ, ਅਤੇ ਤੁਹਾਨੂੰ ਲਿਖਣ ਲੱਗਿਆ ਕਿਹੜੇ ਇਤਿਹਾਸਕਾਰਾਂ ਦਾ ਤੁਹਾਡੇ 'ਤੇ ਜ਼ਿਆਦਾ ਪ੍ਰਭਾਵ ਪਿਆ? ਮੈਨੂੰ ਜਿੱਥੋਂ ਤੱਕ ਤਾਂ ਇਤਿਹਾਸਕਾਰਾਂ ਦੀ ਗੱਲ ਹੈ, 2 ਕਿਸਮ ਦੀ ਗੱਲ ਕਰਨੀ ਚਾਹਾਂਗਾ, 2 ਹਿੱਸਿਆਂ 'ਚ। ਇੱਕ ਤਾਂ ਸਿੱਖ ਇਤਿਹਾਸਕਾਰ ਨੇ। ਸਿੱਖ ਇਤਿਹਾਸਕਾਰਾਂ ਵਿੱਚੋਂ ਮੈਂ ਸਭ ਤੋਂ ਵਧੀਆ ਜੇਕਰ ਕਿਸੇ ਨੂੰ ਗਿਣਦਾ ਤਾਂ ਇਸਦਾ ਕਰਮ ਸਿੰਘ ਹਿਸਟੋਰੀਅਨ ਨੇ ਸਭ ਤੋਂ ਜ਼ਿਆਦਾ ਵਧੀਆ ਕੰਮ ਕੀਤਾ ਹੈ। ਭਾਵੇਂ ਲਿਖਿਆ ਉਹਨਾਂ ਨੇ ਬਹੁਤ ਥੋੜ੍ਹਾ ਹੈ, ਪਰ ਉਹਨਾਂ ਨੇ ਇਤਿਹਾਸ ਲਿਖਣ ਦਾ ਤਰੀਕਾ ਦੱਸਿਆ ਵੀ ਮੱਖੀ ਤੇ ਮੱਖੀ ਮਾਰਨ ਦੀ ਬਜਾਏ ਪੁਰਾਣੇ ਤੁਸੀਂ ਸੋਮੇ ਫਰੋਲੋ, ਸੋਮਿਆਂ ਵਿੱਚੋਂ ਲੱਭੋ। ਖਾਸ ਕਰਕੇ ਦੇਖੋ, ਸਿੱਖੀ ਦਾ ਜੋ ਇਤਿਹਾਸ ਹੈ ਬਹੁਤ ਜ਼ਿਆਦਾ ਸਾਡੇ ਕੋਲ ਫਾਰਸੀ ਸੋਮਿਆਂ ਵਿੱਚ ਹੈ। ਫਾਰਸੀ ਸੋਮਿਆਂ ਵਿੱਚੋਂ ਪੜ੍ਹ ਕੇ ਅਤੇ ਉਹਨਾਂ ਦੇ ਮੁਤਾਬਕ ਇਤਿਹਾਸ ਲਿਖਣ ਦੀ ਆਦਤ ਜਿਹੜੀ ਹੈ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਪਾਈ ਸੀ। ਅਤੇ ਕਰਮ ਸਿੰਘ ਹਿਸਟੋਰੀਅਨ ਤੋਂ ਬਾਅਦ ਡਾਕਟਰ ਗੰਡਾ ਸਿੰਘ ਨੇ ਬਹੁਤ ਜ਼ਿਆਦਾ ਕੰਮ ਕੀਤਾ। ਉਹਨਾਂ 'ਤੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਿੱਖ ਹਿਸਟਰੀ ਲਿਖਣ 'ਤੇ ਲਿਖੇ ਲਾ ਦਿੱਤੀ ਹੈ। ਅਤੇ ਦੂਜੇ ਪਾਸੇ ਕੁਝ ਬੰਦਿਆਂ ਨੇ ਸਿੱਖ ਹਿਸਟਰੀ ਦਾ ਬੇੜਾ ਗਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਕੁਝ ਨੀਅਤਨ ਜਾਂ ਚਲਾਕੀ ਨਾਲ ਆਪਣੀ ਚੁਸਤੀ ਦਿਖਾਉਣ ਵਾਸਤੇ, ਖਾਸ ਕਰਕੇ ਗਿਆਨੀ ਗਿਆਨ ਸਿੰਘ ਦੀ ਗੱਲ ਹੈ। ਗਿਆਨੀ ਗਿਆਨ ਸਿੰਘ ਨੇ ਕਿੰਨਾ ਜ਼ਿਆਦਾ ਇਤਿਹਾਸ ਲਿਖਿਆ, ਤਕਰੀਬਨ 2000 ਸਫ਼ੇ ਉਸਨੇ ਵੀ ਲਿਖੇ ਹਨ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਗਿਆਨੀ ਗਿਆਨ ਸਿੰਘ ਬਾਰੇ ਲਿਖਿਆ ਵੀ ਉਹਨਾਂ ਨੂੰ ਗੱਪਾਂ ਮਾਰਨ ਦਾ ਸ਼ੌਕ ਸੀ। ਉਹ ਕਹਿੰਦੇ ਵੀ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਗਿਆਨੀ ਗਿਆਨ ਸਿੰਘ ਵਰਗੇ ਵੀ ਇਤਿਹਾਸਕਾਰ ਹੋਏ ਹਨ। ਉਹ ਕਿਉਂ ਕਹਿੰਦੇ ਹਨ? ਗਿਆਨੀ ਗਿਆਨ ਸਿੰਘ ਨੇ ਗੱਪਾਂ ਬੜੀਆਂ ਮਾਰੀਆਂ ਨੇ, ਜਿੱਥੇ ਉਹਨੂੰ ਕੁਝ ਨਹੀਂ ਲੱਭਿਆ ਨਾ, ਉਹਨੇ ਕੋਲੋਂ ਕਹਾਣੀ ਕੱਢ ਦਿੱਤੀ ਹੈ। ਇਸ ਤਰ੍ਹਾਂ ਰਤਨ ਸਿੰਘ ਭੰਗੂ ਹੈ। ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ। ਭਾਵੇਂ ਸਾਰੀ 150-200 ਸਫ਼ੇ ਦੀ ਕਿਤਾਬ ਹੈ, ਪਰ ਉਸ ਕਿਤਾਬ ਵਿੱਚ ਬੜੀਆਂ ਕੀਮਤੀ ਚੀਜ਼ਾਂ ਨੇ, ਪਰ ਉਹਦੇ ਵਿੱਚ ਵੀ 2-3 ਬੜੇ ਵੱਡੇ ਨੁਕਸ ਰਹਿ ਗਏ ਨੇ, ਕਿਉਂਕਿ ਰਤਨ ਸਿੰਘ ਭੰਗੂ ਖੁਦ ਜਿਹੜਾ ਹੈ ਉਹ ਅੰਗਰੇਜ਼ਾਂ ਦੀ ਜੌਬ ਕਰਦਾ ਸੀ, ਨੌਕਰੀ ਕਰਦਾ ਸੀ। ਅਤੇ ਤੀਸਰਾ, ਰਤਨ ਸਿੰਘ ਭੰਗੂ ਜਿਹੜਾ ਹੈ ਉਹ ਕਿਉਂਕਿ ਇੱਕ ਪਰਿਵਾਰ ਨਾਲ ਜੁੜਿਆ ਸੀ। ਚੌਥੀ ਗੱਲ ਇਹ ਹੈ ਕਿ ਰਤਨ ਸਿੰਘ ਭੰਗੂ ਨੇ, ਮੈਨੂੰ ਲੱਗਦਾ ਹੈ ਕਿ ਜਿਹੜਾ ਸਰੂਪ ਦਾਸ ਭੱਲਾ ਦਾ ਨਾ ਮਹਿਮਾ ਪ੍ਰਕਾਸ਼ ਪੜ੍ਹੀ ਹੈ, ਕਿਉਂਕਿ ਮਹਿਮਾ ਪ੍ਰਕਾਸ਼ ਵਿੱਚ ਸਿੱਖ ਹਿਸਟਰੀ ਨੂੰ ਵਿਗਾੜਨ ਦੀਆਂ ਬਹੁਤ ਸਾਰੀਆਂ ਗੱਲਾਂ ਹਨ।
ਮਿਸਾਲ ਵਜੋਂ ਸਾਡੇ ਕੋਲ ਬੰਦਾ ਸਿੰਘ ਬਹਾਦਰ ਦੀ ਕਹਾਣੀ ਹੈ। ਤਤ ਖਾਲਸਾ ਬੰਦਾ ਹੀ ਖਾਲਸਾ ਦੀ ਜਿਹੜੀ ਡਰਾਮਾ ਜਿਹੜਾ ਉਹਨੇ ਕ੍ਰੀਏਟ ਕੀਤਾ ਹੈ, ਜਦ ਕਿ ਬੰਦਾ ਸਿੰਘ ਬਹਾਦਰ ਦੇ ਹੁੰਦਿਆਂ ਤਤ ਖਾਲਸਾ ਦੀ ਕੋਈ ਗੱਲ ਬਾਤ ਹੈ ਹੀ ਨਹੀਂ ਸੀ। ਕੋਈ ਐਸਾ ਨਹੀਂ ਕਿ ਬੰਦਾ ਸਿੰਘ ਨੂੰ ਕੋਈ ਛੱਡ ਕੇ ਗਿਆ ਹੋਵੇ। ਇਹ ਸਾਰੀਆਂ ਕਹਾਣੀਆਂ ਬਾਅਦ ਵਿੱਚ ਸਰੂਪਦਾਸ ਭੱਲਾ ਨੇ, ਗੁਰੂ ਨਾਨਕ ਸਾਹਿਬ ਦੀ ਜਨਮ ਤਰੀਕ ਬਾਰੇ ਵੀ ਸਭ ਤੋਂ ਪਹਿਲਾਂ ਭੁਲੇਖਾ ਸਰੂਪਦਾਸ ਭੱਲਾ ਨੇ ਪਾਇਆ, ਜਾਂ ਮਿਹਰਬਾਨ ਦੀ ਜਿਹੜੀ ਕਿਤਾਬ ਹੈ ਉੱਥੋਂ ਪਿਆ। ਮਿਹਰਬਾਨ ਤੇ ਸਰੂਪਦਾਸ ਭੱਲਾ ਨੇ ਵਿਗਾੜੀ ਹੈ। ਇਹਨਾਂ 'ਚੋਂ ਕੁਝ ਗਲਤੀਆਂ ਜਿਹੜੀਆਂ ਰਤਨ ਸਿੰਘ ਭੰਗੂ ਵਿੱਚ ਰਹਿ ਗਈਆਂ, ਅਤੇ ਕੋਇਲ ਸਿੰਘ ਅਤੇ ਸੁੱਖਾ ਸਿੰਘ ਵਿੱਚ ਬਹੁਤ ਗਲਤੀਆਂ ਨੇ, ਕਿਉਂਕਿ ਇਹ ਦੋਵੇਂ ਜਿਹੜੇ ਨੇ ਬ੍ਰਾਹਮਣ ਲਿਖਾਰੀਆਂ ਦੀ ਸੋਚ ਵਾਲੇ ਸਨ। ਇੱਦਾਂ ਹੀ ਸਾਡੇ ਕੋਲ ਸੂਰੀ ਪ੍ਰਕਾਸ਼ ਹੈ। ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਬਹੁਤ ਵੱਡਾ ਲਿਖਿਆ, ਬੇਸ਼ੱਕ ਸਫ਼ੇ ਬਹੁਤ ਜ਼ਿਆਦਾ ਲਿਖੇ ਨੇ, ਪਰ ਉਹਦੇ 'ਚ ਵੀ ਬਹੁਤ ਸਾਰੀਆਂ ਗਲਤੀਆਂ ਆ ਗਈਆਂ ਨੇ। ਇਹ ਗਲਤੀਆਂ ਕੀ ਸਰੂਪਦਾਸ ਭੱਲਾ ਤੋਂ ਆਈਆਂ ਨੇ, ਜਾਂ ਮਿਹਰਬਾਨ ਤੋਂ ਆਈਆਂ ਨੇ, ਜਾਂ ਜਿਹੜੀਆਂ ਜਨਮ ਸਾਖੀਆਂ ਜਿਹੜੀਆਂ ਫਾਰ ਐਗਜ਼ਾਮਪਲ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਵਿਗਾੜ ਕੇ ਇਹਨਾਂ ਨੇ ਹੰਦਾਲੀਆਂ ਨੇ ਤਿਆਰ ਕਰਵਾਈ ਸੀ, ਅਸਲ ਜਨਮ ਸਾਖੀ ਤੋਂ ਜਿਹੜੀਆਂ ਘਟਨਾਵਾਂ ਗਲਤ ਪਾ ਕੇ, ਕੀ ਉਹਦੇ ਵਿੱਚੋਂ ਆਈਆਂ ਨੇ ਜਾਂ ਕਿਤੋਂ ਹੋਰ ਆਈਆਂ ਨੇ, ਪਰ ਇਹ ਆਈਆਂ ਜ਼ਰੂਰ ਨੇ ਗਲਤੀਆਂ। ਅਤੇ ਸੰਤੋਖ ਸਿੰਘ ਜਿਹੜਾ ਉਹ ਵੀ ਗਲਤੀਆਂ ਦਾ ਭਰਪੂਰ ਖਜ਼ਾਨਾ ਹੈ। ਸੰਤੋਖ ਸਿੰਘ ਦੇ ਨਾਲ ਹੀ ਇੱਕ ਕਿਤਾਬ ਗੁਰਬਿਲਾਸ ਪਾਸੇ 6ਵੀਂ ਲਿਖੀ ਗਈ ਸੀ, ਜਿਹਦਾ ਬੜਾ ਚਰਚਾ ਹੈ, ਜਿਹਨੂੰ ਜੋਗਿੰਦਰ ਸਿੰਘ ਵਿਦਾਂਤੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਾਪ ਵੀ ਦਿੱਤਾ ਸੀ ਐਡਿਟ ਕਰਕੇ। ਉਹ ਲਿਖਿਆ ਵੀ ਸੋਹਣ ਕਵੀ ਦੀ ਲਿਖੀ ਹੋਈ ਨਹੀਂ। ਭਾਈ ਕਾਹਨ ਸਿੰਘ ਨਾਭਾ ਨੇ ਇਹਦਾ ਰਾਜ਼ ਖੋਲ੍ਹਿਆ ਸੀਗਾ ਕਿ ਇਹਨੂੰ ਲਿਖਣ ਵਾਲਾ ਸੀ ਗੁਰਮੁਖ ਸਿੰਘ, ਜਿਹੜਾ ਸੰਤ ਸਿੰਘ ਗਿਆਨੀ ਦਾ ਪੁੱਤਰ ਸੀ। ਸੰਤ ਸਿੰਘ ਗਿਆਨੀ ਜਿਹੜਾ ਹੈ ਉਹ ਸੰਤੋਖ ਸਿੰਘ ਜਿਹੜਾ ਜਿਹਨੇ ਸੂਰਜ ਪ੍ਰਕਾਸ਼ ਲਿਖਿਆ ਹੈ ਉਹਦਾ ਉਸਤਾਦ ਸੀਗਾ। ਤੋ ਇੱਕ ਦਰਬਾਰਾ ਸਿੰਘ ਗ੍ਰੰਥੀ ਦਰਬਾਰ ਸਾਹਿਬ 'ਚ ਹੁੰਦਾ ਸੀ, ਗੁਰਮੁਖ ਸਿੰਘ ਅਕਾਲ ਤਖਤ ਦਾ ਗ੍ਰੰਥੀ ਸੀ, ਅਤੇ ਦਰਬਾਰਾ ਸਿੰਘ ਦਰਬਾਰ ਸਾਹਿਬ ਦਾ ਗ੍ਰੰਥੀ ਸੀ। ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਹੈ ਉਹ ਗੁਰਬਿਲਾਸ ਪਾਸੇ 6ਵੀਂ ਲਿਖਿਆ, ਅਤੇ ਇਹਦੇ 'ਚ ਬਹੁਤ ਸਾਰੀਆਂ ਗਲਤ ਗੱਲਾਂ ਲਿਖੀਆਂ, ਸਿੱਖ ਹਿਸਟਰੀ ਨੂੰ ਵਿਗਾੜਿਆ। ਉਹ ਜਿਹੜੀਆਂ ਗੱਲਾਂ ਨੇ ਉਹ ਸੰਤੋਖ ਸਿੰਘ ਵਿੱਚ ਵੀ ਮਿਲਦੀਆਂ ਨੇ, ਅਤੇ ਅਜਿਹਾ ਜਾਪਦਾ ਵੀ ਇਹ ਦੋਵੇਂ ਇੱਕ ਦੂਜੇ ਤੋਂ ਅਸਲ ਅੰਦਾਜ਼ ਸਨ, ਪ੍ਰਭਾਵਿਤ ਸਨ। ਇਹਨਾਂ ਦੋਨਾਂ ਦੀਆਂ ਗੱਲਾਂ ਸਾਂਝੀਆਂ ਹੋਣ ਕਰਕੇ ਔਰ ਇਹ ਗੱਲਾਂ ਦੇ ਨਾਲ ਸਿੱਖ ਹਿਸਟਰੀ ਨੂੰ ਵਿਗਾੜਿਆ ਗਿਆ ਹੈ। ਇੱਥੋਂ ਇੱਕ ਹੋਰ ਗਿਆਨੀ ਰਣਧੀਰ ਸਿੰਘ ਹੁੰਦੇ ਸਨ, ਭਾਈ ਰਣਧੀਰ ਸਿੰਘ ਨਹੀਂ, ਗਿਆਨੀ ਰਣਧੀਰ ਸਿੰਘ ਰਿਸਰਚ ਸਕਾਲਰ ਸਨ, ਜਿਹੜੇ ਕਿ 1950 ਦੇ ਆਲੇ ਦੁਆਲੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਕੰਮ ਕਰਦੇ ਰਹੇ, ਅਤੇ ਉਹਨਾਂ ਨੇ ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ, ਗੁਰਪ੍ਰਣਾਲੀਆਂ, ਇਹ ਦੋ ਕਿਤਾਬਾਂ ਅਤੇ ਹੋਰ ਵੀ ਬੜਾ ਕੀਮਤੀ ਸਮਾਨ ਜਿਹੜਾ ਉਹਨਾਂ ਨੇ ਤਿਆਰ ਕੀਤਾ, ਲਿਖੀਆਂ ਨੇ, ਸਮੱਗਰੀ ਪੇਸ਼ ਕੀਤੀ ਹੈ। ਤੋ ਇਹਨਾਂ ਸਾਰਿਆਂ ਨੇ ਫਾਰਸੀ ਸੋਮਿਆਂ ਨੂੰ ਸਾਹਮਣੇ ਰੱਖ ਕੇ, ਸਿੱਖ ਸੋਮਿਆਂ ਨੂੰ ਸਾਹਮਣੇ ਰੱਖ ਕੇ, ਔਰ ਕੁਛ ਨੇ ਤਾਂ ਅੰਗਰੇਜ਼ਾਂ ਦੇ ਸੋਮਿਆਂ ਨੂੰ ਸਾਹਮਣੇ ਰੱਖ ਕੇ ਬੜਾ ਸੋਹਣਾ ਕੰਮ ਕੀਤਾ। ਤੋ ਇਹ ਸਾਰੀ ਚੀਜ਼ ਨੇ ਮੈਨੂੰ ਪ੍ਰਭਾਵਿਤ ਕੀਤਾ। ਤੋ ਮੈਂ ਇਹ ਮਹਿਸੂਸ ਕੀਤਾ ਵੀ ਜਿੱਥੇ ਗਲਤ ਗੱਲਾਂ ਨੇ ਅਤੇ ਜਿੱਥੇ ਅਸਲ ਖਜ਼ਾਨਾ ਪਿਆ ਹੈ, ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਕੇ, ਮੁਕਾਬਲਾ ਕਰਕੇ ਮੈਂ ਜੋ ਕੁਛ ਵਧੀਆ ਤੋਂ ਵਧੀਆ ਕੱਢ ਸਕਦਾ ਸੀ, ਸੱਚ ਜੋ ਲੱਗਦਾ ਸੀ ਮੈਨੂੰ, ਸੱਚ ਦੇ ਵਾਸਤੇ ਮੇਰਾ ਇੱਕੋ ਇੱਕ ਕਸਵੱਟੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਤੇ ਗੁਰੂ ਸਾਹਿਬ ਦੀਆਂ ਜੀਵਨੀਆਂ ਦੇ ਆਧਾਰ 'ਤੇ ਜਿਹੜੀਆਂ ਗੱਲਾਂ ਸਹੀ ਨੇ ਉਹਨਾਂ ਨੂੰ ਮੈਂ ਨਿਖੇੜਾਂ, ਜਿਹੜੀਆਂ ਗੱਪਾਂ ਨੇ, ਕਰਾਮਾਤਾਂ ਨੇ, ਜਿਹੜੀਆਂ ਝੂਠੀਆਂ ਕਹਾਣੀਆਂ ਨੇ ਬਾਕੀ ਕਿਤਾਬਾਂ 'ਚੋਂ ਕੱਢ ਕੇ ਗੁਰੂਆਂ ਦੇ ਨਾਲ ਜੋੜੀਆਂ ਹੋਈਆਂ ਨੇ, ਉਹਨਾਂ ਨੂੰ ਮੈਂ ਰੱਦ ਕਰਾਂ। ਤੋ ਇਹ ਸਾਰੇ ਦਾ ਸਾਰਾ ਜਿਹੜਾ ਹੈ ਮੈਨੂੰ ਅਤੇ ਇਹਨਾਂ ਕਿਤਾਬਾਂ ਜਿਹੜੇ ਇਤਿਹਾਸਕਾਰਾਂ ਨੇ ਪ੍ਰਭਾਵਿਤ ਕੀਤਾ, ਜਿਸ ਤਰ੍ਹਾਂ ਮੈਂ ਜ਼ਿਕਰ ਕਰਕੇ ਹਟਿਆ। ਇੱਕ ਹੋਰ ਕਹਿਣਾ ਚਾਹਾਂਗਾ ਕਿ ਪ੍ਰੋਫੈਸਰ ਹਰਬੰਸ ਸਿੰਘ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਸੀ, ਜਿਨ੍ਹਾਂ ਨੇ ਹੈਰੀਟੇਜ ਆਫ ਦੀ ਸਿੱਖਸ ਲਿਖੀ। ਉਹਨਾਂ ਨੇ ਬੜੇ ਕੀਮਤੀ ਖਜ਼ਾਨੇ ਜਿਹੜੇ ਆ, ਖਾਸ ਕਰਕੇ ਅੰਗਰੇਜ਼ੀ ਸੋਰਸਿਸ ਵਿੱਚੋਂ ਜਿਹੜਾ ਕੀਤਾ। ਹਾਂ, ਇੱਕ ਹੋਰ ਬੰਦੇ ਨੇ ਮੈਂ ਪ੍ਰਭਾਵਿਤ ਕੀਤਾ, ਉਹ ਅੰਗਰੇਜ਼ਾਂ ਵਿੱਚੋਂ ਹੈ, ਇੱਕ ਮੈਕਾਲਫ ਅਤੇ ਇੱਕ ਕਨਿੰਗਮ, ਦੋਨਾਂ ਦਾ ਫਰਕ ਹੈ। ਟਰੰਪ ਨੇ ਤਾਂ ਸਿੱਖਾਂ ਦੀ ਹਿਸਟਰੀ ਵਿਗਾੜੀ, ਜਰਮਨ ਦਾ ਟਰੰਪ ਜਿਹਨੂੰ ਅੰਗਰੇਜ਼ਾਂ ਨੇ 1880-90 'ਚ ਇੱਥੇ ਲਿਆਂਦਾ ਸੀਗਾ, ਉਹਨੇ ਸਿੱਖ ਹਿਸਟਰੀ ਵਿਗਾੜੀ, ਗੁਰੂ ਗ੍ਰੰਥ ਸਾਹਿਬ ਬਾਰੇ ਬੜੀਆਂ ਗਲਤ ਗੱਲਾਂ ਕਹੀਆਂ। ਮੈਕਾਲਫ ਨੇ ਸ਼ਰਧਾਵਸ ਹੋ ਕੇ ਕੁਝ ਜਿਹੜੀਆਂ ਨੇ ਗੱਲਾਂ ਗਲਤੀ ਨਾਲ ਕਰਤੀਆਂ, ਉਂਝ ਬੜਾ ਵਧੀਆ ਉਹਨੇ ਲਿਖਿਆ ਹੈ। ਤੀਜਾ ਕਨਿੰਗਮ ਹੈ। ਕਨਿੰਗਮ ਨੇ 1848 ਵਿੱਚ ਕਿਤਾਬ ਲਿਖੀ ਹੈ, ਔਰ ਉਸ ਨੇ ਜਿਹੜਾ ਗੁਰੂਆਂ ਬਾਰੇ ਲਿਖਿਆ ਉਹਦੀ ਤਾਂ ਗਲਤੀਆਂ ਹੋਣਗੀਆਂ, ਕਿਉਂਕਿ ਲੋਕਾਂ ਕੋਲ ਸੁਣਿਆ ਸੁਣਾਇਆ, ਪਰ ਜੋ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਪਹਿਲੀਆਂ ਲੜਾਈਆਂ ਜਿਹੜੀਆਂ ਲਾਹੌਰ ਦਰਬਾਰ ਦੀਆਂ ਲੜਾਈਆਂ ਦੇ ਬਾਰੇ ਜ਼ਿਕਰ ਕੀਤਾ ਹੈ, ਵੀ ਕਿਵੇਂ ਲਾਲ ਸਿਉਂ, ਤੇਜਾ ਸਿਉਂ, ਮਿਸਰ ਜਿਹੜੇ ਬ੍ਰਾਹਮਣ ਸਨ ਅਤੇ ਲੋਕੀ ਸਿੰਘ ਹੀ ਲਿਖੀ ਜਾਣ ਰਹੇ ਆ, ਗੁਲਾਬ ਸਿਉਂ ਅਤੇ ਜਿਹੜਾ ਇਹ ਡੋਗਰੇ ਸਨ, ਇਹ ਵੀ ਆਪਣੇ ਨੂੰ ਸਿੰਘ ਲਿਖੀ ਜਾਣ ਰਹੇ ਸਨ। ਇਹਨਾਂ ਨੇ ਕਿਵੇਂ ਗੱਦਾਰੀਆਂ ਕੀਤੀਆਂ, ਅੰਗਰੇਜ਼ਾਂ ਨਾਲ ਕਿਵੇਂ ਅੰਦਰੋਂ ਅੰਦਰੀ ਮਿਲੇ ਹੋਏ ਸਨ, ਕਿਵੇਂ ਬੇਈਮਾਨੀ ਕਰਕੇ ਪੰਜਾਬ ਦਾ ਰਾਜ ਜਿਹੜਾ ਉਹਨਾਂ ਦੀ ਝੋਲੀ ਵਿੱਚ ਪਾਇਆ ਬਿਨਾਂ ਕਿਸੇ ਲੜਾਈ ਤੋਂ, ਕਿਵੇਂ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹੀਦੀ ਕਿਵੇਂ ਹੋਈ, ਅਟਾਰੀ ਵਾਲਿਆਂ ਨੇ ਕਿਵੇਂ ਰੋਲ ਅਦਾ ਕੀਤਾ ਬਾਅਦ 'ਚ, ਜਿਹੜਾ ਕਿ ਕਨਿੰਗਮ ਤੋਂ ਬਾਅਦ ਦੀ ਗੱਲ ਹੈ। ਤੋ ਇਹਨਾਂ ਕਿਤਾਬਾਂ ਦੇ ਵਿੱਚੋਂ ਬੜੀ ਵਧੀਆ ਸਮੱਗਰੀ ਮਿਲਦੀ ਹੈ। ਤੋ ਜਿਸ ਤਰ੍ਹਾਂ ਮੈਂ ਕਿਹਾ ਬਈ ਸਿੱਖ ਇਤਿਹਾਸਕਾਰਾਂ ਵਿੱਚੋਂ
ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਕਰਮ ਸਿੰਘ ਹਿਸਟੋਰੀਅਨ ਤੇ ਡਾਕਟਰ ਗੰਡਾ ਸਿੰਘ ਤੇ ਪ੍ਰੋਫੈਸਰ ਬੰਸ ਸਿੰਘ। ਹਰਮਨ ਸਿੰਘ ਹਿਸਟੋਰੀਅਨ ਨਹੀਂ ਸਨ, ਪਰ ਉਹਨਾਂ ਦੇ ਲਿਖਤ ਹਿਸਟਰੀ ਦੀ ਜਿਹੜੀ ਹੈ ਉਹ ਬੜੀ ਕੀਮਤੀ ਹੈ। ਤੇ ਬਾਕੀ ਸਿੱਖ ਇਤਿਹਾਸਕਾਰਾਂ ਵਿੱਚੋਂ ਸਭ ਤੋਂ ਪੁਰਾਣੇ ਵਿੱਚੋਂ ਮੈਨੂੰ ਅਗਰ ਕਿਸੇ ਨੇ ਪ੍ਰਭਾਵਿਤ ਕੀਤਾ ਤੇ ਉਹ ਗੁਰਸੂਬਾ ਦੇ ਸੈਨਾਪਤੀ ਨੇ, ਸੈਨਾ ਸਿੰਘ ਵੀ ਲਿਖਦੇ ਹਨ। ਉਹਨਾਂ ਨੇ ਥੋੜ੍ਹਾ ਲਿਖਿਆ, ਪਰ ਜੋ ਲਿਖਿਆ ਬਹੁਤ ਲਿਖਿਆ। ਤੇ ਜਿਨ੍ਹਾਂ ਨੇ ਗਲਤ ਲਿਖਿਆ ਉਹਨਾਂ ਤੋਂ ਮੈਂ ਸਿੱਖ ਹਿਸਟਰੀ ਨੂੰ ਸੁਧਾਰਨ ਵਾਸਤੇ ਇਹ ਪੋਜ਼ੀਟਿਵ ਸਬਕ ਵੀ ਲਿਆ ਹੈ। ਹਾਂਜੀ ਡਾਕਟਰ ਜੀ, 8ਵਾਂ ਕੁਐਸਚਨ ਤੁਹਾਨੂੰ, ਜਿਸ ਤਰ੍ਹਾਂ ਸਾਰੇ ਲੇਖਕਾਂ ਦੀਆਂ ਕੁਝ ਵਧੀਆ ਲਿਖਤਾਂ ਹੁੰਦੀਆਂ ਹਨ, ਇਸੇ ਤਰ੍ਹਾਂ ਸਭ ਤੋਂ ਵਧੀਆ ਤੁਹਾਡੀਆਂ ਕਿਤਾਬਾਂ ਕਿਹੜੀਆਂ ਇਤਿਹਾਸਕ ਰਹੀਆਂ? ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਰੋਤਿਆਂ ਨੂੰ ਦਿਓ। ਸਰ ਕੁਲਵਿੰਦਰ ਸਿੰਘ ਜੀ, ਗੱਲ ਇਹ ਹੈ ਵੀ ਕੋਈ ਵੀ ਮਾਂ ਇਹ ਨਹੀਂ ਕਹਿੰਦੀ ਕਿ ਮੇਰਾ ਪੁੱਤਰ ਕਿਹੜਾ ਵਧੀਆ ਹੈ। ਹਾਂਜੀ ਹਾਂਜੀ। ਕੋਈ ਲੇਖਕ ਕਦੇ ਨਹੀਂ ਕਹਿੰਦਾ ਕਿ ਮੇਰੀ ਕਿਤਾਬ ਕੋਈ ਮਾੜੀ ਹੈ। ਪਰ ਮੈਂ ਸੱਚ ਬੋਲਾਂਗਾ ਕਿ ਮੈਨੂੰ ਆਪਣੀਆਂ ਸਭ ਤੋਂ ਵਧੀਆ ਕਿਤਾਬਾਂ ਜਿਹੜੀਆਂ ਲੱਗਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਦੋਂ ਮੈਂ ਪਹਿਲਾਂ ਲਿਖੀ ਹੈ 1980 ਦੀ ਗੱਲ ਹੈ। ਅੱਜ ਤੁਸੀਂ ਦੇਖ ਲਓ, ਇਸ ਗੱਲ ਨੂੰ 38 ਸਾਲ ਹੋ ਗਿਆ ਜਦੋਂ ਉਹ ਕਿਤਾਬ ਛਪੀ ਹੈ, 32 ਸਾਲ ਹੋ ਗਏ ਜਦੋਂ ਛਪੀ ਹੈ, ਤੇ 6 ਸਾਲ ਪਹਿਲਾਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਉੱਤੇ। ਸੋ ਇਹ ਪਿਛਲੇ 38 ਸਾਲ ਦੀ ਸਾਰੀ ਗੱਲ ਹੈ ਜਿਹੜੀ ਕਿ ਮੇਰੀ ਮਿਹਨਤ ਹੈ। ਤਾਂ ਉਹ ਪਹਿਲਾਂ ਮੈਂ 1978 ਵਿੱਚ ਛਾਪੀ ਸੀ। 78 ਤੋਂ ਬਾਅਦ ਫਿਰ ਉਸ ਨੂੰ 2000 ਸਾਲ ਨੇ ਛਾਪਿਆ। 22 ਸਾਲ ਬਾਅਦ ਪਹਿਲਾਂ 300 ਸਫ਼ੇ ਦੀ ਸੀ, ਫਿਰ 550 ਸਫ਼ੇ ਦੀ ਹੋ ਗਈ, ਤੇ ਉਹਦੇ 'ਚ ਮੈਂ ਬੜਾ ਕੰਮ ਕੀਤਾ। ਅੱਛੀ ਕਿਤਾਬ ਸੀ, ਚੰਗੀ ਕਿਤਾਬ ਸੀ, ਵਧੀਆ ਕਿਤਾਬ ਸੀ। ਪਰ ਫਿਰ ਮੇਰੀ 1980 ਵਿੱਚ ਅਕਾਲ ਤਖਤ ਬਾਰੇ ਛਪੀ। ਉਦੋਂ ਅਕਾਲ ਤਖਤ ਬਾਰੇ ਕਿਸੇ ਨੂੰ ਪਤਾ ਹੀ ਕੁਛ ਨਹੀਂ ਸੀ ਵੀ ਹੁੰਦਾ ਕੀ ਹੈ। ਤਾਂ ਅਕਾਲ ਤਖਤ ਬਾਰੇ ਜੋ ਮੈਨੂੰ ਮੈਟੀਰੀਅਲ ਮਿਲ ਸਕਦਾ ਸੀ ਮੈਂ ਛਾਪੀ। ਪੰਜਾਬ ਹਾਈ ਕੋਰਟ ਵਿੱਚ ਕਈ ਕੇਸ ਗਏ, ਉਹਨਾਂ ਕੇਸਿਸ ਵਿੱਚ ਵੀ ਉਸ ਕਿਤਾਬ ਨੂੰ ਕੋਟ ਕੀਤਾ ਗਿਆ, ਉਹਦਾ ਹਵਾਲਾ ਦਿੱਤਾ ਗਿਆ। ਅੱਜ ਵੀ ਸਾਡੇ ਕੋਲ ਉਹ ਕੇਸਾਂ ਦੇ ਫੈਸਲੇ ਮੌਜੂਦ ਨੇ। ਇਹ ਫਿਰ ਮੈਂ ਵਿਦੇਸ਼ 'ਚ ਚਲਾ ਗਿਆ ਅਤੇ ਜਾ ਕੇ 86 ਵਿੱਚ ਅਕਾਲ ਤਖਤ ਦੀ ਦੂਜੀ ਐਡੀਸ਼ਨ ਛਾਪੀ ਹੈ ਪੰਜਾਬੀ 'ਚ ਜਿਹੜੀ ਕਿ ਪਹਿਲੀ ਸੀਗੀ। ਤਾਂ ਫਿਰ 1995 ਵਿੱਚ ਅੰਗਰੇਜ਼ੀ ਵਿੱਚ ਛਾਪੀ ਹੈ, ਦੂਜੀ ਐਡੀਸ਼ਨ ਹੈ। ਫਿਰ 2000 ਵਿੱਚ ਪੰਜਾਬੀ 'ਚ ਛਾਪੀ ਹੈ ਦੂਜੀ। 2005 ਵਿੱਚ ਪੰਜਾਬੀ 'ਚ ਤੀਜੀ ਛਾਪੀ ਹੈ ਜਿਹੜੀ ਕਿ 600 ਸਫ਼ੇ ਦੇ ਕਰੀਬ ਪਹੁੰਚ ਗਈ। ਅਤੇ ਅੰਗਰੇਜ਼ੀ ਦੀ ਤੀਜੀ ਕਿਤਾਬ 2011 ਦੇ ਸ਼ੁਰੂ ਵਿੱਚ ਮੈਂ ਛਾਪੀ ਜਿਹੜੀ ਕਿ 300 ਸਫ਼ੇ ਦੇ ਕਰੀਬ, 250 ਸਫ਼ੇ ਦੇ ਕਰੀਬ ਹੈ। ਤਾਂ ਮੈਂ ਸਮਝਦਾ ਵੀ ਮੈਂ 6 ਕਿਤਾਬਾਂ ਅਕਾਲ ਤਖਤ 'ਤੇ ਛਾਪੀਆਂ। ਇਹ ਮੇਰੀ ਡਿਵੈਲਪਮੈਂਟ ਹੁੰਦੀ ਗਈ, ਜੋ ਮੈਟੀਰੀਅਲ ਮਿਲਦਾ ਗਿਆ, ਕੋਈ ਸਮਝ ਆਉਂਦੀ ਗਈ, ਆਪਣੀਆਂ ਗਲਤੀਆਂ ਲੱਭਦੀਆਂ ਗਈਆਂ, ਨਵੀਂ ਖੋਜ ਹੁੰਦੀ ਗਈ, ਨਵੀਆਂ ਮੈਟੀਰੀਅਲ ਫਿਲਾਸਫੀ ਦੀ ਸਮਝ ਆਉਂਦੀ ਗਈ। ਪਹਿਲਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਕਾਨਸੈਪਟ ਕੀ ਹੈ। ਫਿਰ ਮੈਂ ਜਥੇਦਾਰ ਦੇ ਬਾਰੇ ਪਤਾ ਕੀਤਾ ਵੀ ਜਥੇਦਾਰ ਹੈ ਕੀ ਹੈ। ਇਹ ਤਾਂ ਕੋਈ ਚੀਜ਼ ਹੀ ਨਹੀਂ ਹੈ ਜਿਹੜੀ ਕਿ 1920 ਤੱਕ ਮੌਜੂਦ ਹੀ ਨਹੀਂ ਹੈ। ਅਕਾਲ ਤਖਤ ਦੇ ਅਖੌਤੀ ਜਥੇਦਾਰ ਦਾ ਅਹੁਦਾ, ਇਹ ਨਵਾਂ ਅਹੁਦਾ ਕ੍ਰੀਏਟ ਕਰ ਲਿਆ ਗਿਆ। ਐਕਚੁਅਲੀ 1920 ਵਿੱਚ ਵੀ ਨਹੀਂ ਹੋਇਆ। 1986 ਵਿੱਚ ਜਦੋਂ ਭਾਈ ਜਸਬੀਰ ਸਿੰਘ ਰੋਡੇ ਨੂੰ ਇਹਨਾਂ ਨੇ ਜੇਲ੍ਹ 'ਚੋਂ ਛੁਡਾਉਣ ਵਾਸਤੇ ਉਹਨੂੰ ਅਖੌਤੀ ਜਥੇਦਾਰ ਬਣਾਤਾ। ਅਸਲ ਇੱਥੋਂ ਜਥੇਦਾਰ ਦਾ ਅਹੁਦਾ ਸ਼ੁਰੂ ਹੁੰਦਾ ਹੈ। ਸੋ ਇਹ ਸਾਰੀ 20-22 ਸਾਲ ਦਾ ਹੀ ਡਰਾਮਾ ਹੈ, ਇਹ ਪਹਿਲਾਂ ਨਹੀਂ ਸੀ। ਤਾਂ ਅਕਾਲ ਤਖਤ ਦੇ ਬਾਰੇ ਸੋ ਮੈਂ ਜੋ ਕੰਮ ਕੀਤਾ ਮੈਨੂੰ ਉਹਦੇ 'ਤੇ ਬੜੀ ਖੁਸ਼ੀ ਹੈ ਔਰ ਤਸੱਲੀ ਹੈ ਕਿ ਮੈਂ ਸਿੱਖ ਫਿਲਾਸਫੀ ਔਰ ਅਕਾਲ ਤਖਤ ਦੇ ਸਿਧਾਂਤ ਤੇ ਰੋਲ ਬਾਰੇ ਜੋ ਕੁਝ ਲਿਖਿਆ ਹੈ ਉਹ ਮੇਰੀ ਸਭ ਤੋਂ ਵਧੀਆ ਕਿਤਾਬ ਇੱਕ ਹੈ। ਇਸ ਤੋਂ ਇਲਾਵਾ ਮੈਂ ਭਾਈ ਮਨੀ ਸਿੰਘ ਦੇ ਬਾਰੇ ਖੋਜ ਕੀਤੀ, ਇਹਨਾਂ ਦੇ ਜੀਵਨ ਬਾਰੇ, ਹੋਰ ਸ਼ਹੀਦਾਂ ਬਾਰੇ ਖੋਜ ਕੀਤੀ। 250 ਸ਼ਹੀਦ ਜਿਹੜੇ ਨੇ, ਭਾਈ ਮਨੀ ਸਿੰਘ ਪਰਮਾਰ ਪਰਿਵਾਰ, ਫਿਰ ਆਲਮ ਸਿੰਘ ਨਚਨਾ ਚੌਹਾਨ ਪਰਿਵਾਰ, ਫਿਰ ਸੁਖੀਆ ਮੰਡਰ ਰਾਠੌਰ ਪਰਿਵਾਰ, ਫਿਰ ਭੱਟ ਤੇ ਹੋਰ ਬ੍ਰਾਹਮਣ ਪਰਿਵਾਰ ਜਿਹੜੇ ਨੇ, ਮੱਖਣ ਸ਼ਾਹ ਲੁਬਾਣਾ ਪਰਿਵਾਰ ਜਿਹੜਾ, ਲੁਬਾਣੇ ਜਿਹੜੇ ਕਿ ਤੂੰਵਰ ਰਾਜਪੂਤ ਹੁੰਦੇ ਆ। ਇਸ ਤੋਂ ਇਲਾਵਾ ਲੱਖੀ ਰਾਏ ਵਣਜਾਰਾ ਪਰਿਵਾਰ ਜਿਹੜੇ ਯਾਦਵ ਖਾਨਦਾਨ ਨੇ ਰਾਜਪੂਤ। ਤਾਂ ਇਹਨਾਂ ਰਾਜਪੂਤਾਂ ਤੇ ਬ੍ਰਾਹਮਣਾਂ ਦੇ ਬਾਰੇ ਮੈਂ 250 ਦੇ ਕਰੀਬ ਸ਼ਹੀਦਾਂ ਦੀਆਂ ਜੀਵਨੀਆਂ, ਉਹਨਾਂ ਦੇ ਖਾਨਦਾਨਾਂ ਦੇ ਕੁਰਸੀਨਾਮੇ, ਹਰਦੁਆਰ ਤੋਂ ਜਾ ਕੇ ਮੱਟਨ ਦੇ ਵਿੱਚ, ਪਿਹੋਵਾ ਵਿੱਚ, ਹੋਰ ਬੜੇ ਖਜ਼ਾਨੇ ਪੱਟਾਂ ਦੀਆਂ ਵਹੀਆਂ ਵਿੱਚ ਸਮੱਗਰੀ ਪਈ ਹੈ। ਅਸਲੀ ਸੋਮਾ ਜਿਹੜਾ ਸਿੱਖ ਹਿਸਟਰੀ ਦਾ ਪੱਟਾਂ ਦੀਆਂ ਵਹੀਆਂ ਵਿੱਚ ਸੰਭਾਲਿਆ ਪਿਆ ਹੈ, ਜਿਹਦੇ ਵਿੱਚ ਨਾਂ, ਤਾਰੀਖਾਂ, ਉਹਨਾਂ ਦੇ ਪਰਿਵਾਰ ਦੇ ਕਾਰਨਾਮੇ ਵਗੈਰਾ। ਪਰ ਇੱਕ ਮੈਂ ਥੋੜ੍ਹਾ ਜਿਹਾ ਸਾਵਧਾਨ ਕਰਦੇ ਹਾਂ ਕਿ ਭੱਟਾਂ ਦੀਆਂ ਵਹੀਆਂ ਵਿੱਚ ਜਿਹੜੀਆਂ ਸਿਧਾਂਤਕ ਗੱਲਾਂ ਕਿਤੇ ਗਲਤ ਨਜ਼ਰ ਆ ਜਾਣਗੀਆਂ, ਪਰ ਮੈਂ ਇਹਨਾਂ ਵਿੱਚੋਂ ਸਿਰਫ ਤਾਰੀਖਾਂ, ਉਹਨਾਂ ਦੇ ਖਾਨਦਾਨਾਂ ਦੇ ਕੁਰਸੀਨਾਮੇ ਲਏ ਆ ਜਿਹੜੇ ਕਿ ਬਹੁਤ ਹੀ ਵਧੀਆ ਖਜ਼ਾਨਾ ਹਨ। ਹਿਸਟਰੀ ਦੀਆਂ ਘਟਨਾਵਾਂ ਬੜੀਆਂ ਸੋਹਣੀਆਂ ਦਿੱਤੀਆਂ। ਤਾਂ ਮੈਂ ਗੱਲ ਕਰ ਰਿਹਾ ਸੀ ਵੀ ਵਧੀਆ ਕਿਤਾਬਾਂ ਦੀ ਗੱਲ ਹੈ ਕਿ ਦੂਜੀ ਕਿਤਾਬ ਜਿਹੜੀ ਮੇਰੀ ਹੈ ਨਾ, ਉਹ ਗੁਰੂ ਦੇ ਸ਼ੇਰ ਔਰ ਭਾਈ ਮਨੀ ਸਿੰਘ ਤੇ ਉਹਨਾਂ ਦਾ ਪਰਿਵਾਰ, ਮਾਤਾ ਗੁਜਰੀ, 4 ਸਾਹਿਬ ਦੇ 40 ਮੁਕਤੇ, ਇਹ 3 ਕਿਤਾਬਾਂ, ਇਹ ਇੱਕ ਯੂਨਿਟ ਹਨ। ਇਹਦੇ 'ਚ ਸ਼ਹੀਦਾਂ ਦੀਆਂ ਜੀਵਨੀਆਂ ਹਨ ਜਿਹੜੀਆਂ 250 ਜੀਵਨੀਆਂ ਬੜੀਆਂ ਮੈਂ ਮੁਸ਼ਕਿਲ ਲੱਭੀਆਂ। ਮੈਨੂੰ ਇਸ ਕਿਤਾਬਾਂ 'ਤੇ ਵੀ ਮਾਣ ਹੈ। ਤੀਜਾ ਮਾਣ ਹੈ ਮੈਨੂੰ ਜਿਹੜੀ ਮੈਂ ਸਿੱਖ ਹਿਸਟਰੀ ਦੀ ਕਿਤਾਬ ਲਿਖੀ ਹੈ, ਉਹ ਹੈ ਪਹਿਲਾਂ ਪੰਜਾਬੀ 'ਚ 5 ਜਿਲਦਾਂ ਛਪ ਚੁੱਕੀ ਹੈ। ਸਿੱਖ ਤਵਾਰੀਖ ਸਿੰਘ ਬ੍ਰਦਰ ਅੰਮ੍ਰਿਤਸਰ ਨੇ ਛਾਪੀ ਹੈ, ਅਤੇ ਹੁਣ 10 ਜਿਲਦਾਂ ਵਿੱਚ ਅੰਗਰੇਜ਼ੀ ਵਿੱਚ, ਕਿਉਂਕਿ ਇਹ ਪੰਜਾਬੀ ਦੀ ਟਰਾਂਸਲੇਸ਼ਨ ਨਹੀਂ ਹੈ,
ਪੰਜਾਬੀ 'ਚ ਟ੍ਰਾਂਸਲੇਸ਼ਨ ਹੁੰਦੀ ਤੇ 5 ਜਿਲਦਾਂ 'ਚ ਹੁੰਦੀ, ਤੇ 10 ਜਿਲਦਾਂ ਵਿੱਚ ਹੈ। ਇਸ ਤੋਂ ਇਲਾਵਾ 4 ਕਿਤਾਬਾਂ ਇਹਦੇ 'ਚ ਅਪੈਂਡਿਕਸ ਦੇ ਤੌਰ ਦਿੱਤੀਆਂ ਨੇ। ਫਾਰ ਐਗਜ਼ਾਮਪਲ ਇਹਦੇ 'ਚ ਗੁਰਦੁਆਰਾ ਐਕਟ 1925 ਵਾਲਾ ਪੂਰੇ ਦਾ ਪੂਰਾ ਹੈ। ਪੰਜਾਬ ਰੀਆਰਗੇਨਾਈਜੇਸ਼ਨ ਜੋ ਪੰਜਾਬੀ ਸੂਬਾ ਬਣਿਆ 66 ਵਿੱਚ, ਉਹਦਾ ਪੂਰਾ ਐਕਟ ਹੈ। ਫਿਰ 84 ਵਿੱਚ ਹੂ ਆਰ ਦੀ ਸਿੱਖਸ ਤੇ ਪਰਸੀਕਿਊਸ਼ਨ ਆਫ ਦੀ ਸਿੱਖਸ ਜਿਹੜੀ ਹੈ, ਆਪਰੇਸ਼ਨ ਇਨ ਪੰਜਾਬ, ਇਹ 4 ਕਿਤਾਬਾਂ ਜਿਹੜੀਆਂ ਨੇ ਪੂਰੀਆਂ ਦੀ ਪੂਰੀਆਂ ਦਿੱਤੀਆਂ। ਦਿੱਲੀ ਦੇ ਸ਼ਹੀਦਾਂ ਜਿਹੜੀਆਂ ਮਾਰੇ ਗਏ 84 'ਚ, ਉਹਨਾਂ ਦੀ ਲਿਸਟ ਖੂਨੀ 84 'ਚ, ਉਹ ਪੂਰੀ ਦੀ ਪੂਰੀ ਦਿੱਤੀ ਹੈ। ਤੇ ਇਸ ਤੋਂ ਇਲਾਵਾ 8ਵੀਂ ਵਿੱਚ ਮੈਂ 6000 ਸਿੱਖ ਸ਼ਹੀਦਾਂ ਦੀਆਂ ਨਾਂ ਪਤੇ ਦਿੱਤੇ ਨੇ, ਜਿਹੜੇ KP ਗਿੱਲ ਤੇ ਹੋਰ ਰਬੈਰੋ, ਸੁਰਜੀਤ ਬਰਨਾਲਾ, ਇਹਨਾਂ ਲੋਕਾਂ ਨੇ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਹੈ। ਸੁਮੇਧ ਸੈਣੀ ਹੈ, ਇਹ ਆਲਮ ਇਜ਼ਹਾਰ ਆਲਮ ਜਿਹਨੂੰ ਬਾਦਲ ਨੇ ਜਿਹਦੀ ਵੋਟੀ ਨੂੰ ਟਿਕਟ ਦੇ ਦਿੱਤੀ, ਤੇ ਧੁੰਮੇ ਹੋਰਾਂ ਨੇ ਜਿਹਦੀ ਸਪੋਰਟ ਕੀਤੀ। तो ये सारे ਜਿਹੜੇ ਨੇ ਇਹਨਾਂ ਨੇ ਮਾਰੇ, ਇਹਨਾਂ ਦੀ ਲਿਸਟ ਹੈ। 10ਵੀਂ ਜਿਲਦ ਜਿਹੜੀ ਉਹ 5000 ਦੇ ਤਕਰੀਬ ਫੋਟੋਆਂ ਵੀ ਹਨ, ਔਰ ਜਿਹਦੇ 'ਚੋਂ 4000 ਤਕਰੀਬਨ ਸਿੱਖ ਸ਼ਹੀਦਾਂ ਦੀਆਂ ਮੌਜੂਦਾ ਦੀਆਂ ਤਸਵੀਰਾਂ ਨੇ ਤੇ ਬਹੁਤ ਘਟਨਾਵਾਂ ਦੀਆਂ। ਫਿਰ ਮੈਂ ਕੁਝ ਖਜ਼ਾਨੇ ਦਿੱਤੇ ਐਸੇ ਜਿਹੜੇ ਕਿ ਕਿਤੋਂ ਨਹੀਂ ਲੱਭਦੇ। ਚਿੱਠੀਆਂ ਨੇ, ਕੋਈ ਗਾਂਧੀ ਦੀਆਂ ਚਿੱਠੀਆਂ ਨੇ, ਕੋਈ ਮਾਸਟਰ ਤਾਰਾ ਸਿੰਘ ਦੀ ਚਿੱਠੀਆਂ ਨੇ, ਕੋਈ ਹੋਰ ਆਰੀਆ ਸਮਾਜੀਆਂ ਦੀ ਚਿੱਠੀਆਂ ਨੇ। ਲਾਲਾ ਲਾਜਪਤ ਰਾਏ ਜਦੋਂ ਸਿੱਖ ਰੂਪ ਵਿੱਚ ਰਿਹਾ ਕਰਦਾ ਸੀ, ਦਾੜੀ ਬੰਨਿਆ ਕਰਦਾ ਸੀ, ਪੱਗ ਬੰਨਿਆ ਕਰਦਾ ਸੀ, ਉਹ ਤਸਵੀਰ ਵੀ ਮੈਂ ਦਿੱਤੀ ਹੈ। ਫਿਰ ਇਸ ਤੋਂ ਇਲਾਵਾ ਪਟਵੀਆਂ 'ਚੋਂ ਮੈਂ ਫੋਟੋ ਦਿੱਤੀਆਂ ਨੇ ਤਾਂ ਜੋ ਕੋਈ ਇਹ ਨਾ ਕਵੇ ਵੀ ਆਪਣੇ ਕੋਲੋਂ ਲਿਖ ਦਿੱਤੀਆਂ ਨੇ, ਸੁਣੀਆਂ ਸੁਣਾਈਆਂ ਗੱਲਾਂ ਨੇ। ਉਸ ਵਹੀਆਂ ਦੀਆਂ ਫੋਟੋਆਂ ਵੀ ਮੈਂ ਛਾਪੀਆਂ ਨੇ। ਤੇ ਇਸ ਤੋਂ ਇਲਾਵਾ ਮੈਂ ਤਕਰੀਬਨ 30-35 ਨਕਸ਼ੇ ਵੀ ਦਿੱਤੇ ਨੇ। ਉਹ ਇਮਾਰਤਾਂ ਜਿਹੜੀਆਂ ਕਿ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਕਾਇਮ ਸਨ, ਉਹਨਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਨੇ। ਤੋ ਜਿਹੜੀ ਇਹ ਸਿੱਖ ਹਿਸਟਰੀ ਦੀ ਹੈ, ਇਹ ਮੈਂ ਸਮਝਣਾ ਮੇਰਾ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਹੈ। ਔਰ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ, ਇਮਾਨਦਾਰੀ ਨਾਲ ਕਹਿਣਾ, ਮੈਨੂੰ ਹੈਰਾਨੀ ਹੁੰਦੀ ਹੈ ਕਿ ਕੀ ਮੈਂ ਇਹ ਕੰਮ ਆਪ ਕੀਤਾ। ਇੰਨਾ ਵੱਡਾ ਕੰਮ ਇੱਕ ਯੂਨੀਵਰਸਿਟੀ ਜਿਹੜੀ ਹੈ ਉਹ ਕਰ ਸਕਦੀ ਹੈ, ਜਾਂ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ, ਦਿੱਲੀ ਕਮੇਟੀ ਨੂੰ ਕਰਨਾ ਚਾਹੀਦਾ ਸੀਗਾ। ਤੋ ਇਹ ਕੰਮ ਜਿਹੜਾ ਅਕਾਲ ਪੁਰਖ ਨੇ ਮੇਰੇ ਕੋਲ ਲਿਆ, ਮੈਂ ਇਸ ਗੱਲ ਦਾ ਸ਼ੁਕਰਗੁਜ਼ਾਰ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਦੀ ਹਿਸਟਰੀ 10 ਜਿਲਦਾਂ 'ਚ ਲਿਖਣ ਦਾ ਫੈਸਲਾ ਕੀਤਾ ਸੀ, ਜਿਹੜੀ ਕਿ ਉਹਨਾਂ ਨੇ ਕਰੋੜਾਂ ਰੁਪਈਏ ਉਹਦੇ 'ਤੇ ਖਰਚ ਚੁੱਕੇ ਆ। ਲੋਕਾਂ ਨੂੰ ਰਿਸਰਚ ਸਕਾਲਰਾਂ ਅਤੇ ਪ੍ਰੋਫੈਸਰਾਂ ਨੂੰ ਤਨਖਾਹਾਂ ਅਤੇ ਹੋਰ ਜਿਹੜੇ ਨੇ ਪ੍ਰੋਜੈਕਟ ਮਨੀ ਦੇ ਚੁੱਕੇ ਨੇ, ਉਹ ਨਹੀਂ ਕਰ ਸਕੇ। ਅਕਾਲ ਪੁਰਖ ਨੇ ਮੇਰੇ ਕੋਲ ਲਿਆ। ਮੈਂ ਸਮਝਣਾ ਵੀ ਮੇਰਾ ਜੀਵਨ ਸਫਲ ਹੈ ਜੇਕਰ ਮੈਂ ਇਸ ਤਰ੍ਹਾਂ ਦਾ ਕੰਮ ਕਰ ਸਕਿਆ। ਤਾਂ ਇਹ ਮੇਰੀ ਬਹੁਤ ਵਧੀਆ ਕਿਤਾਬ ਹੈ। ਇੱਕ ਆਖਰੀ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਤਾਬ ਦਾ, ਉਹ ਹੈ ਮੇਰੀ ਸਿੱਖ ਰੈਫਰੈਂਸ ਬੁੱਕ, ਜਿਹੜੀ ਕਿ ਸਿੱਖ ਐਨਸਾਈਕਲੋਪੀਡੀਆ ਹੈ। ਪੰਜਾਬੀ ਯੂਨੀਵਰਸਿਟੀ ਨੇ 4 ਜਿਲਦਾਂ ਛਾਪਿਆ ਅਤੇ ਮੈਂ ਉਸ ਨੂੰ ਇੱਕ ਜਿਲਦ ਵਿੱਚ ਦਿੱਤਾ ਹੈ, ਜਿਹਦੇ 'ਚ 2500 ਸਿੱਖਾਂ ਦੀਆਂ ਜੀਵਨੀਆਂ ਨੇ, 800-900 ਗੁਰਦੁਆਰਿਆਂ ਬਾਰੇ ਹੈ, 500 ਫਿਲਾਸਫੀ ਦੇ ਕਨਸੈਪਟ ਨੇ, ਜਿਨ੍ਹਾਂ ਨੂੰ ਬਾਅਦ ਵਿੱਚ ਮੈਂ ਸੁਧਾਰ ਕੇ ਡਿਕਸ਼ਨਰੀ ਆਫ ਸਿੱਖ ਫਿਲਾਸਫੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਹੈ। ਤੋ ਇਹ ਹਨ ਮੇਰੀਆਂ ਕਿਤਾਬਾਂ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਉਹ ਤਾਂ ਤਕਰੀਬਨ 50-60 ਕਿਤਾਬਾਂ ਹੋਰ ਨਿੱਕੀਆਂ ਮੋਟੀਆਂ ਕਿਤਾਬਾਂ ਨੇ, ਉਹਨਾਂ ਨੂੰ ਮੈਂ ਚਿਤਾਰਦਾ ਨਹੀਂ। ਪਰ ਅਕਾਲ ਤਖਤ, ਸਿੱਖ ਤਾਰੀਖ, ਸਿੱਖ ਹਿਸਟਰੀ, ਡਿਕਸ਼ਨਰੀ ਆਫ ਸਿੱਖ ਫਿਲਾਸਫੀ ਅਤੇ ਸਿੱਖ ਰੈਫਰੈਂਸ ਬੁੱਕ, ਇਹ ਜਿਹੜੀਆਂ ਨੇ ਮੇਰੀ ਬਹੁਤ ਮਿਹਨਤ ਦਾ ਕੰਮ ਹਨ। ਹਾਂਜੀ ਡਾਕਟਰ ਜੀ, ਅਗਲਾ ਕੁਐਸਚਨ ਹੈ, ਜਿਸ ਤਰ੍ਹਾਂ ਤੁਸੀਂ ਲਿਖਣਾ ਸ਼ੁਰੂ ਕਰਿਆ, ਤੁਹਾਡੀ ਪਹਿਲੀ ਜਿਹੜੀ ਲਿਖਤ ਹੈ ਕਦੋਂ ਤੇ ਕਿੱਥੇ, ਕਿਸ ਅਖਬਾਰ 'ਚ ਜਾਂ ਕਿਸ ਤਰ੍ਹਾਂ ਛਪੀ? ਪਹਿਲੀ ਜਨਰਲ ਲਿਖਤ ਦੀ ਗੱਲ ਤਾਂ ਬੜੀ ਇੰਟਰਸਟਿੰਗ ਹੈ। ਮੇਰੇ ਖਿਆਲ ਇਹ ਗੱਲ ਹੈ ਵੀ ਮੈਂ ਸ਼ਾਇਦ 7ਵੀਂ ਵਿੱਚ ਪੜ੍ਹਦਾ ਸੀਗਾ, 12 ਸਾਲ ਦੀ ਮੇਰੀ ਉਮਰ ਸੀ, ਅਤੇ ਉਦੋਂ ਅਸੀਂ ਜਲੰਧਰ ਰਹਿੰਦੇ ਸਾਂ। ਅਤੇ ਜਲੰਧਰ ਵਿੱਚ ਅਕਾਲੀ ਅਖਬਾਰ ਛਪਦੀ ਹੁੰਦੀ ਸੀ, ਸਭ ਤੋਂ ਜ਼ਿਆਦਾ ਵਿਕਣ ਵਾਲੀ ਅਕਾਲੀ ਅਖਬਾਰ, ਜਿੰਨੀ ਕਿ ਮੁੜ ਕੇ ਕੋਈ ਅਖਬਾਰ ਨਹੀਂ ਲੋਕਾਂ ਵਿੱਚ ਹਰਮਨ ਪਿਆਰੀ ਹੋਈ। ਮਾਸਟਰ ਤਾਰਾ ਸਿੰਘ ਇਹਦੇ ਮਾਲਕ ਸਨ, ਅਤੇ ਉਦੋਂ ਕਰਮ ਸਿੰਘ ਜ਼ਖਮੀ, ਗਿਆਨੀ ਭਜਨ ਸਿੰਘ, ਰਜਿੰਦਰ ਸਿੰਘ ਰਾਣਾ ਅਤੇ ਰਜਿੰਦਰ ਸਿੰਘ ਆਤਸ਼, ਇਹ ਬੰਦੇ ਸਨ। ਮੈਂ ਗੱਲ ਕਰ ਰਿਹਾ 1957-58 ਦੀ ਗੱਲ ਕਰ ਰਿਹਾ। ਉਦੋਂ ਇਹ ਅਖਬਾਰ ਛਪਦੀ ਸੀ ਅਤੇ ਮੈਂ ਮਾਸਟਰ ਗੁਰਮੁਖ ਸਿੰਘ ਹੋਰਾਂ ਕੋਲ ਟਿਊਸ਼ਨ ਪੜ੍ਹਨ ਜਾਂਦਾ ਸੀ, ਅਤੇ ਜਿਨ੍ਹਾਂ ਦਾ ਬੇਟਾ ਰਜਿੰਦਰ ਸਿੰਘ ਆਤਸ਼ ਸੀ, ਜਿਹਦੇ ਨਾਂ 'ਤੇ ਆਤਿਸ਼ਬਾਜ਼ੀ ਵੀ ਛਪਦੀ ਰਹੀ ਹੈ, ਅਤੇ ਹੁਣ ਵੀ ਉਹਨੇ ਕਈ ਫਿਲਮਾਂ ਦੀਆਂ ਜਿਹੜੀਆਂ ਉਹਨੇ ਨੇ ਡਾਇਲਾਗ ਅਤੇ ਕਹਾਣੀਆਂ ਲਿਖੀਆਂ ਨੇ, ਬੰਬੇ 'ਚ ਬੈਠੇ ਨੇ ਅੱਜ ਵੀ। ਬਹੁਤ ਬਜ਼ੁਰਗ ਨੇ, ਮੇਰੇ ਕੋਲ ਤਾਂ ਬਹੁਤ ਵੱਡੇ ਸਨ। ਤੋ ਰਜਿੰਦਰ ਸਿੰਘ ਆਤਸ਼ ਅਕਾਲੀ ਅਖਬਾਰ ਦੇ ਐਡੀਟਰ ਸਨ, ਅਤੇ ਮੈਂ ਐਵੇਂ ਇੱਕ ਛੋਟੀ ਜਿਹੀ ਰਚਨਾ ਲਿਖੀ, ਅਤੇ ਕਿਉਂਕਿ ਮੇਰੇ ਮਨ 'ਚ ਮੈਨੂੰ ਦਫ਼ਤਰ ਦਾ ਪਤਾ ਸੀ, ਮੈਂ ਦਫ਼ਤਰ ਚਲਾ ਗਿਆ ਅਤੇ ਸਰਦਾਰ ਰਜਿੰਦਰ ਸਿੰਘ ਦੇ ਹੱਥ ਫੜਾਈ। ਉਹਨਾਂ ਨੇ ਬੱਚਾ ਸਮਝ ਕੇ ਮੈਨੂੰ ਇਨਕਰੇਜ ਕਰਨ ਵਾਸਤੇ ਉਹ ਛਾਪ ਦਿੱਤੀ, ਅਤੇ ਉਹ ਜਿੱਦਾਂ ਹੁੰਦੇ ਨਾ ਬੱਚੇ ਫਿਰ ਖੁਸ਼ ਹੋ ਜਾਂਦੇ ਆ, ਅਤੇ ਮੈਂ ਬੜਾ ਖੁਸ਼ ਹੋਇਆ। ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਅਤੇ ਹਰ ਦੂਜੇ ਚੌਥੇ ਦਿਨ ਨਾ, ਉਦੋਂ ਮੈਨੂੰ ਯਾਦ ਹੈ 3 ਪੈਸੇ ਦਾ ਇੱਕ ਕਾਰਡ ਹੁੰਦਾ ਸੀ, ਪੋਸਟ ਕਾਰਡ, ਮੈਂ ਉਹ 'ਤੇ ਲਿਖ ਕੇ ਭੇਜ ਦੇਣੀ। ਇੱਕ ਦਿਨ ਮੇਰੇ ਫਾਦਰ ਨੂੰ ਪਤਾ ਲੱਗ ਗਿਆ, ਉਹਨਾਂ ਮੈਨੂੰ ਚੰਗਾ ਕੁੱਟਿਆ ਬਈ ਤੂੰ ਇਹ ਕੀ ਕੰਮ ਕਰ ਰਿਹਾ, ਤੂੰ ਪੜ੍ਹਾਈ ਕਰ ਆਪਣੀ, ਤੂੰ ਕੀ ਲਿਖਤਾਂ ਵੱਲ ਪੈ ਗਿਆ। ਤਾਂ ਫਿਰ ਮੈਂ ਕੁਛ ਲਿਖਣਾ ਬੰਦ ਕਰਤਾ। ਫਿਰ ਮੇਰੇ ਮਨ 'ਚ ਆਇਆ ਵੀ ਮੈਂ ਚਲੋ ਹਰਜਿੰਦਰ ਸਿੰਘ ਦੀ ਥਾਂ 'ਤੇ ਚਲਾਕੀ ਕਰਕੇ HS ਅਣਖੀ ਲਿਖਣਾ ਸ਼ੁਰੂ ਕਰ ਦਿੱਤਾ। ਆਪਣਾ ਤਖੱਲਸ ਪਹਿਲਾਂ ਮੈਂ ਅਣਖੀ ਰੱਖਿਆ।
ਕੋਈ ਚਿਰ ਮੇਰੇ ਅਣਖੀ ਦੇ ਨਾਂ 'ਤੇ ਕਿਤਾਬਾਂ ਲਿਖਤਾਂ ਛਪਦੀਆਂ ਰਹੀਆਂ। ਫਿਰ ਮੈਨੂੰ ਲੱਗਿਆ ਵੀ ਇਹ ਲਫ਼ਜ਼ ਵੀ ਜਿਹੜਾ ਨਾ ਇਹ ਕੋਈ ਬਹੁਤਾ ਖਾਸ ਪਾਪੂਲਰ ਨਹੀਂ ਹੋਣਾ, ਪਰ ਇਹਦਾ ਵੀ ਮੇਰੇ ਫਾਦਰ ਨੂੰ ਪਤਾ ਲੱਗ ਗਿਆ ਤੇ ਮੈਂ ਉਹਦੇ 'ਤੇ ਵੀ ਲਿਖਣਾ ਬੰਦ ਕਰਤਾ। ਮੇਰੇ ਕੋਲ ਉਹਨਾਂ ਨੇ ਕਰਵਾ ਲਿਆ। ਉਹਨਾਂ ਦਿਨਾਂ 'ਚ ਮੈਂ ਜਿਹੜੀਆਂ ਅਖਬਾਰਾਂ ਵਿੱਚ ਖਬਰਾਂ ਛਪਦੀਆਂ ਸੀ ਨਾ, ਕਾਪੀਆਂ ਲਾ ਲੈਣੀਆਂ, ਉਹ 'ਚੋਂ ਖਬਰਾਂ ਕੱਟ ਕੇ ਰੱਖਣੀਆਂ। ਇਹ ਮੈਨੂੰ ਲਿਖਣ ਦਾ ਸ਼ੌਕ ਜਿਹੜਾ ਉਦੋਂ ਦਾ ਹੀ ਸੀਗਾ। ਵੈਸੇ ਇਹ ਨਹੀਂ ਕਿ ਮੈਂ ਜਾ ਕੇ ਲਾਲ ਚੰਦ ਸੱਭਰਵਾਲ ਦੇ ਮਿਹਣਾ ਮਾਰਨ 'ਤੇ ਹੀ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ ਹਿਸਟਰੀ ਦੀ। ਮੈਨੂੰ ਕੱਟ ਕੇ ਰੱਖਣ ਦਾ, ਪੁਰਾਣੇ ਇਸ਼ਤਿਹਾਰ ਰੱਖਣ ਦਾ ਬੜਾ ਸ਼ੌਕ ਸੀ, ਜਿਹੜੇ ਮੇਰੇ ਫਾਦਰ ਨੇ ਇੱਕ ਦਿਨ ਗੁੱਸੇ 'ਚ ਆ ਕੇ ਸਾਰੇ ਦੇ ਸਾਰੇ ਸਾੜ ਦਿੱਤੇ। ਮੈਨੂੰ ਅੱਜ ਵੀ ਉਹ ਜਿਹੜਾ ਨਾ ਬਹੁਤ ਅਫਸੋਸ ਹੁੰਦਾ ਹੈ ਕਿ ਮੇਰਾ ਇੱਕ ਪੂਰਾ ਟਰੰਕ ਜਿਹੜਾ, ਉਦੋਂ ਟਰੰਕ ਹੁੰਦੇ ਸਨ ਲੋਹੇ ਦੇ, ਭਰਿਆ ਪਿਆ ਸੀ ਇਹਨਾਂ ਚੀਜ਼ਾਂ ਦੇ ਨਾਲ। ਇਸ਼ਤਿਹਾਰ ਜਿਹੜੇ ਛਪਣੇ ਮੈਂ ਰੱਖ ਲੈਣੇ, ਕਿਤਾਬ ਜਿਹੜੀ ਛਪਣੀ ਮਿਲਣੀ ਮੈਨੂੰ ਲੈ ਆਉਣੀ, ਛੋਟੀ ਮੋਟੀ, ਪੈਸੇ ਤਾਂ ਖਰਚ ਨਹੀਂ ਸਕਦੇ, ਜਿਹੜੀ ਮੁਫਤ ਮਿਲਦੀਆਂ ਸੀ ਉਹ ਲੈ ਆਉਣੀਆਂ, ਛੋਟੇ ਛੋਟੇ ਪੈਂਫਲੇਟ। ਪਰ ਅਖਬਾਰਾਂ ਦੀਆਂ ਕਟਿੰਗ ਜਿਹੜੀਆਂ ਮੇਰੇ ਕੋਲ ਜ਼ਿਆਦਾ ਨਾ ਸੀ, 10 ਕਾਪੀਆਂ ਘੱਟੋ ਘੱਟ ਭਰੀਆਂ ਪਈਆਂ ਜਿਹੜੀ ਮੇਰੇ ਫਾਦਰ ਨੇ ਸਾੜ ਦਿੱਤੀਆਂ। ਤੋ ਉਸ ਤੋਂ ਬਾਅਦ ਫਿਰ ਜਿਹੜਾ ਲਿਖਤ ਜਿਹੜੀ ਇਹ ਛਪੀ ਹੈ, ਉਸ ਤੋਂ ਬਾਅਦ ਫਿਰ ਜਦੋਂ ਪੰਜਾਬੀ ਸੂਬਾ ਮੋਰਚਾ ਲੱਗ ਗਿਆ, ਮੋਰਚੇ 'ਚ ਮੈਂ ਵੀ ਜੇਲ੍ਹ ਚਲਾ ਗਿਆ ਤੇ ਪਟਿਆਲਾ ਜੇਲ੍ਹ 'ਚ ਰਿਹਾ। ਜਦੋਂ ਬਾਹਰ ਆਇਆ ਉਦੋਂ ਤੱਕ ਅਖਬਾਰ ਤਾਂ ਬੰਦ ਕਰਤੇ ਸੀ। ਮੋਰਚਾ ਜਦੋਂ 24 ਮਈ ਨੂੰ ਸ਼ੁਰੂ ਹੋਇਆ ਤਾਂ ਅਖਬਾਰ ਬੰਦ ਹੋ ਗਈ। ਫਿਰ ਜਦੋਂ ਅਗਲੇ ਸਾਲ ਮੋਰਚਾ ਖ਼ਤਮ ਹੋਇਆ ਤੇ ਅਖਬਾਰ ਜਥੇਦਾਰ ਦੇ ਨਾਂ 'ਤੇ ਸ਼ੁਰੂ ਹੋਈ ਹੈ। ਫਿਰ ਮੈਂ ਆਪਣਾ ਤਖੱਲਸ ਜਿਹੜਾ ਦਿਲਗੀਰ ਰੱਖ ਲਿਆ, ਹਰਜਿੰਦਰ ਸਿੰਘ ਦਿਲਗੀਰ ਲਿਖਣ ਲੱਗ ਪਿਆ। ਤੋ ਉਸ ਤੋਂ ਬਾਅਦ ਮੇਰੇ ਫਾਦਰ ਨੇ ਕੋਈ ਬਹੁਤ ਜ਼ਿਆਦਾ ਗੁੱਸਾ ਨਹੀਂ ਕੀਤਾ, ਇਸ ਕਰਕੇ ਕਿ ਮੈਂ ਘਰੋਂ ਬਾਗੀ ਹੋਇਆ, ਇਹ ਲਿਖਦਾ ਰਿਹਾ। ਤੇ 10ਵੀਂ ਜਮਾਤ ਕਰਨ ਤੋਂ ਬਾਅਦ ਮੈਂ ਘਰੋਂ ਬਾਗੀ ਹੋ ਕੇ ਸਾਰੀ ਪੜ੍ਹਾਈ ਆਪਣੀ ਆਪ ਹੀ ਕੀਤੀ ਹੈ। ਫਿਰ ਮੇਰੇ 'ਤੇ ਕਿਸੇ ਦਾ ਰੋਬ ਨਹੀਂ ਸੀ ਚੱਲ ਸਕਦਾ। ਉਸ ਤੋਂ ਬਾਅਦ ਮੇਰੀਆਂ ਲਿਖਤਾਂ ਛਪਣ ਲੱਗ ਪਈਆਂ। ਜਿਹੜੀ ਪਹਿਲੀ ਕਿਤਾਬ ਛਪਣ ਦੀ ਗੱਲ, ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕਰਕੇ ਹਟਿਆ ਕਿ ਮੈਂ ਇਹਨੂੰ ਕਦੇ 32 ਸਫ਼ੇ, ਕਦੇ 64, ਕਦੇ 16 ਸਫ਼ੇ ਛਾਪ ਕੇ ਬੜੀ ਮੁਸ਼ਕਿਲ ਛਾਪੀ, ਕਿਉਂਕਿ ਪਬਲਿਸ਼ਰ ਕੋਈ ਵੀ ਛਾਪਣ ਨੂੰ ਤਿਆਰ ਨਹੀਂ ਸੀ ਹੁੰਦਾ। ਜਦੋਂ ਇਹ ਕਿਤਾਬ ਛਪ ਗਈ ਹੈ ਤੇ ਮੈਨੂੰ ਯਾਦ ਹੈ ਕਿ ਜਦੋਂ ਮੇਰੇ ਕੋਲੋਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਲਾਹੌਰ ਬੁੱਕ ਸ਼ਾਪ ਵਾਲਿਆਂ ਨੇ ਕਿਤਾਬਾਂ ਦੀਆਂ ਕਾਪੀਆਂ ਮੈਨੂੰ ਚਿੱਠੀ ਪਾ ਕੇ ਮੰਗਵਾਈਆਂ, ਮੈਨੂੰ ਬਹੁਤ ਖੁਸ਼ੀ ਹੋਈ। ਕਿਸੇ ਨੇ 15, ਕਿਸੇ ਨੇ 20 ਕਾਪੀਆਂ। ਤੋ ਇਹਦਾ ਨਾਂ ਜਦੋਂ ਚੱਲਣ ਲੱਗ ਪਿਆ ਤੇ ਹੁਣ ਤੇ ਅਕਾਲ ਪੁਰਖ ਦੀ ਮਿਹਰ ਹੈ, ਮੈਂ ਇਸ ਗੱਲ ਦਾ ਮਾਣ ਨਹੀਂ ਕਰਦਾ, ਪਰ ਇਸ ਵੇਲੇ ਘੱਟੋ ਘੱਟ 4 ਪਬਲਿਸ਼ਰ ਐਸੇ ਹਨ ਜਿਹੜੇ ਮੈਨੂੰ ਕਹਿ ਚੁੱਕੇ ਆ ਵੀ ਸਾਨੂੰ ਕੋਈ ਕਿਤਾਬ ਛਪਣ ਨੂੰ ਦਿਓ। ਪਰ ਮੈਂ ਸਮਝਣਾ ਕਿ ਜੋ ਸਿੰਘ ਬ੍ਰਦਰਜ਼ ਵਰਗਾ ਪਬਲਿਸ਼ਰ ਮੇਰੇ ਨਾਲ, ਜਿਹਦੇ ਨਾਲ ਮੇਰਾ ਰਾਬਤਾ ਹੋਇਆ ਹੈ, ਇਹ ਜੋ ਇਮਾਨਦਾਰ ਪਬਲਿਸ਼ਰ, ਇਹੋ ਜਿਹਾ ਵਧੀਆ ਪਬਲਿਸ਼ਰ ਮੈਨੂੰ ਕੋਈ ਨਹੀਂ ਮਿਲਣਾ। ਇਸ ਕਰਕੇ ਮੈਂ ਕਿਸੇ ਨੂੰ ਦਿੰਦਾ ਨਹੀਂ। ਹਾਲਾਂਕਿ ਮੇਰੀਆਂ 2 ਕਿਤਾਬਾਂ ਨੈਸ਼ਨਲ ਬੁੱਕ ਡਿਪੋ ਦਿੱਲੀ ਨੇ, 2 ਚਤਰ ਸਿੰਘ ਜੀਵਨ ਸਿੰਘ ਨੇ ਛਾਪੀਆਂ ਨੇ, ਪਰ ਮੈਂ ਕਿਸੇ ਹੋਰ ਪਬਲਿਸ਼ਰ ਨੂੰ ਹੁਣ ਕਿਤਾਬ ਨਹੀਂ ਦਿੰਦਾ। ਉਂਝ ਮੇਰੀਆਂ ਕਿਤਾਬਾਂ, ਕੁਝ ਕਿਤਾਬਾਂ ਸ਼੍ਰੋਮਣੀ ਕਮੇਟੀ ਨੇ ਵੀ ਛਾਪੀਆਂ ਨੇ, ਘੱਟ ਤੋਂ ਘੱਟ 8 ਕਿਤਾਬਾਂ ਤਾਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ ਨੇ, 5-6 ਪੈਂਫਲੇਟ ਵੀ ਛਾਪੇ ਨੇ, ਜਿਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੀ ਜਦੋਂ 300 ਸਾਲ ਆਇਆ ਤੇ ਉਹ 4 ਲੱਖ ਕਿਤਾਬ ਉਹਨਾਂ ਨੇ ਅੰਗਰੇਜ਼ੀ, ਪੰਜਾਬੀ, ਹਿੰਦੀ 'ਚ ਛਾਪੀ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੇਰੀ ਜਿਹੜੀ ਇਹ ਕਿਤਾਬ ਸਿੱਖ ਸੱਭਿਆਚਾਰ 'ਤੇ ਛਾਪੀ ਹੈ। ਪਾਕਿਸਤਾਨ ਤੋਂ ਵੀ ਛਪੀ ਕਿਤਾਬ, ਕਈ ਜ਼ਬਾਨਾਂ ਵਿੱਚ ਮੇਰੀਆਂ ਛਪੀਆਂ ਨੇ। ਤੋ ਇਹ ਸੀ ਪਹਿਲੀ ਕਿਤਾਬ ਜਿਹੜੀ, ਪਹਿਲੀਆਂ ਰਚਨਾਵਾਂ ਸਨ ਜਿਹੜੀਆਂ ਮੇਰੀਆਂ ਛਪੀਆਂ, ਜਿਨ੍ਹਾਂ ਨੇ ਮੈਨੂੰ ਐਨਕਰੇਜ ਕੀਤਾ। ਹਾਂ, ਇੱਕ ਗੱਲ ਹੋਰ ਜ਼ਿਕਰ ਕਰਨੀ ਚਾਹਾਂਗਾ। ਜਦ ਅਕਾਲੀ ਦਲ ਦੀ ਕਿਤਾਬ ਛਪ ਕੇ ਆਈ 1978 ਵਿੱਚ, ਤੇ ਮੈਂ ਕਿਸੇ ਨੂੰ ਰਿਵਿਊ ਵਾਸਤੇ ਨਹੀਂ ਭੇਜੀ, ਮੈਨੂੰ ਨਹੀਂ ਸੀ ਪਤਾ। ਮੈਨੂੰ ਪਬਲਿਸ਼ਰ ਨੇ, ਇੱਕ ਨੇ ਕਿਹਾ, ਸਿੰਘ ਬਦਰ ਨੇ, ਵੀ ਇਹਨੂੰ ਰਿਵਿਊ ਵਾਸਤੇ ਭੇਜੀ, ਤੇ ਮੈਂ 2 ਕਾਪੀਆਂ, ਇੱਕ ਕਾਪੀ ਸਿਰਫ ਕੌਮੀ ਏਕਤਾ ਰਜਿੰਦਰ ਸਿੰਘ ਭਾਟੀਆ ਨੂੰ ਭੇਜੀ, ਵੀ ਉਹਦੀ ਵੀਕਲੀ ਮੈਗਜ਼ੀਨ ਬੜਾ ਕੁਝ ਛਪਦਾ ਹੈ। ਉਹਨੇ 2, ਹਾਂ ਹੁਣ ਯਾਦ ਆ ਗਿਆ, 2 ਕਾਪੀਆਂ ਭੇਜੀਆਂ ਸੀ। ਇੱਕ ਕਾਪੀ ਉਹਨੇ ਪ੍ਰੋਫੈਸਰ ਹਰਬੰਸ ਸਿੰਘ ਨੂੰ ਭੇਜ ਦਿੱਤੀ, ਪਟਿਆਲੇ, ਜਿਹੜੇ ਸਿੱਖ ਐਨਸਾਈਕਲੋਪੀਡੀਆ ਬਣਾ ਰਹੇ ਸਨ, ਤੇ ਇੱਕ ਕਾਪੀ ਉਹਨੇ ਆਪਣੇ ਕੋਲ ਰੱਖੀ। ਮੈਨੂੰ ਅੱਜ ਵੀ ਯਾਦ ਹੈ, ਉਹਦੀ ਮੈਨੂੰ ਚਿੱਠੀ ਆਈ ਹਫ਼ਤੇ ਕੁ ਬਾਅਦ ਕਿ ਮੇਰੇ ਕੋਲ ਤੇਰੀ ਕਿਤਾਬ ਪਈ ਸੀ। ਗੁਰਚਰਨ ਸਿੰਘ ਟੋੜਾ ਮੇਰੇ ਕੋਲ ਆਏ, ਉਹਨਾਂ ਨੇ ਕਿਤਾਬ ਚੁੱਕੀ, 2 ਸਫ਼ੇ ਫਰੋਲੇ ਤੇ ਕਿਤਾਬ ਚੁੱਕ ਕੇ ਆਪਣੇ ਡਰਾਈਵਰ ਨੂੰ ਫੜਾਤੀ ਵੀ ਇਹ ਆਪਾਂ ਕਿਤਾਬ ਇਹਨਾਂ ਨੂੰ ਨਹੀਂ ਦੇਣੀ, ਤੇ ਮੈਨੂੰ ਤੁਸੀਂ ਇੱਕ ਕਾਪੀ ਹੋਰ ਭੇਜ ਦਿਓ। ਟੋੜਾ ਸਭ ਚੁੱਕ ਕੇ ਲੈ ਗਏ ਨੇ। ਇਹ ਤਾਂ ਗੱਲ ਸੀ ਕੌਮੀ ਏਕਤਾ ਦੀ। ਕੌਮੀ ਏਕਤਾ ਵਿੱਚ ਅਗਲੇ ਮਹੀਨੇ ਮੇਰੀ ਕਿਤਾਬ ਦਾ ਰਿਵਿਊ ਇੱਕ ਸਫ਼ੇ, ਫੁੱਲ ਸਫ਼ੇ ਤੋਂ ਵੀ ਵੱਡਾ ਛਪਿਆ। ਤੇ ਜਦੋਂ ਰਿਵਿਊ ਪੜ੍ਹਿਆ, ਪ੍ਰੋਫੈਸਰ ਹਰਬੰਸ ਸਿੰਘ ਨੇ ਲਿਖਿਆ ਸੀ, ਜਿਹੜਾ ਕਿ ਮੈਨੂੰ ਬਾਅਦ 'ਚ ਪਤਾ ਲੱਗਿਆ, ਤੇ ਉਹਨਾਂ ਨੇ ਮੇਰੀ ਇੰਨੀ ਤਾਰੀਫ ਕੀਤੀ ਸੀ ਕਿ ਜੇ ਉਹ ਨਾ ਕਰਦੇ ਤੇ ਸ਼ਾਇਦ ਮੈਂ ਅੱਗੋਂ ਲਿਖਣਾ ਬੰਦ ਕਰ ਦਿੰਦਾ, ਕਿਉਂਕਿ ਮੇਰੀ ਕਿਤਾਬ ਛਾਪਣ ਲਈ ਮੇਰੇ ਕੋਲ ਜੇਬ 'ਚ ਪੈਸੇ ਵੀ ਨਹੀਂ ਸੀ। ਤੇ ਕਿਤਾਬ ਛਪੀ ਜਦੋਂ, ਉਹਦੀ ਪ੍ਰਸ਼ੰਸਾ ਛਪੀ ਕੌਮੀ ਏਕਤਾ ਵਿੱਚ। ਤੇ ਇਸ ਤੋਂ ਬਾਅਦ ਮੈਂ 1980 'ਚ ਫਿਰ ਅਕਾਲ ਤਖ਼ਤ ਲਿਖ ਦਿੱਤੀ, ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹਿਸਟਰੀ ਕਾਨਫਰੰਸ ਵਿੱਚ ਮੈਂ ਪੇਪਰ ਪੜ੍ਹਨ ਗਿਆ ਅਕਾਲ ਤਖ਼ਤ 'ਤੇ। ਮਾਰਚ 1981 ਦੀ ਗੱਲ ਹੈ। ਪੇਪਰ ਪੜ੍ਹ ਕੇ ਉਤਰਿਆ ਤੇ ਮੈਨੂੰ ਡਾਕਟਰ ਗੰਡਾ ਸਿੰਘ ਨੇ ਜੱਫੀ ਪਾ ਲਈ ਉਤਰਦੇ, ਉਦੋਂ ਹੈੱਡ ਸਨ। ਜੱਫੀ ਪਾ ਲਈ ਤੇ ਮੈਨੂੰ ਕਹਿੰਦੇ ਜੋ ਤੂੰ ਪੜ੍ਹਿਆ ਪੇਪਰ ਮੈਨੂੰ ਦੇ ਦੇ। ਮੈਂ ਕਿਹਾ ਮੇਰੇ ਕੋਈ ਕਾਪੀ ਹੈਗੀ ਹੈ। ਕਹਿੰਦੇ ਮੇਰੇ ਹਵਾਲੇ ਕਰ ਦੇ। ਉਹਨਾਂ ਨੇ ਬਾਅਦ 'ਚ ਛਾਪ ਦਿੱਤੀ, ਜਿਹੜੀ ਉੱਥੋਂ ਦੀ ਯੂਨੀਵਰਸਿਟੀ ਦੀ ਜਿਹੜੀ ਜਰਨਲ ਛਪਦਾ ਰਿਸਰਚ ਦਾ, ਪੰਜਾਬ ਪਾਸਟ ਐਂਡ ਪ੍ਰੈਜ਼ੈਂਟ ਕੇ ਸ਼ਾਇਦ ਕਿਹੜਾ ਸੀਗਾ,
तो ਉਹਦੇ ਛਾਪ ਦਿੱਤੀ। ਉਸ ਤੋਂ ਬਾਅਦ ਡਾਕਟਰ ਗੰਡਾ ਸਿੰਘ ਨੂੰ ਮੈਂ ਕਈ ਵਾਰੀ ਮਿਲਿਆ, ਜਦੋਂ ਜੱਫੀ ਮਿਲਦੇ ਹੁੰਦੇ ਸੀ ਇਸ ਤਰ੍ਹਾਂ ਜੱਫੀ ਪਾਉਂਦੇ ਸੀ ਜਿੱਦਾਂ ਪੁੱਤਰ ਨੂੰ ਜੱਫੀ ਪਾਈਦੀ ਹੈ। ਪ੍ਰੋਫੈਸਰ ਬੰਸ ਸਿੰਘ ਨੇ ਵੀ ਮੈਨੂੰ ਬੜਾ ਪਿਆਰ ਕੀਤਾ। ਤੋ ਇਹਨਾਂ ਤੋਂ ਮੈਨੂੰ ਲਿਖਤਾਂ ਹੋਰ ਕਰਨ ਦਾ ਹੌਸਲਾ ਮਿਲਿਆ, ਹੌਸਲਾ ਅਫਜ਼ਾਈ ਕਮਾਲ ਦੀ ਸੀ। ਹਾਂਜੀ ਡਾਕਟਰ ਜੀ, ਅਗਲਾ ਕੁਐਸਚਨ ਹੈ, ਜਿਸ ਤਰ੍ਹਾਂ ਸਾਡੀ ਕੌਮ ਦੀ ਬਦਕਿਸਮਤੀ ਹੈ, ਜਦੋਂ ਜੀਂਦੇ ਜੀ ਤਾਂ ਕਿਸੇ ਵੀ ਇਨਸਾਨ ਜਾਂ ਲੇਖਕ ਨੂੰ ਇਹ ਅਵਾਰਡ ਜਾਂ ਕੋਈ ਨਹੀਂ ਦਿੰਦੇ, ਬਾਅਦ 'ਚ ਉਹਦੀਆਂ ਬਹੁਤ ਜਾਂ ਸਟੋਰੀਅਨ ਦਾ ਖਿਤਾਬ ਜਾਂ ਕੋਈ ਦਿੰਦੇ। ਤੁਹਾਨੂੰ ਹੁਣ ਕੋਈ ਸ਼੍ਰੋਮਣੀ ਕਮੇਟੀ ਜਾਂ ਕਿਸੇ ਜਥੇਬੰਦੀ ਜਾਂ ਕਿਸੇ ਵੀ ਸੰਸਥਾ ਵੱਲੋਂ ਕੋਈ ਅਵਾਰਡ ਦਿੱਤਾ ਗਿਆ? ਸਰ ਕੁਲਵਿੰਦਰ ਸਿੰਘ ਜੀ, ਅਵਾਰਡ ਜਿਹੜੇ ਨੇ ਇਹ ਅੱਜ ਕੱਲ੍ਹ ਤਾਂ ਜੋ ਰਿਵਾਜ਼ ਹੈ, ਅਵਾਰਡ ਤਾਂ ਸਿਫਾਰਸ਼ੀਆਂ ਨੂੰ ਹੀ ਮਿਲਦੇ ਨੇ ਜਾਂ ਜਿਹੜੇ ਉਹ ਕਮੇਟੀ 'ਚ ਬੈਠੇ ਉਹਨਾਂ ਦੇ ਵਾਕਫ ਹੋਣ। ਪਰ ਅਕਾਲ ਪੁਰਖ ਦੀ ਮਿਹਰ ਨਾਲ ਮੈਨੂੰ ਦਰਜਨ ਕੁ ਅਵਾਰਡ ਮਿਲ ਚੁੱਕੇ ਨੇ। ਸਭ ਤੋਂ ਪਹਿਲਾਂ ਮੈਨੂੰ ਜਿਹੜਾ ਅਵਾਰਡ ਮਿਲਿਆ ਸੀਗਾ ਉਹ ਸੀ ਗਿਆਨੀ ਗਰਜਾ ਸਿੰਘ ਅਵਾਰਡ। ਗਿਆਨੀ ਗਰਜਾ ਸਿੰਘ ਨੇ ਸਿੱਖ ਹਿਸਟਰੀ ਦਾ ਬੜਾ ਕੰਮ ਕੀਤਾ। ਹਾਂ, ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਉਹਨਾਂ 'ਚੋਂ ਮੈਂ ਗਿਆਨੀ ਗਰਜਾ ਸਿੰਘ ਦਾ ਨਾਂ ਭੁੱਲ ਗਿਆ, ਇਹ ਮੇਰੀ ਗੁਸਤਾਖੀ ਸੀ, ਕਿਉਂਕਿ ਉਹਨਾਂ ਨੇ ਸਿੱਖ ਹਿਸਟਰੀ ਦਾ ਬੜਾ ਕੰਮ ਕੀਤਾ। ਪਟਵਈਆਂ ਦੀ ਖੋਜ ਜਿਹੜੀ ਉਹਨਾਂ ਨੇ ਕੀਤੀ ਹੈ। ਤਾਂ ਗਿਆਨੀ ਗਰਜਾ ਸਿੰਘ ਦੀ ਯਾਦ ਵਿੱਚ ਮੈਨੂੰ ਇੱਕ ਅਵਾਰਡ ਦਿੱਤਾ ਗਿਆ। ਫਿਰ ਇੱਕ ਅਵਾਰਡ ਮੈਨੂੰ ਭਾਈ ਗੁਰਦਾਸ ਅਵਾਰਡ ਮਿਲਿਆ, ਭਾਈ ਕਾਹਨ ਸਿੰਘ ਨਾਭਾ ਅਵਾਰਡ ਮਿਲਿਆ। ਇਸੇ ਤਰ੍ਹਾਂ ਮੈਨੂੰ ਕੋਹਿਨੂਰ ਅਵਾਰਡ ਮਿਲਿਆ, ਇੱਕ ਗੋਲਡ ਮੈਡਲ ਮਿਲਿਆ ਜਿਹੜਾ ਕਿ 2005 ਵਿੱਚ ਸਿੱਖ ਯੂਨੀਵਰਸਿਟੀ ਪ੍ਰੈਸ ਵੱਲੋਂ ਸਰਦਾਰ ਸੁਰਜੀਤ ਸਿੰਘ ਸਦੌੜੀ ਹੋਰਾਂ ਨੇ ਦਿੱਤਾ। ਇਸ ਤੋਂ ਇਲਾਵਾ ਫਿਰ ਮੈਨੂੰ ਸ਼ਾਨ ਪੰਜਾਬ ਅਵਾਰਡ ਜਿਹੜਾ ਡੈਨਮਾਰਕ ਵਿੱਚ ਮਿਲਿਆ ਸੀਗਾ। ਫਿਰ ਇਸ ਤੋਂ ਬਾਅਦ ਸ਼੍ਰੋਮਣੀ ਇਤਿਹਾਸਕਾਰ ਅਵਾਰਡ ਮੈਨੂੰ ਅਕਾਲੀ ਦਲ ਦਿੱਲੀ ਯੂਕੇ ਵਾਲਿਆਂ ਨੇ ਦਿੱਤਾ। ਇਹਨੇ ਅਵਾਰਡ ਨੇ ਮੈਨੂੰ ਤਾਂ ਕਈਆਂ ਅਵਾਰਡਾਂ ਦਾ ਹੁਣ ਯਾਦ ਵੀ ਨਹੀਂ ਗਾ। ਦਰਜਨ ਕੁ ਅਵਾਰਡ ਮੈਨੂੰ ਹੁਣ ਤੱਕ ਮਿਲ ਚੁੱਕੇ ਆ ਅਤੇ ਕਈ ਦਰਜਨ ਜਿਹੜੇ ਲੋਈਆਂ ਅਤੇ ਸਰੋਪੇ ਜਿਹੜੇ ਨੇ, ਸੈਂਕੜੇ ਸਰੋਪੇ ਜਿਹੜੇ ਮਿਲ ਚੁੱਕੇ ਨੇ। ਪਰ ਮੈਂ ਸਮਝਦਾ ਮੈਨੂੰ ਇਹਨਾਂ ਅਵਾਰਡਾਂ ਦੇ ਨਾਲ ਕੋਈ ਲਗਨ। ਹਾਂ, ਕੈਨੇਡਾ ਵਾਲਿਆਂ ਨੇ ਵੀ ਮੈਨੂੰ ਗੋਲਡ ਮੈਡਲ ਅਤੇ ਹੋਰ ਅਵਾਰਡ ਦਿੱਤੇ ਆ। ਮੇਰਾ ਅਸਲ ਅਵਾਰਡ ਜਿਹੜਾ ਹੈ ਜੋ ਮੈਂ ਸਮਝਦਾ ਉਹ ਮੇਰੇ ਪਾਠਕ ਨੇ, ਕਿਉਂਕਿ ਮੇਰੀ ਕੋਈ ਕਿਤਾਬ ਐਸੀ ਨਹੀਂ ਹੈ ਜਿਹੜੀ ਕਿ ਆਮ ਤੌਰ 'ਤੇ ਅੱਜ ਕੱਲ੍ਹ ਕਿਤਾਬ 250 ਛਪਦੀ, 500 ਛਪਦੀ ਹੈ। ਮੇਰੀ ਕੋਈ ਕਿਤਾਬ ਐਸੀ ਨਹੀਂ ਜਿਹੜੀ 1000 2000 ਨਾ ਛਪੀ ਹੋਵੇ। ਔਰ ਬਹੁਤ ਸਾਰੀਆਂ ਕਿਤਾਬਾਂ ਜਿਨ੍ਹਾਂ ਦੇ 3-3 4-4 5-5 6-6 ਐਡੀਸ਼ਨਾਂ ਛਪੀਆਂ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਛਪੀਆਂ ਨੇ। ਔਰ ਇਹ ਨਹੀਂ ਵੀ ਛੋਟੀ ਕਿਤਾਬ 10-10 ਵੋਲੀਅਮ ਜਿਹੜੀਆਂ ਨੇ, 5-5 ਵੋਲੀਅਮ ਨੇ ਜਿਹੜੀਆਂ ਛਪੀਆਂ ਹੋਈਆਂ। ਜੇ ਲੋਕ ਉਹਨਾਂ ਨੂੰ ਖਰੀਦਦੇ ਨੇ ਤਾਂ ਮੈਂ ਸਮਝਣਾ ਇਸ ਤੋਂ ਵੱਡਾ ਅਵਾਰਡ ਕੋਈ ਨਹੀਂ। ਅਵਾਰਡ ਤੁਹਾਡੇ ਪਾਠਕ ਹੋਇਆ ਕਰਦੇ ਨੇ। ਅਕਾਲ ਪੁਰਖ ਦੀ ਮਿਹਰ ਨਾਲ ਅੱਜ ਮੈਂ ਸਿੱਖਾਂ ਵਿੱਚੋਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹਾਂ। ਕੀ ਇਸ ਤੋਂ ਵੱਡਾ ਅਵਾਰਡ ਕੋਈ ਹੋ ਸਕਦਾ ਹੈ? ਅਵਾਰਡ ਉਹ ਹੈ ਕਿ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਕਿੰਨੇ ਸਮਾਏ ਹੋਏ ਹੋ। ਮੈਂ ਆਪਣੇ ਪਾਠਕਾਂ ਦਾ, ਆਪਣੇ ਪ੍ਰਸ਼ੰਸਕਾਂ ਦਾ ਔਰ ਆਪਣੇ ਦੋਸਤਾਂ ਦਾ, ਜਿਨ੍ਹਾਂ ਵਿੱਚ ਤੁਸੀਂ ਵੀ ਹੋ ਅਤੇ ਹੋਰ ਵੀ ਸੱਜਣ ਹਨ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਕੋਆਪਰੇਟ ਕੀਤਾ ਹੈ ਔਰ ਮਾਇਕ ਤੌਰ 'ਤੇ ਵੀ ਔਰ ਹਰ ਪਾਸਿਓਂ ਮੇਰੀ ਮਦਦ ਕੀਤੀ ਹੈ। ਔਰ ਹਰ ਪ੍ਰੋਗਰਾਮਾਂ ਵਿੱਚ ਵੀ ਮੈਨੂੰ ਪੇਸ਼ ਕਰਦੇ ਰਹੇ ਨੇ। ਔਰ ਵੱਖ-ਵੱਖ TV ਅਤੇ ਰੇਡੀਓ 'ਤੇ ਅਖਬਾਰਾਂ ਵਾਲੇ ਹਨ ਜਿਹੜੇ ਕਿ ਮੈਨੂੰ ਰਿਕੁਐਸਟ ਕਰਕੇ ਮੇਰੇ ਕੋਲ ਆਰਟੀਕਲ ਵਗੈਰਾ ਮੰਗਦੇ ਨੇ। ਉਹ ਕਾਨਫਰੰਸਾਂ ਜਿੱਥੇ ਮੈਨੂੰ ਸੱਦਿਆ ਜਾਂਦਾ, ਸੈਮੀਨਾਰ ਸੱਦਿਆ ਜਾਂਦਾ ਹੈ। ਤਾਂ ਇਸ ਤੋਂ ਵੱਡਾ ਅਵਾਰਡ ਕੀ ਹੋ ਸਕਦਾ ਹੈ ਕਿ ਤੁਸੀਂ ਲੋਕ ਲੇਖਕ ਬਣ ਜਾਵੋ ਔਰ ਦੁਕਾਨਦਾਰ ਕੋਲ ਲੋਕ ਜਾ ਕੇ ਕਹਿਣ ਵੀ ਉਹਨਾਂ ਦੀ ਕੋਈ ਨਵੀਂ ਕਿਤਾਬ ਆਈ ਹੈ ਤਾਂ ਸਾਨੂੰ ਦਿਓ। ਮੈਂ ਇਸ ਨੂੰ ਅਵਾਰਡ ਮੰਨਦਾ, ਨਾ ਕਿ ਉਹ ਅਵਾਰਡ ਜਿਹੜੇ ਨੇ ਸਰਕਾਰਾਂ ਅਤੇ ਜਥੇਬੰਦੀਆਂ ਦਿੰਦੇ ਨੇ। ਹਾਲਾਂਕਿ ਉਹ ਵੀ ਅਵਾਰਡ ਮੈਨੂੰ ਮਿਲੇ ਨੇ ਅਤੇ ਮੈਂ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਹਾਂਜੀ ਡਾਕਟਰ ਜੀ, ਅਗਲਾ ਕੁਐਸਚਨ ਹੈ ਤੁਹਾਨੂੰ, ਜਿਸ ਤਰ੍ਹਾਂ ਹੁਣ ਤੁਸੀਂ ਇੰਨੀ ਜ਼ਿੰਦਗੀ ਦੀ ਮਿਹਨਤ ਕਰਕੇ ਇਹ ਕੌਮ ਦੇ ਝੋਲੀ 10 ਜੇਲ੍ਹਾਂ ਪਾਈਆਂ ਹੈ, ਅਤੇ ਇਸ ਤੋਂ ਬਾਅਦ ਹੁਣ ਤੁਹਾਡਾ ਅਗਲਾ ਪ੍ਰੋਜੈਕਟ ਕੀ ਹੋਊ? ਇਹ ਸੰਗਤਾਂ ਨੂੰ, ਆਪਣੇ ਸਰੋਤਿਆਂ ਨੂੰ ਜਾਂ ਸੰਗਤਾਂ ਨੂੰ ਕੋਈ ਜਾਣਕਾਰੀ ਦਿਓਗੇ? ਦੇਖੋ, ਜਿੱਥੋਂ ਤੱਕ ਸਿੱਖ ਹਿਸਟਰੀ ਦੀ ਗੱਲ ਹੈ, 10 ਜਿਲਦਾਂ ਵਿੱਚ ਮੈਂ 2011 ਸਨ ਤੱਕ ਦਾ, ਯਾਨੀ 2 ਮਹੀਨੇ ਪਹਿਲਾਂ ਤੱਕ ਦੀ ਹਿਸਟਰੀ ਜਿਹੜੀ ਦੇ ਦਿੱਤੀ ਹੈ। ਅਤੇ ਮੈਂ ਚਾਹਾਂਗਾ ਕਿ ਪਤਾ ਨਹੀਂ ਅਕਾਲ ਪੁਰਖ ਨੇ ਕਿੰਨੀ ਉਮਰ ਦੇਣੀ ਹੈ, ਮੈਂ ਚਾਹਾਂਗਾ ਕਿ ਕੋਈ ਮੇਰੇ ਤੋਂ ਬਾਅਦ ਆ ਕੇ ਇਸ ਨੂੰ ਸੁਧਾਰ ਕਰਕੇ ਇਸ ਤੋਂ ਵਧੀਆ ਇਤਿਹਾਸ ਲਿਖੇ, ਜਾਂ ਇਹਦੇ ਵਿੱਚ ਜਿਹੜੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਗਲਤੀਆਂ ਤਾਂ ਰਹਿੰਦੀਆਂ ਨੇ, ਕੋਈ ਖੁਦਾ ਨਹੀਂ, ਟੂ ਐਰਰ ਇਜ਼ ਹਿਊਮਨ। ਹਾਂਜੀ, ਬੰਦਾ ਗਲਤੀਆਂ ਦਾ ਪੁਤਲਾ ਹੀ ਹੈ, ਕਰਦਾ ਹੀ ਹੈ। ਕੋਈ ਇਹਦੇ ਸੁਧਾਰ ਕਰੇ, ਇਹਦੀਆਂ ਗਲਤੀਆਂ ਦੂਰ ਕਰੇ, ਇਹਦੇ 'ਚ ਹੋਰ ਵਾਧਾ ਕਰੇ, ਮੈਨੂੰ ਬੜੀ ਖੁਸ਼ੀ ਹੋਵੇਗੀ। ਪਰ ਮੈਂ ਆਪਣਾ ਫਰਜ਼ ਸਮਝ ਕੇ ਜੋ ਕੁਝ ਕਰ ਸਕਦਾ ਸੀ ਕੀਤਾ। ਹੁਣ ਮੇਰੇ ਮਨ 'ਚ ਇੱਕ ਹੋਰ ਇੱਛਾ ਹੈ, ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਟੀਕਾ ਜਿਹੜਾ ਛਾਪਿਆ ਜਾਵੇ। ਅੱਗੇ ਟੀਕੇ ਹਨ, ਗੋਪਾਲ ਸਿੰਘ ਦਰਦੀ ਦਾ ਟੀਕਾ ਹੈ,
ਕੋਈ ਉਹਨੂੰ ਕਪੂਰ ਸਿੰਘ ਦਾ ਟੀਕਾ ਵੀ ਕਹਿ ਦਿੰਦੇ ਹਨ। ਗੁਰਬਚਨ ਸਿੰਘ ਤਾਲਿਬ ਦਾ ਟੀਕਾ ਹੈ। ਮਨਮੋਹਨ ਸਿੰਘ ਦਾ ਸ਼੍ਰੋਮਣੀ ਕਮੇਟੀ ਨੇ ਛਾਪਿਆ ਅੰਗਰੇਜ਼ੀ ਵਿੱਚ, ਉਹ ਵੀ ਟੀਕਾ ਹੈ। ਇਸ ਤੋਂ ਇਲਾਵਾ ਡਾਕਟਰ ਦਰਸ਼ਨ ਸਿੰਘ ਜਿਹੜੇ ਕਿ ਮੇਰੇ ਆਪਣੇ ਸੱਜਣ ਨੇ, ਦੋਸਤ ਨੇ, ਵਧੀਆ ਨੇ, ਉਹਨਾਂ ਦਾ ਵੀ ਟੀਕਾ ਹੈ। ਹੋਰ ਇੱਕ ਦਾ ਹੋਰ ਵੀ ਟੀਕਾ ਹੈ। ਪਰ ਜਿੱਥੋਂ ਤੱਕ ਇਹਨਾਂ ਸਾਰਿਆਂ ਟੀਕਿਆਂ ਦਾ ਸੰਬੰਧ ਹੈ, ਇਮਾਨਦਾਰੀ ਨਾਲ ਮੈਂ ਕਹਿੰਦਾ ਮੇਰੀ ਤਸੱਲੀ ਨਹੀਂ ਹੈ। ਪੰਜਾਬੀ ਵਿੱਚ ਤਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਕਮਾਲ ਕਰ ਦਿੱਤੀ ਹੈ। ਅੰਗਰੇਜ਼ੀ ਵਿੱਚ ਉਹੋ ਜਿਹੀ ਚੀਜ਼ ਜਿਹੜੀ ਹੈ ਉਹ ਚਾਹੀਦੀ ਹੈ। ਮੇਰੇ ਮਨ ਦੀ ਇੱਛਾ ਹੈ, ਜੇ ਅਕਾਲ ਪੁਰਖ ਨੇ ਉਮਰ ਦਿੱਤੀ, ਹਯਾਤੀ ਦਿੱਤੀ, ਹਿੰਮਤ ਦਿੱਤੀ ਅਤੇ ਸਮਰੱਥਾ ਦਿੱਤੀ, ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅੰਗਰੇਜ਼ੀ ਵਿੱਚ ਜ਼ਰੂਰ ਕਰਨਾ ਚਾਹਾਂਗਾ। ਇੱਕ ਜੇ ਹੋ ਗਿਆ ਅਤੇ ਫਿਰ ਵੀ ਉਮਰ ਮਿਲੀ ਤਾਂ ਮੈਂ ਚਾਹਾਂਗਾ ਕਿ ਜੋ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦਿੱਤਾ ਹੈ, ਇਸ ਨੂੰ ਸੁਧਾਰ ਕੇ, ਸੋਧ ਕੇ, ਇਹਦੇ 'ਚ ਨਵਾਂ ਵਾਧਾ ਕਰਕੇ ਇਸ ਨੂੰ ਛਾਪਿਆ ਜਾਏ, ਜਿਹੜਾ ਕਿ ਮੈਂ ਸਮਝਦਾ ਵੀ ਘੱਟੋ ਘੱਟ 5 ਸਾਲ ਦਾ ਪ੍ਰੋਜੈਕਟ ਹੋਵੇਗਾ। ਜੇ ਮੇਰੇ ਨਾਲ ਕੋਈ ਕੋਆਪਰੇਟ ਕਰੇਗਾ ਅਤੇ ਤਾਂ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰੋਜੈਕਟ ਜਿਹੜਾ ਮੈਂ ਕਾਫੀ ਕੰਮ ਕੀਤਾ ਹੈ। ਪਹਿਲਾਂ ਮੈਂ ਸਿੱਖ ਹਿਸਟਰੀ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਤੇ ਕੰਮ ਕਰਨ ਲੱਗਾ ਸੀ। 600 ਸਫ਼ੇ ਦੀ ਮੈਂ ਕੀਤਾ ਵੀ ਹੋਇਆ ਟੀਕਾ, ਬਾਕੀ 800 ਸਫ਼ੇ ਰਹਿੰਦੇ ਨੇ। ਸੋ ਉਹ ਤਾਂ ਮੈਂ 2 ਸਾਲ ਦੇ ਵਿੱਚ ਮੁਕਾ ਸਕਦਾ ਵਾਂ, ਪਰ ਮਹਾਨ ਕੋਸ਼ ਜਿਹੜਾ ਹੈ ਉਹਦੇ ਵਾਸਤੇ ਘੱਟੋ ਘੱਟ 5 ਸਾਲ ਦਾ ਸਮਾਂ ਚਾਹੀਦਾ। ਇਹ ਮੇਰੇ ਮਨ ਦੀ ਇੱਛਾ ਹੈ। ਬਾਕੀ ਅਕਾਲ ਪੁਰਖ ਦੀ ਜੇ ਬਖਸ਼ਿਸ਼ ਹੋਈ ਤਾਂ ਇਹ ਕੰਮ ਹੋਣਗੇ। ਨਾ ਅਸੀਂ ਕਰਨ ਜੋਗੇ ਹਾਂ, ਨਾ ਹੀ ਸਾਡੀ ਸਮਰੱਥਾ ਹੈ। ਉਹ ਸਮਰੱਥਾ ਬਖਸ਼ੇ ਤਾਂ ਇਹ ਕੰਮ ਹੋਣਗੇ। ਡਾਕਟਰ ਜੀ, ਅਗਲਾ ਕੁਐਸਚਨ ਹੈ, ਜਿਸ ਤਰ੍ਹਾਂ ਸਿੱਖ ਕੌਮ ਨੂੰ ਅੱਜ ਕੱਲ੍ਹ ਬਾਬੇ ਜਾਂ ਹੋਰ ਬਹੁਤ ਢਾਹ ਲਾ ਰਹੇ ਆ, ਗਦਾਰ ਜਾਂ ਜੋ ਵੀ ਆਪਾਂ ਕਹਿ ਲਈਏ, ਅਤੇ ਤੁਹਾਡਾ ਸਿੱਖ ਕੌਮ ਦੇ ਬਾਰੇ ਅਗਲੇ ਭਵਿੱਖ ਕੀ ਹੈ, ਦੱਸ ਸਕਦੇ ਇਹਦੇ ਬਾਰੇ ਕੁਝ ਚਾਨਣਾ ਪਾਉਂਗੇ ਸਾਡੇ ਸਰੋਤਿਆਂ ਨੂੰ? ਗੱਲ ਤੁਹਾਡੀ ਬਿਲਕੁਲ ਸਹੀ ਹੈ। ਸਿੱਖਾਂ ਦਾ ਅੱਜ ਸਭ ਤੋਂ ਵੱਡਾ ਮਸਲਾ ਹੈ ਕਿ ਸਿੱਖਾਂ ਵਿੱਚ ਦੋ ਵੱਡੇ ਮਸਲੇ ਨੇ। ਇੱਕ ਤਾਂ ਪਤਿਤ ਪੁਨੇ ਦਾ ਬੜਾ ਵੱਡਾ ਮਸਲਾ ਹੈ, ਅਤੇ ਦੂਸਰਾ ਸਾਧਾਂ ਦਾ। ਸਾਧ ਟੋਲੇ ਜਿਹੜੇ ਨੇ ਨਾ, ਨਵੇਂ ਸਾਧ ਉੱਠੀ ਜਾ ਰਹੇ, ਆਪਣੇ ਨੂੰ ਕੋਈ ਬ੍ਰਹਮ ਗਿਆਨੀ, ਕੋਈ ਗਿਆਨੀ, ਕੋਈ ਮਹਾਂਪੁਰਖ, ਕੋਈ 108, ਕੋਈ 1008, ਇਸ ਤਰ੍ਹਾਂ ਦੇ ਕਹਿੰਦੇ। ਔਰ ਇਹਨਾਂ 'ਚੋਂ ਬਹੁਤੇ ਜਿਹੜੇ ਨੇ ਅਨਪੜ੍ਹ ਲੋਕ ਨੇ, ਲੋਕਾਂ ਨੂੰ ਮੂਰਖ ਬਣਾ ਰਹੇ ਨੇ ਔਰ ਨਕਲੀ ਕਰਾਮਾਤਾਂ ਕ੍ਰੀਏਟ ਕਰਕੇ ਦੱਸ ਰਹੇ ਨੇ। ਵਿਭਚਾਰੀ ਬਹੁਤ ਨੇ, ਜਿਨ੍ਹਾਂ ਦੇ ਕਈਆਂ ਦੇ ਉੱਤੇ ਤਾਂ ਮੁਕੱਦਮੇ ਵੀ ਚੱਲ ਚੁੱਕੇ ਆ, ਔਰਤਾਂ ਦੇ ਕਈ ਜੇਲ੍ਹਾਂ ਵਿੱਚ ਵੀ ਬੈਠੇ ਨੇ। ਔਰ ਇਸ ਦੇ ਬਾਵਜੂਦ ਇਹ ਲੋਕਾਂ ਵਿੱਚ ਆਪਣੀ ਥਾਂ ਬਣਾਈ ਬੈਠੇ ਨੇ। ਸਾਡੇ ਲੋਕ ਇਹਨਾਂ ਨੇ ਮੂਰਖ ਬਣਾ ਰਹੇ ਨੇ ਆਪਣੀਆਂ ਗੱਲਾਂ ਦੱਸ ਕੇ। ਔਰ ਹੈਰਾਨੀ ਦੀ ਗੱਲ ਇਹ ਹੈ ਵੀ ਇਹਨਾਂ ਦੇ ਮੂੰਹ 'ਚੋਂ ਬਾਣੀ ਨਹੀਂ ਨਿਕਲਦੀ। ਕਵਿਤਾਵਾਂ ਜਿਹੜੀਆਂ ਨੇ ਕੱਚੀਆਂ, ਇਹਨੂੰ ਕੱਚੀ ਬਾਣੀ ਕਹਿੰਦੇ, ਮੈਂ ਤਾਂ ਕੱਚੀ ਕਵਿਤਾ ਕਹਾਂਗਾ। ਸੋ ਇਹ ਕੱਚੀ ਕਵਿਤਾ ਗਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ, ਗੁਰਬਾਣੀ ਤੋਂ ਦੂਰ ਕਰ ਰਹੇ ਨੇ, ਜਿਹੜਾ ਗੁਰੂਆਂ ਤੋਂ ਦੂਰ ਕਰਕੇ ਤੇ ਆਪਣੇ ਨਾਂ ਨਾਲ ਜੋੜ ਰਹੇ ਨੇ, ਆਪਣੀ ਸ਼ਖਸੀਅਤਾਂ ਨਾਲ ਜੋੜ ਰਹੇ ਨੇ। ਤੋ ਇਹਨਾਂ ਨੇ ਸਿੱਖ ਕੌਮ ਦਾ ਬੜਾ ਨੁਕਸਾਨ ਕੀਤਾ ਹੈ, ਜਿਹੜੇ ਲੋਕ ਸਿੱਖੀ ਤੋਂ ਹਟ ਰਹੇ ਨੇ। ਅਤੇ ਮੈਂ ਸਮਝਦਾ ਵੀ ਇਹ ਦੋ ਮਸਲੇ, ਅਤੇ ਤੀਜਾ ਸਿੱਖ ਕੌਮ ਦਾ ਸਿਆਸੀ ਮਸਲਾ ਹੈ। ਸਿੱਖਾਂ ਦਾ ਕੋਲ ਆਪਣਾ ਕੋਈ ਤਾਕਤ ਨਹੀਂ, ਘਰ ਨਹੀਂ, ਸ਼ਕਤੀ ਨਹੀਂ, ਜਿੱਥੇ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਸੋਮੇ ਜਿਹੜੇ ਨੇ ਉਹਨਾਂ ਤੋਂ ਫਾਇਦਾ ਉਠਾ ਸਕਣ। ਤੋ ਲੱਗਦਾ ਤਾਂ ਭਾਵੇਂ ਹਨੇਰਾ ਹੈ, ਪਰ ਮੈਂ ਇੱਕ ਗੱਲ ਸਮਝਣਾ ਵੀ ਸਿੱਖ ਦਾ ਫਰਜ਼ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਰਵੇ, ਕਿ ਅਕਾਲ ਪੁਰਖ ਨੇ ਜਿਸ ਕੌਮ ਨੂੰ ਪੈਦਾ ਕੀਤਾ ਹੈ ਉਸ ਕੌਮ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ। ਛੋਟੇ ਮੋਟੇ ਨੁਕਸਾਨ ਹੁੰਦੇ ਰਹਿਣਗੇ। ਅਸੀਂ ਬੜੇ ਮਰਹਲਿਆਂ 'ਚੋਂ ਨਿਕਲੇ ਹਾਂ, 18ਵੀਂ ਸਦੀ ਦੇ ਘੱਲੂਘਾਰਿਆਂ ਵਿੱਚੋਂ ਨਿਕਲੇ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਜੋ ਸਿੱਖ ਧਰਮ ਦੀ ਹਾਲਤ ਕੀਤੀ ਸੀ, ਜਾਂ ਹੋਰ ਹਿੰਦੂਆਂ ਨੇ ਜਦੋਂ ਕੀਤੀ, ਜੋ ਆਰੀਆ ਸਮਾਜ ਸੀ, RSS ਹੈ ਅੱਜ, ਜਾਂ ਭਾਜਪਾ ਹੈ, ਔਰ ਕਾਂਗਰਸ 'ਚ ਬੈਠਾ ਜਿਹੜਾ RSS ਦਾ ਸਮਾਜ ਹੈ, ਐਂਟੀ ਸਿੱਖ ਜਿਹੜੇ ਸਾਧ ਲਾਣੇ ਹਨ, ਇਹ ਸਿੱਖਾਂ ਵਿੱਚ ਸਾਧ ਵੱਖਰੇ ਆ। ਬਾਕੀ ਨਿਰੰਕਾਰੀ ਨੇ ਅਤੇ ਨਾਮਧਾਰੀ ਨੇ, ਦੋਧੜੇ ਆ, ਆਸ਼ੂਤੋਸ਼ ਹੈ ਅਤੇ ਵਿਰਸਾ ਸਿਉਂ ਹੈ। ਇਹ ਸਾਰੇ ਦੇ ਸਾਰੇ ਜਿਹੜੇ ਸਿੱਖਾਂ ਦੇ ਖਿਲਾਫ ਜਿਹੜੇ ਮੋਰਚੇ ਲਾਏ ਬੈਠੇ, ਰਾਧਾ ਸਵਾਮੀ ਸੱਸੇਵਾਲਾ, ਇਹਨਾਂ ਨੇ ਜੋ ਸਿੱਖਾਂ ਨੂੰ ਜਿਹੜੇ ਸਿੱਖੀ ਤੋਂ ਹਟਾ ਰਹੇ ਨੇ, ਇਹ ਸਾਰਿਆਂ ਦੇ ਨਾਲ ਟਕਰਾਅ ਵਿੱਚੋਂ ਸਿੱਖ ਫਿਰ ਵੀ ਬਚ ਕੇ ਨਿਕਲਣਗੇ। ਮੈਨੂੰ ਇਹ ਯਕੀਨ ਹੈ ਕਿ ਅਕਾਲ ਪੁਰਖ ਆਪਣੀ ਕੌਮ ਦਾ ਆਪ ਸਹਾਈ ਹੋਵੇਗਾ। ਡਾਕਟਰ ਜੀ, ਆਖਰੀ ਕੁਐਸਚਨ ਹੈ ਤੁਹਾਨੂੰ ਇੱਕ, ਤੁਹਾਡੇ ਜਿੱਦਾਂ ਸਾਡੇ ਆਉਣ ਵਾਲੀ ਨਸਲ ਹੈ ਜਾਂ ਸਿੱਖ ਕੌਮ ਹੈ, ਉਹਨਾਂ ਨੂੰ ਤੁਸੀਂ ਆਖਰ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਜਿਹਦੇ ਨਾਲ ਉਹ ਇੱਦਾਂ ਦੇ ਬਾਬਿਆਂ ਅਤੇ ਪਖੰਡੀਆਂ ਤੋਂ ਬਚ ਸਕਣ ਅਤੇ ਕੌਮ ਦੀ ਸਹੀ ਰਸਤੇ 'ਤੇ ਚੱਲ ਸਕਣ, ਅਤੇ ਉਹਦੇ ਬਾਰੇ ਕੁਛ ਜਾਣਕਾਰੀ ਦਿਓ। ਦੇਖੋ, ਗੱਲ ਇਹ ਹੈ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਅਸਾਦ ਅਤੇ ਹੋਰ ਜਿਹੜੇ ਸਿੱਖਾਂ ਦੇ ਖਿਲਾਫ ਦੁਸ਼ਮਣ ਜਿਹੜੇ ਸਿੱਖੀ ਦਾ ਖਾਤਮਾ ਕਰਨ ਨੂੰ ਤੁਰਲੇ ਹੋਏ ਨੇ, ਲੱਗਦਾ ਇਹ ਹੈ ਕਿ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਦਰਅਸਲ ਉਹ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਜਿਹੜੇ ਇਹ ਲੋਕ ਨੇ। ਤੋ ਇਸ ਹਾਲਾਤ ਵਿੱਚ ਜਦੋਂ ਜੰਗ ਲੱਗੀ ਹੋਵੇ ਨਾ, ਅਤੇ ਜੰਗ ਵਿੱਚ ਹਰ ਸਿਪਾਹੀ ਜਿਹੜਾ ਉਹ ਜਰਨੈਲ ਹੁੰਦਾ ਹੈ।
ਉਹਦਾ ਫਰਜ਼ ਬਣਦਾ ਹੈ ਕਿ ਉਹ ਡਟ ਕੇ ਹਿੱਸਾ ਪਾਵੇ। ਫੌਜੀ ਵੀ ਤੇ ਘਰਾਂ ਵਿੱਚ ਬੈਠੇ, ਤੁਹਾਨੂੰ ਯਾਦ ਹੈ ਜਦੋਂ ਜੰਗ ਹੁੰਦੀ ਹੈ ਤੇ ਪਿੱਛੇ ਲੋਕ ਵੀ ਜਿਹੜੇ ਨੇ ਫੌਜੀਆਂ ਦੀ ਮਦਦ ਕਰਦੇ ਨੇ। ਅੱਜ ਸਿੱਖ ਕੌਮ ਇੱਕ ਜੰਗ ਵਿੱਚੋਂ ਲੰਘ ਰਹੀ ਹੈ ਤੇ ਜੰਗ ਵਿੱਚ ਹਰ ਇੱਕ ਦਾ ਫਰਜ਼ ਬਣਦਾ ਹੈ ਉਹ ਜਰਨੈਲ ਬਣੇ, ਤਾਂ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਮਿਸ਼ਨਰੀ ਬਣੇ, ਧਰਮ ਦਾ ਪ੍ਰਚਾਰਕ ਬਣੇ। ਪਹਿਲਾਂ ਆਪਣੇ ਪਰਿਵਾਰ ਵਿੱਚ ਸਿੱਖੀ ਕਾਇਮ ਕਰੇ, ਫਿਰ ਆਪਣੇ ਆਲੇ ਦੁਆਲੇ ਵਿੱਚ। ਜੇ ਅਸੀਂ ਇੱਕ ਸਿੱਖ ਨੂੰ ਵੀ ਹੋਰ ਸਿੱਖੀ ਵਿੱਚ ਸ਼ਾਮਿਲ ਕਰ ਰਿਹਾ, ਪਤਿਤ ਸਿੱਖ ਨੂੰ ਸਿੱਖੀ 'ਚ ਲੈ ਆਉਂਦਾ ਹੈ, ਭੁੱਲੇ ਸਿੱਖ ਨੂੰ ਸਿੱਖ ਧਰਮ ਦੀ, ਸਿੱਖ ਫਿਲਾਸਫੀ ਦੀ, ਹਿਸਟਰੀ ਦੀ ਜਾਣਕਾਰੀ ਦਿੱਤੀ ਹੈ, ਸਿੱਖੀ ਜੀਵਨ ਜੀਣ ਵੱਲ ਤੋਰ ਰਿਹਾ, ਤਾਂ ਸਮਝ ਲਾਂਗੇ ਵੀ ਇਹ ਸਾਡੀ ਕੰਟਰੀਬਿਊਸ਼ਨ ਹੈ। ਤਾਂ ਹਰ ਸਿੱਖ ਦਾ ਫਰਜ਼ ਬਣਦਾ ਹੈ ਵੀ ਪਰਿਵਾਰ, ਆਪਣਾ ਆਲਾ ਦੁਆਲਾ ਔਰ ਇਸ ਤਰ੍ਹਾਂ ਇਹਨਾਂ ਸਾਰਿਆਂ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰੇ, ਸੱਚੀ ਸਿੱਖੀ ਦੱਸੇ ਔਰ ਆਪ ਇੱਕ ਰੋਲ ਮਾਡਲ ਬਣ ਕੇ ਦਿਖਾਵੇ। ਦੇਖੋ, ਜਦੋਂ ਕਿਸੇ ਨੂੰ ਤੁਸੀਂ ਅਟਰੈਕਟ ਕਰਨਾ ਹੈ ਤੇ ਪਹਿਲਾਂ ਆਪ ਰੋਲ ਮਾਡਲ ਬਣੋ। ਜੇ ਅਸੀਂ ਚੰਗੇ ਰੋਲ ਮਾਡਲ ਹੋਵਾਂਗੇ ਤੇ ਸਾਡੇ ਵੱਲ ਵੇਖ ਕੇ ਸਿੱਖੀ ਦਾ ਅਸਰ ਲੋਕਾਂ 'ਤੇ ਪਵੇਗਾ। ਸਾਡੀ ਜਿਹੜੀ ਹੈ ਮੁਹੱਬਤ, ਇਨਸਾਨੀਅਤ, ਧਰਮ, ਇਖਲਾਕ, ਕਰੈਕਟਰ ਦੀ ਖੁਸ਼ਬੂ ਜਿਹੜੀ ਹੈ ਉਹ ਫੈਲੇਗੀ ਤੇ ਉਹ ਖੁਸ਼ਬੂ ਜਿਹੜੀ ਹੈ ਸਾਰਿਆਂ ਨੂੰ ਮੁਅੱਤਰ ਕਰੇਗੀ। ਤਾਂ ਚਾਹੀਦਾ ਹੈ ਕਿ ਆਪਣੇ ਜੀਵਨ ਦੇ ਜਿਹੜੇ ਚੰਗੇ ਤਰੀਕੇ, ਇਖਲਾਕ ਤੇ ਧਰਮ ਤੇ ਰੂਹਾਨੀਅਤ ਜਿਹੜੀ ਆਪਣੇ ਵਿੱਚ ਜਿਹੜੀ ਹੈ ਉਹ ਫੈਲਾਈਏ, ਤੇ ਤਾਂ ਜੋ ਦੂਜੇ ਸਾਡੇ ਵੱਲ ਵੇਖ ਕੇ ਸਿੱਖੀ ਵੱਲ ਆਉਣ। ਡਾਕਟਰ ਜੀ, ਮੈਂ ਕਿਹਾ ਤਾਂ ਆਖਰੀ ਕੁਐਸਚਨ ਸੀਗਾ, ਇੱਕ ਮੇਰੇ ਮਨ ਦੇ ਵਿੱਚ ਫਿਰ ਆ ਗਿਆ ਕੁਐਸਚਨ। ਜਿਸ ਤਰ੍ਹਾਂ ਸਾਡੇ ਬਾਹਰਲੇ ਦੇਸ਼ਾਂ ਵਿੱਚ, ਇੰਡੀਆ ਦਾ ਚਲੋ ਛੱਡੋ, ਬਾਹਰਲੇ ਦੇਸ਼ਾਂ 'ਚ ਸਾਡੇ ਲੋਕ ਗੁਰੂ ਘਰ ਬਣਾਉਣ ਲਈ ਲੱਖਾਂ ਪਾਉਂਡ ਜਾਂ ਲੱਖਾਂ ਡਾਲਰ ਜਾਂ ਲੱਖਾਂ ਯੂਰੋ ਖਰਚ ਕੇ ਗੁਰਦੁਆਰਾ ਤਾਂ ਬਣਾਉਂਦੇ ਹਨ, ਪਰ ਉੱਥੇ ਗ੍ਰੰਥੀ ਉਹ ਫ੍ਰੀ ਦਾ ਜਾਂ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਰੱਖਦੇ। ਅਤੇ ਆਪਾਂ ਨੂੰ ਇਸ ਕੰਮ ਲਈ ਕੀ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੀ ਜਿਹੜੀ ਨਸਲ ਹੈ ਉਹਦੇ ਲਈ ਕੁਛ ਨਾ ਕੁਛ ਕੀਤਾ ਜਾ ਸਕੇ? ਇਹਦੇ ਵਾਸਤੇ ਦੋ ਗੱਲਾਂ ਜ਼ਰੂਰੀ ਨੇ। ਨੰਬਰ ਇੱਕ ਤਾਂ ਜਿਹੜਾ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣੀਆਂ, ਈਵਨ ਪੰਜਾਬ ਵਿੱਚ ਜਾਂ ਪੰਜਾਬੋਂ ਬਾਹਰ ਅਤੇ ਵਿਦੇਸ਼ਾਂ 'ਚ ਵੀ ਇਹਦਾ ਕੋਈ ਫਾਇਦਾ ਨਹੀਂ ਹੈ। ਕੱਲ੍ਹ ਨੂੰ ਤੁਸੀਂ ਵੱਡੇ ਵੱਡੇ ਚਰਚ ਪੁਰਾਣੇ ਦੇਖ ਲਓ, ਉਹ ਅਖੀਰ ਵਿਕ ਕੇ ਅਤੇ ਉਹਨਾਂ ਵਿੱਚ ਹਾਲ ਬਣ ਗਈ ਜਾਂ ਗੁਰਦੁਆਰੇ ਬਣ ਗਏ ਜਾਂ ਹੋਰ ਉਹਨਾਂ ਨੂੰ ਯੂਜ਼ ਕਰ ਲਿਆ ਗਿਆ। ਕੱਲ੍ਹ ਨੂੰ ਗੁਰਦੁਆਰਿਆਂ ਦੀ ਇਹ ਹਾਲਤ ਨਾ ਹੋਵੇ ਵੀ ਉਹਦੇ ਅੰਦਰ ਜਾਣ ਵਾਲੇ ਨਾ ਹੋਣ। ਚਾਹੀਦਾ ਹੈ ਕਿ ਨੰਬਰ ਇੱਕ ਤਾਂ ਗ੍ਰੰਥੀ ਵਧੀਆ ਰੱਖਣ। ਖਾਲੀ ਗ੍ਰੰਥੀ ਹੀ ਨਹੀਂ, ਗ੍ਰੰਥੀ ਜਿਹੜੇ ਨੇ ਉਹ ਐਜੂਕੇਟਡ ਹੋਣੇ ਚਾਹੀਦੇ ਆ, ਉਹਨਾਂ ਨੂੰ ਸਿੱਖੀ, ਧਰਮ ਅਤੇ ਇਤਿਹਾਸ ਦੀ ਵਧੀਆ ਨੌਲੇਜ ਹੋਣੀ ਚਾਹੀਦੀ ਅਤੇ ਜੀਵਨ ਵੀ ਵਧੀਆ ਹੋਣਾ ਚਾਹੀਦਾ। ਪਰ ਦੂਜੇ ਪਾਸੇ ਨਾਲ ਇਹ ਵੀ ਹੋਣਾ ਚਾਹੀਦਾ ਹੈ ਕਿ ਗੁਰਦੁਆਰਿਆਂ ਵਿੱਚ ਸਾਡੀਆਂ ਐਕਟੀਵਿਟੀਜ਼ ਖਾਲੀ ਕੀਰਤਨ ਅਤੇ ਅਖੰਡ ਪਾਠ ਨਾ ਹੋਣ। ਸਾਨੂੰ ਬੱਚਿਆਂ ਦੇ ਵਾਸਤੇ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਆ, ਉਹਨਾਂ ਦੀ ਜ਼ਬਾਨ ਵਿੱਚ, ਜਿਹੜੀ ਜ਼ਬਾਨ ਬੱਚੇ ਸਮਝਦੇ ਆ, ਉਹਨਾਂ ਦੇ ਤਰੀਕਿਆਂ, ਆਡੀਓ ਵਿਜ਼ੂਅਲ ਏਡਸ ਨਾਲ ਜਿਹੜੇ ਕਿ ਬੱਚੇ ਸਮਝਦੇ ਆ। ਵੱਧ ਤੋਂ ਵੱਧ CDs, ਆਡੀਓ ਏਡਸ, ਛੋਟੇ ਛੋਟੇ ਪੈਂਫਲੇਟ ਜਿਹੜੇ ਆ, ਵਧੀਆ ਕਿਤਾਬਾਂ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਔਰ ਇਸ ਦੇ ਨਾਲ ਹੀ ਹੈ ਕਿ ਜਿਹੜਾ ਆਪਣਾ ਕੌਮ ਦਾ ਸਰਮਾਇਆ ਜਿਹੜਾ ਹੈ ਉਹ ਪੋਜ਼ੀਟਿਵ ਪਾਸੇ ਲਾਉਣ ਵਾਸਤੇ ਸਾਨੂੰ ਵੱਧ ਤੋਂ ਵੱਧ ਜਿਹੜਾ ਹੈ ਦੂਜਿਆਂ ਕੋਲ ਸਿੱਖਣਾ ਚਾਹੀਦਾ ਹੈ ਵੀ ਉਹ ਕਿਵੇਂ ਧਰਮ ਦਾ ਪ੍ਰਚਾਰ ਕਰਦੇ ਨੇ। ਅਤੇ ਸਭ ਤੋਂ ਆਖਰੀ ਗੱਲ ਵੀ ਰੋਲ ਮਾਡਲ ਬਣਨਾ ਬੜਾ ਜ਼ਰੂਰੀ ਹੈ। ਹਰ ਸਿੱਖ ਮਿਸ਼ਨਰੀ ਬਣੇ ਔਰ ਹਰ ਗੁਰਦੁਆਰਾ ਜਿਹੜਾ ਹੈ ਉਹ ਸਿੱਖੀ ਦਾ, ਧਰਮ ਦਾ, ਇਤਿਹਾਸ ਦਾ, ਸਿੱਖੀ ਜੀਵਨ ਜਾਚ ਦਾ, ਸਿੱਖੀ ਭਾਈਚਾਰੇ ਦਾ, ਦੋਸਤੀ ਦਾ, ਮੁਹੱਬਤ ਦਾ ਪੈਗਾਮ ਦੇਵੇ। ਹਾਂਜੀ, ਹੁਣੇ ਤੁਸੀਂ ਡਾਕਟਰ ਜੀ ਦੇ ਜੀਵਨ ਬਾਰੇ ਬਹੁਤ ਹੀ ਵਿਸਤਾਰ ਨਾਲ ਜਾਣਕਾਰੀ ਲਈ ਹੈ। ਅਸੀਂ ਬਾਕੀਆਂ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਮੇਰੇ ਜੀਵਨ ਵਿੱਚ ਪਹਿਲਾਂ ਸਭ ਤੋਂ ਮੈਂ ਕਰਮ ਸਿੰਘ ਹਿਸਟੋਰੀਅਨ ਦੀ ਬੁੱਕ ਪੜ੍ਹੀ, ਕੱਤ ਕੇ ਵਿਸਾਖ, ਉਸਨੇ ਮੇਰੇ ਜੀਵਨ ਵਿੱਚ ਪਲਟਾ ਲਿਆਂਦਾ। ਉਸ ਤੋਂ ਬਾਅਦ ਮੈਂ ਡਾਕਟਰ ਜੀ ਨੂੰ ਪੜ੍ਹਿਆ, ਜੋ ਵੀ ਮੇਰੇ ਮਨ ਦੇ ਵਿੱਚ ਸ਼ੰਕਾ ਸੀਗੀਆਂ ਜਾਂ ਹੋਰ ਸੀਗੇ ਜੋ ਵੀ, ਕਿਉਂਕਿ ਪਹਿਲਾਂ ਲਿਖਤਾਂ ਬਹੁਤ ਘੱਟ ਮਿਲਦੀਆਂ ਸੀਗੀਆਂ ਪੜ੍ਹਨੇ ਨੂੰ, ਮੈਂ ਪੜ੍ਹਿਆ ਅਤੇ ਮਨ ਵਿੱਚੋਂ ਦੂਰ ਹੋਈਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਜੀ ਡਾਕਟਰ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਣ। ਅਤੇ ਅਗਲਾ ਟੌਪਿਕ ਜਿਹੜਾ ਵੀ ਸਿੱਖੀ ਬਾਰੇ ਕੋਈ ਵੀ ਹੋਊਗਾ ਡਾਕਟਰ ਜੀ ਦਾ, ਉਹ ਤੁਹਾਡੇ ਸਾਹਮਣੇ ਅਸੀਂ ਸਰੋਤਿਆਂ ਦੇ ਜਲਦੀ ਹੀ ਪੇਸ਼ ਕਰਾਂਗੇ। ਡਾਕਟਰ ਜੀ, ਤੁਹਾਡਾ ਇਹਦਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।